ਲਓ ਜੀ, ਕਹਿੰਦੇ ਅੰਗਰੇਜ਼ੀ 'ਚ ਗੁੱਡ ਮਾਰਨਿੰਗ, ਪੰਜਾਬੀ 'ਚ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਪ੍ਰੋਗਰਾਮ ਉਹੀ ਪ੍ਰਾਈਮ ਫੋਕਸ, ਚੈਨਲ ਵੀ ਉਹੀ ਪ੍ਰਾਈਮ ਏਸ਼ੀਆ TV, ਟਾਈਮ ਵੀ ਲਗਭਗ ਉਹੀ ਅਤੇ ਬੰਦੇ ਵੀ ਉਹੀ। ਪਰ ਹਾਂ, ਖਬਰਾਂ ਰੋਜ਼ ਬਦਲ ਜਾਂਦੀਆਂ ਅਤੇ ਅੱਜ ਦੀਆਂ ਖਬਰਾਂ ਦੇ ਉੱਪਰ ਆਪਾਂ ਗੱਲਬਾਤ ਕਰ ਲਾਂਗੇ। ਇੱਕ ਤਾਂ ਦੇਖੋ, ਪੰਜਾਬ ਪੂਰੇ ਦੇ ਵਿੱਚ ਕੋਈ ਬਹੁਤਾ ਫਰਕ ਹੈ ਨਹੀਂ, ਪਰ ਸੰਗਰੂਰ ਲੋਕ ਸਭਾ ਹਲਕਾ, ਉੱਥੇ ਅੱਜ ਇਲੈਕਸ਼ਨਾਂ ਨੇ, ਇਸ ਕਰਕੇ ਉੱਥੇ ਬਹੁਤ ਸਾਰੀਆਂ ਚੀਜ਼ਾਂ ਚੇਂਜ ਨੇ। ਛੁੱਟੀ ਵੀ ਉੱਥੇ ਆ, ਵੋਟਾਂ ਵੀ ਉੱਥੇ ਪੈਣੀਆਂ ਨੇ, ਅਦਾਰੇ ਵੀ ਉੱਥੇ ਬੰਦ ਨੇ, ਉਹ ਰੋਕਾਂ ਟੋਕਾਂ ਵੀ ਉੱਥੇ ਲੱਗੀਆਂ ਨੇ, ਉਹਦੀ ਗੱਲ ਵੀ ਅੱਜ ਕਰ ਲਵਾਂਗੇ। ਫਿਰ ਮਹਾਰਾਸ਼ਟਰ ਦੀ ਗੱਲ ਵੀ ਕਰ ਲਵਾਂਗੇ। ਕੱਲ੍ਹ ਆਪਾਂ ਜ਼ਿਕਰ ਕੀਤਾ ਸੀ ਵੀ ਉਹ ਜਿਹੜਾ ਅਚਾਨਕ ਤੋਂ ਕੁਝ MLA ਸਾਹਿਬਾਨ ਗਾਇਬ ਹੋ ਜਾਂਦੇ ਨੇ, ਕਈਆਂ ਸਟੇਟਾਂ 'ਚ ਪਹਿਲਾਂ ਵੀ ਹੋ ਹਟਿਆ, ਅੱਜ ਕੱਲ੍ਹ ਉੱਥੇ ਚੱਲ ਰਿਹਾ, ਉੱਥੇ ਕੀ ਰੌਲਾ ਰੱਪਾ। ਫਿਰ ਜ਼ਿਕਰ ਕਰ ਲਵਾਂਗੇ ਕੁਛ ਇੱਕ ਹੋਰ ਘਪਲਿਆਂ ਘਟਾਲਿਆਂ ਦੀ ਚਰਚਾ ਜਿਹੜੀ ਚੱਲਣ ਲੱਗ ਪਈ ਆ। ਪਿਛਲੇ ਸਮੇਂ ਦੇ ਵਿੱਚ ਜਿਹੜੀ ਲੋਕਾਂ ਦੇ ਉੱਪਰ ਕੁਛ ਨਾ ਕੁਛ ਕਾਰਵਾਈ ਹੋਈ ਸੀ, ਉਹਦੇ 'ਚੋਂ ਕੁਛ ਕੁ ਨੂੰ ਕਹਿੰਦੇ ਰਾਹਤ ਮਿਲ ਗਈ ਅਤੇ ਕੁਛ ਕੁ ਦਾ ਕੰਮ ਖਰਾਬ ਹੋ ਸਕਦਾ। ਉਹ ਕੀ ਗੱਲਾਂ ਬਾਤਾਂ ਨੇ, ਉਹ ਵੀ ਕਰਾਂਗੇ ਸਾਰੀਆਂ। ਨਾਲ ਆਪਣੇ ਪਰਮਵੀਰ ਬਾਠੂਰੀ ਹੋ WhatsApp ਕੀ ਹਾਲ ਜੀ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ, ਸਿਹਤਾਂ ਕਿੱਦਾਂ? ਸਿਹਤਾਂ ਬਹੁਤ ਵਧੀਆ ਨੇ। ਕੱਲ੍ਹ ਵਾਲੇ ਬਜ਼ੁਰਗ ਦਾ ਬਹੁਤ ਲਾਂਭਾ ਆਇਆ। ਕੀ ਕਹਿੰਦੇ? ਉਹ ਕਹਿੰਦੇ ਵੀ ਯਾਰ ਤੁਸੀਂ ਇੱਦਾਂ ਤਾਂ ਨਹੀਂ ਸੀ ਨਾ ਕਰਨਾ, ਵੀ ਜਦੋਂ ਤੁਹਾਨੂੰ ਪਤਾ ਵੀ ਬਾਪੂ ਦਾ ਦਿਲ ਥੋੜ੍ਹਾ ਜੀ, ਅਤੇ ਕਾਹਨੂੰ ਤੁਸੀਂ ਦੱਸਿਆ ਵੀ ਇੰਨੇ ਇੰਨੇ ਏਕੜ ਅਤੇ ਇੰਨੇ ਸੌ ਇੱਦਾਂ ਅਤੇ ਉਹ ਰਿਸ਼ਵਤਾਂ ਹੀ ਚੱਲੀ ਜਾਂਦੀਆਂ। ਉਹ ਕਹਿੰਦੇ ਵੀ ਬਾਪੂ ਕੱਲ੍ਹ ਰਾਤੀ ਰੋਟੀ ਵੀ ਨਹੀਂ ਖਾਧੀ ਇਹਨੇ। ਦੇਖੋ, ਅਸੀਂ ਇੱਕ ਬੇਨਤੀ ਹੁਣੇ ਕਰ ਦਿੰਦੇ ਹਾਂ, ਉਹਨੂੰ ਬੇਨਤੀ ਸਮਝ ਲਓ, ਉਹਨੂੰ ਚੇਤਾਵਨੀ ਸਮਝ ਲਓ, ਉਹਨੂੰ ਜੋ ਮਰਜ਼ੀ ਸਮਝ ਲਓ ਕਿ ਅੱਜ ਬਾਪੂ ਨੂੰ ਪਹਿਲਾਂ ਹੀ ਹੋਰ ਕਮਰੇ ਬਹਾਇਓ। ਕਰਨੀ ਅਸੀਂ ਅੱਜ ਵੀ ਉੱਥੇ ਸਾਡਾ ਕਸੂਰ ਨਹੀਂ ਹੈਗਾ। ਆ ਵੀ ਇਹ ਨਾ ਹੋਵੇ ਬਾਪੂ ਸਾਡੇ ਨਾਲ ਲਾ ਦਿਓ। ਹਾਂ, ਇਸ ਕਰਕੇ ਜਾਂ ਤਾਂ ਬਾਪੂ ਦੇ ਕੰਨਾਂ ਦੇ ਵਿੱਚ ਟੂਟੀਆਂ ਹੋਰ ਲਾ ਕੇ ਬਾਪੂ ਨੂੰ ਕੁਝ ਹੋਰ ਸੁਣਾ ਦਿਓ, ਜਾਂ ਪੂਰੇ ਪਰੇ ਹੋ ਕੇ ਪ੍ਰੋਗਰਾਮ ਸੁਣ ਲਓ। ਜਾਣੀ ਅਸੀਂ ਖੇਤ ਉਦਾਂ ਹੀ ਵਾਹੁਣਾ ਜਿੱਦਾਂ ਕੱਲ੍ਹ ਵਾਇਆ ਸੀ, ਫੇਰ ਨਾ ਕਿ ਦੋਹਰ ਪਾਉਣੀ ਜੇ ਅੱਜ। ਹਾਂ, ਨਹੀਂ ਦੇਖੋ ਹੁਣ ਕਾਰਨ ਹੈ ਵੀ ਆਪਾਂ ਕਿਹੜਾ ਪੱਲਿਓਂ ਕਰਦੇ ਹਾਂ, ਜੋ ਹੁੰਦਾ ਉਹੀ ਦੱਸਦੇ ਹਾਂ। ਦੇਖੋ ਜੀ, ਅਸੀਂ ਤਾਂ ਜੋ ਮੰਡੀ ਦੇ ਵਿੱਚੋਂ ਲਿਆਂਦਾ ਅਸੀਂ ਤਾਂ ਆਪਣੀ ਰੇਹੜੀ 'ਤੇ ਉਹੀ ਲਾਉਣਾ। ਹਾਂ, ਹੈ ਨਾ। ਕਿਸੇ ਵੇਲੇ ਬੰਦਾ ਤਰਾਇਆ ਕਰਦਾ ਹੈ ਨਹੀਂ ਕੇਲੇ ਖਾਣ ਵਾਲੇ, ਕਹਿੰਦੇ ਵੀਰ ਹੁਣ ਹੈ ਹੀ ਇਹੋ, ਕੀ ਕਰੀਏ। ਅਸੀਂ ਤਾਂ ਵੱਧ ਤੋਂ ਵੱਧ 10 ਤੇ 10 ਕੇਲੇ ਕਰ ਦਿੰਦੇ। ਨਹੀਂ ਫਿਰ ਜੇ ਨਾ ਹੀ ਕੋ ਮਨੇ ਫਿਰ ਇਹ ਕਹਿੰਦਾ ਜਿੱਥੋਂ ਮਿਲਦੇ ਫਿਰ ਉੱਥੋਂ ਲੈ ਲਾ, ਰੱਖ ਲਵਾ ਭਾਈ, ਰੱਖ ਲਵਾ ਕਰ ਦਿੰਦੇ। ਉਹ ਕਹਿੰਦਾ ਨਹੀਂ ਚੱਲਦੇ, ਤੈਨੂੰ ਦੇਣੇ ਹੀ ਨਹੀਂ ਯਾਰ, ਸਾਡੇ ਕੋਲ ਗਾਹਕ ਬਥੇਰੇ, ਮੈਂ ਘਰੇ ਲੈ ਜਾਣੇ ਆ। ਚਲੋ ਗੱਲ ਇਹ ਆ ਕਿ ਅੱਜ ਵੈਸੇ ਇੱਕ ਗੱਲ ਹੈਗੀ ਸੰਧਾ, ਹਾਂਜੀ ਕਰੋ। ਆਪਾਂ ਜੇ ਸਾਂਝੀ ਰੇਹੜੀ ਵੀ ਲਾਈ ਹੁੰਦੀ, ਆਪਣਾ ਵਿਕਣਾ ਕੱਖ ਨਹੀਂ ਸੀ, ਇਹ ਗੱਲ ਪੱਕੀ। ਜਿੱਦਾਂ ਦੇ ਅੜਬ ਜਿਹਾ ਸੁਭਾਅ ਤੁਹਾਡੇ। ਨਹੀਂ, ਮੇਰਾ ਤਾਂ ਸੁਭਾਅ ਕੋਈ ਨਹੀਂ ਹੈਗਾ, ਸਾਰੇ ਜਾਣਦੇ ਆ। ਨਾ ਬਿਲਕੁਲ ਨਹੀਂ। ਮੈਂ ਤਾਂ ਬਹੁਤੀ ਗੱਲ ਤੇ ਇਹ ਇਹ ਹੋ ਸਕਦਾ ਵੀ ਸ਼ਾਮ ਨੂੰ ਹਿਸਾਬ ਨਾਲ ਰਲਦਾ ਆਪਣਾ ਵੀ ਆਪਾਂ ਇੰਨੀਆਂ ਦਰਜਨਾਂ ਲਿਆਂਦੀਆਂ ਐ ਵੀ ਇੰਨੀਆਂ ਵਿਕੀਆਂ, ਕਿਉਂਕਿ ਜਦੋਂ ਤੁਸੀਂ ਹਿਸਾਬ ਸੂਬ ਕਾਗਜ਼ 'ਤੇ ਲਿਖ ਲਿਆ, ਤੁਸੀਂ ਸ਼ਾਮ ਨੂੰ ਇਕੱਲੇ ਕੇਲੇ ਦਾ ਹਿਸਾਬ ਕੱਢ ਲਿਆ ਕਰਨਾ। ਇੰਨੇ ਚੋਂ ਇੰਨੇ ਕੇਲੇ ਕੱਢ, ਮੈਂ ਕਿਹਾ ਯਾਰ ਕਿਤੇ 2 ਖਾ ਗਿਆ ਹੋਊਗਾ ਮੈਂ, ਕਿਹੜੀ ਗੱਲਾਂ 'ਚੋਂ ਗੱਲ ਦੱਸ। ਕਿਤੇ ਲੂਣ ਲਾ ਲਿਆ ਹੋਊਗਾ ਛੋਟੀ ਜਿਹੀ ਛੁਰੀ ਦੇ ਨਾਲ, ਉਹ ਗੱਲ ਕਿਹੜੀ ਹੈ। 2 ਮਾੜੇ ਨਿਕਲ ਆਏ ਹੋਣਗੇ, 2 ਮੈਂ ਖਾ ਗਿਆ, ਕੋਈ ਇੱਕ ਅੱਧਾ ਕੋ ਆ ਗਿਆ ਕੋਲ, ਉਹਨੇ ਖਾ ਲਿਆ। ਯਾਰ ਐਡਾ ਕਾਹਦਾ ਹਿਸਾਬ ਹੈ। ਨਹੀਂ ਚਲੋ ਦੇਖੋ, ਇੱਦਾਂ ਸਰਕਾਰੀ ਖਜ਼ਾਨੇ ਦਾ ਹਿਸਾਬ ਤਾਂ ਰੱਖਣਾ ਪੈਂਦਾ ਆ। ਤੁਸੀਂ ਕਿਉਂਕਿ ਮੈਂ ਇੱਕ ਬੇਨਤੀ ਤੁਹਾਨੂੰ ਕਰਨੀ ਆ, ਉਹ ਮਹਾਰਾਜ ਕੇਲੇ ਆਪਣੇ ਪੈਸਿਆਂ ਦੇ ਉਹਨੇ ਗ੍ਰਾਂਟ ਸਮਝ ਕੇ ਨਾ ਖਾਈ ਜਾਇਓ, ਕਿਉਂਕਿ ਤੁਹਾਨੂੰ ਆਦਤ ਹੁੰਦੀ। ਅੱਛਾ ਸੰਧਾਲੀਆ ਸਭ ਗੱਲ ਇੱਦਾਂ ਆ, ਥੋੜ੍ਹੀ ਜਿਹੀ ਗੱਲ ਅੱਗੇ ਨੂੰ ਤੋਰਨੀ ਪੈਣੀ ਹੈ। ਨਹੀਂ ਤੋਰੀਏ। ਕੱਲ੍ਹ ਆਪਾਂ ਕਿੰਨੀਆਂ ਗੱਲਾਂ ਕੀਤੀਆਂ ਜੀ, ਖਾ ਗਏ। ਮੈਂ ਕਹਿੰਦਾ ਕੋਈ ਵੀ ਬੰਦਾ ਨਿਰਾਸ਼ ਨਾ ਹੋਵੇ ਜਦੋਂ ਇਹ ਰੌਲਾ ਪਤਾ ਲੱਗਦਾ ਨਾ। ਮੈਂ ਕਹਿੰਦਾ ਘਰ ਦੇ ਜੀਅ ਦਾ, ਕਿਸੇ ਰਿਸ਼ਤੇਦਾਰ ਦਾ, ਸੱਜਣ ਮਿੱਤਰ ਦਾ, ਸੂਬੇ ਦੇ ਭ੍ਰਿਸ਼ਟਾਚਾਰ ਦਾ, ਘਰ ਦੇ ਸਾਰੇ ਜੀਅ, ਰਿਸ਼ਤੇਦਾਰ, ਸੱਜਣ ਮਿੱਤਰ, ਜੇ ਕੋਈ ਢਿੱਲਾ ਮੱਠਾ ਹੁੰਦਾ, ਕਹਿ ਰਹੇ ਹੁੰਦਾ ਨਾ ਕਿ ਸਕੈਨਿੰਗ ਕਰਾਈ ਆ ਜੀ, ਟੈਸਟ ਕਰਾਇਆ, ਆਹ ਨਿਕਲਿਆ, ਅਸੀਂ ਨਿਰਾਸ਼ ਹੁੰਦੇ ਹਾਂ। ਇੱਦਾਂ ਹੀ ਸੂਬੇ 'ਚ ਭ੍ਰਿਸ਼ਟਾਚਾਰ ਨਿਕਲਿਆ ਵੀ ਕੋਈ ਕੇਸ ਪਤਾ ਲੱਗ ਜਾਏ, ਅਸੀਂ ਨਿਰਾਸ਼ ਹੁੰਦੇ, ਯਾਰ ਖਾ ਗਏ। ਮੈਂ ਕਹਿੰਦਾ ਕਿ ਨਿਰਾਸ਼ਾ ਦੇ ਵਿੱਚੋਂ ਵੀ ਆਸ਼ਾ ਲੱਭੋ। ਜੇ ਬੰਦੇ ਦੀ ਸਕੈਨਿੰਗ ਕਰਾਈ, ਕੋਈ ਟੈਸਟ ਕਰਾਇਆ, ਪਤਾ ਲੱਗਦਾ ਕਿ ਭਾਈ ਕੋਈ ਬਿਮਾਰੀ ਠਮਾਰੀ ਆ, ਤਾਂ ਇਹ ਮੰਨ ਕੇ ਚੱਲੋ ਕਿ ਫੜ ਲਈ ਭਾਈ ਟਾਈਮ ਨਾਲ, ਇਲਾਜ ਕਰਾ ਲਾਂਗੇ, ਟਾਈਮ ਨਹੀਂ। ਅਤੇ ਜੇ ਨਾ ਪਤਾ ਲੱਗਦੀ, ਪਤਾ ਨਹੀਂ ਕੀ ਜਾ ਜਾਂਦੀ ਹੋ ਜਾਂਦੀ। ਉਹਨੂੰ ਇਸ ਤਰੀਕੇ ਲੈਣਾ ਚਾਹੀਦਾ। ਅਤੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਵੀ ਇੱਦਾਂ ਨਹੀਂ ਸੋਚਣਾ ਚਾਹੀਦਾ ਕਿ ਸਾਰੇ ਹੀ ਮਾੜੇ, ਸਾਰੇ ਹੀ ਨਿਕੰਮੇ, ਸਾਰੇ ਹੀ ਦੁਖੀ, ਭ੍ਰਿਸ਼ਟ। ਹਾਂ, ਇੱਦਾਂ ਲੈਣਾ ਚਾਹੀਦਾ ਕਿ ਭਾਈ ਆਹ ਜਿਹੜੇ ਢਿੱਕੇ ਆ ਚੱਲੇ ਆ ਨਾ, ਛੇਤੀ ਇਮਾਨਦਾਰੀ ਨਾਲ ਜਾਂਚ ਹੋ ਜਾਵੇ, ਇਹਨਾਂ ਨੂੰ ਸਜ਼ਾਵਾਂ ਮਿਲ ਜਾਣ ਜੇ ਬੰਦੇ ਦੋਸ਼ੀ ਨੇ, ਤਾਂ ਜੋ ਅੱਗੋਂ ਤੋਂ ਕੋਈ ਭ੍ਰਿਸ਼ਟਾਚਾਰ ਕਰੇ ਨਾ। ਜ਼ਖਮ ਨੂੰ ਜਦੋਂ ਕਦੀ ਚੀਰਾ ਦੇ ਕੇ ਦਵਾਈ ਭਰਨੀ ਪੈਂਦੀ ਹੈ ਨਾ, ਉਹਦਾ ਮਤਲਬ ਕਿ ਭਵਿੱਖ ਦੇ ਵਿੱਚ ਉਹਨੂੰ ਐਨ ਚੰਗੇ ਤਰੀਕੇ ਠੀਕ ਕਰਨ ਦੀ ਪ੍ਰਕਿਰਿਆ, ਘਬਰਾਉਣ ਦੀ ਲੋੜ ਕੋਈ ਨਹੀਂ। ਨਹੀਂ, ਇਹ ਗੱਲ ਤੁਹਾਡੀ ਠੀਕ, ਉਦਾਹਰਣ ਮੈਨੂੰ ਪਸੰਦ ਆਈ ਹੈ। ਠੀਕ ਹੈ। ਐਂਡ ਮੈਨੂੰ ਲੱਗਦਾ ਵੀ ਸ਼ਾਇਦ ਕਿਤੇ ਪਿਛਲੇ ਸਮੇਂ 'ਚ ਇੱਦਾਂ ਤਾਂ ਨਹੀਂ ਹੁੰਦਾ ਰਿਹਾ ਵੀ ਜਿਵੇਂ ਹੁੰਦਾ ਨਾ ਵੀ ਕੋਈ ਜੀ ਸਰੀਰ ਕਿਰਦਾ ਜਿਹਾ ਜਾਂਦਾ ਹੈ ਨਾ, ਆਖਣਾ ਵੀ ਰਹਿੰਦਾ ਜਿਹਾ ਜਾਂਦਾ, ਕੀ ਗੱਲ ਟੁੱਟਦੀਆਂ, ਆਹ ਮੁਸ਼ਕਿਲ ਕੀ ਇਹਨੂੰ। ਰਿਸ਼ਤੇਦਾਰਾਂ ਨੇ ਵੀ ਪੁੱਛਣਾ, ਭੈਣਾਂ ਭਰਾਵਾਂ ਨੇ ਵੀ ਪੁੱਛਣਾ, ਅਤੇ ਜੇ ਉਹ ਹੁਣ ਟੱਬਰ ਦੇ ਜੀ ਜਿਹਨੇ ਉਹਨੂੰ ਸ਼ਹਿਰ ਖੜ ਕੇ ਵਿਖਾਉਣਾ, ਲੈ ਐਤਕੀ ਵੱਡੇ ਹਸਪਤਾਲੋਂ ਪੂਰੀ ਸਕੈਨ ਕਰਾ ਦੇਣੀ ਆ, MRI ਵੀ 3-4 ਰਾਂ ਕਰਾਉਣੀ ਆ ਵੀ ਪਤਾ ਲੱਗੇ ਵੀ ਨੁਕਸ ਕਿੱਥੇ ਆ ਜੀ। ਉਹ ਰਿਸ਼ਤੇਦਾਰਾਂ ਨੂੰ ਯਕੀਨ ਵੱਧ ਜਾਣਾ ਵੀ ਨਹੀਂ ਵੀ ਕਰਾਉਣ ਗਿਆ ਐਤਕੀ, ਹੈ ਨਾ। ਉਦੋਂ ਬਾਅਦ ਫੇਰ ਰਹਿ ਜਾਣਾ ਕੰਮ। ਅਗਲੀ ਵਾਰ ਜਦੋਂ ਕਿਤੇ ਦੁਬਾਰਾ ਕਿਤੇ ਕੋਈ ਕਾਰਜ ਸਾਰਥ ਦੇ ਉੱਪਰ ਮਿਲਣਾ, ਉਦੋਂ ਫਿਰ ਪੁੱਛੇ ਯਾਰ ਉੱਦਾਂ ਹੀ ਆ, ਅੱਗੇ ਨਾਲੋਂ ਵੀ ਸਗੋਂ ਰਹਿ ਗਿਆ, ਇਹਦਾ ਕੁਛ ਕਰਦੇ ਕਿਉਂ ਨਹੀਂ।
ਉਹ ਕਹਿੰਦੇ ਯਾਰ ਉਹ ਮੁੰਡੇ ਵੱਡੇ ਨੂੰ ਆਖਿਆ ਸੀ ਉਹਨੇ ਕੀਤਾ ਨਹੀਂ ਉਦੋਂ। ਕੋਈ ਗੱਲ ਨਹੀਂ, ਐਤਕੀ ਮੇਰੀ ਵਾਰੀ ਹੈ ਨਾ, ਮੈਂ ਖੜੂੰ ਬਾਪੂ ਨੂੰ ਵੱਡੇ ਹਸਪਤਾਲ, ਐਤਕੀ CT ਸਕੈਨਾਂ ਵੀ ਕਰਾ ਦੇਣਗੀਆਂ ਸਾਰੀਆਂ, ਫਿਰ ਦੇਖੋ ਨੁਕਸ ਲੱਭਦਾ ਆਪਾਂ ਨੂੰ। ਫਿਰ ਰਿਸ਼ਤੇਦਾਰ ਚਲੇ ਜਾਂਦੇ ਕਹਿ ਕੇ, ਮੈਨੂੰ ਲੱਗਦਾ ਵੀ ਪੰਜਾਬ ਨਾਲ ਵੀ ਇਹੋ ਕੁਛ ਹੁੰਦਾ ਰਿਹਾ ਵੀ ਜਦੋਂ ਕਹਿੰਦੇ ਵੀ ਐਤਕੀ ਸਾਨੂੰ ਦਿਓ ਕੁਰਸੀ ਕਰਾਂ, ਅਸੀਂ ਚੈੱਕ ਕਰਾ ਕੇ ਦਿੰਦੇ ਤੁਹਾਨੂੰ ਵੀ ਪੰਜਾਬ 'ਚ ਕੀ ਨੁਕਸ ਹੈ, ਉਹ ਵੀ ਕਹਿ ਕੇ ਨਿਕਲ ਜਾਂਦੇ ਰਹੇ ਅਤੇ ਉਹ ਪੰਜਾਬ ਵਿਚਾਰਾ ਕਿਰਦਾ ਗਿਆ। ਇਹਦਾ ਮਤਲਬ ਵੀ ਹੁਣ ਜਦੋਂ ਅਚਾਨਕ ਉਹ ਸੱਚੀ ਮੁੱਚੀ MRI CT ਸਕੈਨ ਦੂਜੀਆਂ ਤੀਜੀਆਂ ਸਕੈਨਾਂ ਹੋਈਆਂ, ਫਿਰ ਕਦੀ ਕਿਤੇ ਫੋੜਾ ਨਿਕਲ ਆਉਂਦਾ, ਕਦੀ ਕਿਤੇ ਨੁਕਸ ਨਿਕਲ ਆਉਂਦਾ, ਡਾਕਟਰ ਵੀ ਵਿਚਾਰਾ ਸੋਚਦੇ ਰਹੇ ਰਹੇ ਕਿੱਥੇ ਜੀ ਤੁਸੀਂ, ਪਹਿਲਾਂ ਆ ਜਾਂਦੇ ਯਾਰ, ਇੱਦਾਂ ਕਿਉਂ ਕੀਤਾ, ਟਾਈਮ ਨਾ ਆਈਦਾ ਹੁੰਦਾ, ਛੇਤੀ ਕੰਮ ਹੋ ਜਾਣਾ ਸੀ, ਹੁਣ ਤੁਸੀਂ ਖਰਾਬ ਕਰ ਲਿਆ ਕੰਮ। ਆਹੋ ਚਲੋ ਕੋਈ ਗੱਲ ਨਹੀਂ। ਬਾਕੀ ਸੰਧਾਲੀਆ ਸਾਹਿਬ ਇੱਦਾਂ ਕਈ ਵਾਰੀ ਬੰਨਾ ਕਢਾਉਣਾ ਪੈਂਦਾ, ਜਦੋਂ ਬੰਨਾ ਕਢਾਉਣਾ ਪੈਂਦਾ ਥੋੜ੍ਹੀ ਜਿਹੀ ਜ਼ਮੀਨ ਛੱਪੜ 'ਚ ਆ ਜਾਂਦੀ, ਕੋਈ ਟੋਏ 'ਚ ਆ ਜਾਂਦੀ ਆ, ਦੂਜੇ ਪਾਸੇ ਜਿਹੜੀ ਐਨ ਬਣਾਈ ਹੁੰਦੀ ਕਿਸੇ ਨੂੰ ਦੇਣੀ ਪੈਂਦੀ, ਘਬਰਾਉਣਾ ਨਹੀਂ। ਘੱਟੋ ਘੱਟ ਭਵਿੱਖ ਦੀ ਲੜਾਈ ਤਾਂ ਮੁੱਕ ਜੂ। ਕੱਲ੍ਹ ਨੂੰ ਨਿੱਕੇ ਨਿਆਣੇ ਜਿਹੜੇ ਆ ਉਹਨਾਂ ਦੀ ਬੰਨੇ ਕਰਕੇ ਕਿਸੇ ਨਾਲ ਲੜਾਈ ਨੂੰ ਟਾਲੀ ਸਾਡੀ ਸਫੈਦਾ ਤੁਹਾਡਾ, ਸ਼ਤੂਤ ਸਾਡਾ, ਉਹ ਤੁਹਾਡਾ, ਹੈ ਨਾ, ਉਹ ਗੱਲ ਮੁੱਕ ਜਾਂਦੀ ਹੈ। ਹੁਣ ਤੁਸੀਂ ਦੇਖੋ ਕਿ ਇੱਕ ਨਵੇਂ ਕੱਪੜੇ ਦਾ ਰੌਲਾ ਰੱਪਾ ਪਿਆ, ਤੇ ਨਵੇਂ ਕੱਪੜੇ ਦਾ ਰੌਲਾ ਰੱਪਾ ਨਾ ਤਾਂ ਸਰਕਾਰ ਨੇ ਪਾਇਆ ਤੇ ਨਾ ਪੱਤਰਕਾਰਾਂ ਨੇ ਪਾਇਆ, ਤੇ ਉਹ ਰੌਲਾ ਪਿਆ ਇੱਕ ਚਿੱਠੀ ਤੋਂ। ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਸੀ ਤਾਂ ਨਾਲ ਖੇਤੀਬਾੜੀ ਮੰਤਰੀ ਬਣਾਇਆ ਗਿਆ ਸੀ ਰਣਦੀਪ ਸਿੰਘ ਨਾਭਾ ਸਾਹਿਬ ਨੂੰ। ਹੁਣ ਕਾਕਾ ਰਣਦੀਪ ਸਿੰਘ ਨਾਭਾ ਹੋਰੀ ਉਹ ਜਿਹੜੇ MLA, ਇੱਕ ਵਾਰੀ ਮੈਨੂੰ ਚੇਤਾ ਉਹਨਾਂ ਦਾ ਉਦੋਂ ਚਰਚਾ ਚੱਲਿਆ ਸੀ ਜਦੋਂ ਪਟਿਆਲੇ ਤੋਂ ਲੋਕ ਸਭਾ ਦੀ ਇਲੈਕਸ਼ਨ ਸੀ, ਤਾਂ ਉਹ ਕਹਿੰਦੇ ਜੀ ਮੈਂ ਚੋਣ ਲੜਨੀ ਆ, ਕਈ ਮਹੀਨੇ ਪਹਿਲਾਂ, ਕਿਉਂਕਿ ਕੈਪਟਨ ਸਾਹਿਬ ਨਹੀਂ ਸੀ ਬਹੁਤਾ ਹਿਸਾਬ ਜਿਹਾ ਕਰਦੇ ਹੈ ਨਾ, ਉਹ ਕਹਿੰਦੇ ਮੈਂ ਇਲੈਕਸ਼ਨ ਲੜਨੀ ਆ। ਫਿਰ ਚਲੋ ਹੌਲੀ ਹੌਲੀ ਕਰਕੇ ਮਨਾਈ, ਲੋਕਾਂ ਨੂੰ ਪਤਾ ਲੱਗਾ ਯਾਰ MLA ਸਾਹਿਬ ਆਹੋ। ਫਿਰ ਜਦੋਂ ਕੈਪਟਨ ਸਾਹਿਬ ਨੂੰ ਕੁਰਸੀ ਤੋਂ ਲਾਇਆ, ਚੰਨੀ ਸਾਹਿਬ ਨੂੰ ਬਣਾਇਆ ਤੇ ਉਹਨਾਂ ਨੂੰ ਫਿਰ ਖੇਤੀਬਾੜੀ ਮੰਤਰੀ ਦੀ ਕੁਰਸੀ ਦਿੱਤੀ। ਹੁਣ ਉਹਨਾਂ ਦੀ ਇੱਕ ਚਿੱਠੀ ਦਾ ਚਰਚਾ ਹੈ ਕਿ ਉਹਨਾਂ ਨੇ ਐਸੇ ਸਾਲ ਮਾਰਚ ਮਹੀਨੇ ਦੀ ਪਹਿਲੇ ਹਫ਼ਤੇ ਲਾ ਲਓ 6-7 ਤਰੀਕ ਕਿ ਇੱਕ ਚਿੱਠੀ ਲਿਖੀ ਸੀ ਭਾਰਤ ਦੇ ਪ੍ਰਧਾਨ ਮੰਤਰੀ ਮਾਣਯੋਗ ਨਰਿੰਦਰ ਮੋਦੀ ਸਾਹਿਬ ਨੂੰ। ਚਲੋ ਉਹਦੇ ਤੋਂ ਬਾਅਦ ਨਤੀਜਾ ਨਹੀਂ ਸੀ ਆਇਆ ਉਦੋਂ, ਇਹ ਆਪਾਂ ਖਿਆਲ ਰੱਖੀਏ ਖਾਸ ਤੌਰ ਤੇ ਕਿ ਉਹ ਜੇ ਸਰਕਾਰ 'ਚ ਸੀਗੇ। ਤੇ ਉਹਨਾਂ ਨੇ ਚਿੱਠੀ ਲਿਖ ਕੇ ਕਿਹਾ ਕਿ ਦੇਖੋ ਜੀ ਆਹ ਜਿਹੜੇ ਕਣਕ ਦੇ ਵੱਢ ਨੂੰ, ਝੋਨੇ ਦੇ ਵੱਢ ਨੂੰ ਅੱਗ ਲੱਗਦੀ ਹੈ, ਪ੍ਰਦੂਸ਼ਣ ਹੁੰਦਾ ਹੈ, ਪਰਚੇ ਹੁੰਦੇ ਆ, ਬਹੁਤ ਕੁਝ ਹੁੰਦਾ, ਖੇਤੀ ਦਾ ਨੁਕਸਾਨ ਹੁੰਦਾ, ਕਿ ਉਹਨੂੰ ਦਰੁਸਤ ਕਰਨ ਦੇ ਲਈ ਕਿ ਭਾਈ ਉਹ ਜਿਹੜੀ ਫਸਲਾਂ ਦੀ ਰਹਿੰਦ ਖੂੰਹਦ ਆ ਉਹਨੂੰ ਆਪਾਂ ਸਾਂਭਣਾ ਕਿੱਦਾਂ ਹੈ ਤਾਂ ਜੋ ਅੱਗ ਨਾ ਲਾਉਣੀ ਪਵੇ, ਉਹਨੂੰ ਨਸ਼ਟ ਕਿੱਦਾਂ ਕਰਨਾ ਹੈ, ਚੰਗੇ ਤਰੀਕੇ ਖੇਤਾਂ 'ਚ ਗਾਲਣਾ ਕਿੱਦਾਂ ਹੈ, ਕਿ ਉਹਦੇ ਲਈ ਕੇਂਦਰ ਸਰਕਾਰ ਦਿੰਦੀ ਆ ਗ੍ਰਾਂਟ। ਮੈਂ ਬਣਿਆ ਖੇਤੀਬਾੜੀ ਮੰਤਰੀ, ਮੈਂ ਆਣ ਕੇ ਹਿਸਾਬ ਮੰਗਿਆ ਕਿ 1178 ਕਰੋੜ ਰੁਪਈਆ ਆਇਆ, ਕਿ ਮੈਨੂੰ ਮਾੜਾ ਜਿਹਾ ਹਿਸਾਬ ਦਿਓ। ਕਹਿੰਦੇ ਜੀ ਮੈਨੂੰ ਕੋਈ ਹਿਸਾਬ ਨਹੀਂ ਕਿਸੇ ਨੇ ਦਿੱਤਾ, ਇਸ ਕਰਕੇ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਮੈਨੂੰ ਖਦਸ਼ਾ ਹੈ ਕਿ ਇਹ ਪੈਸੇ ਦਾ ਗਬਨ ਹੋ ਗਿਆ, 1178 ਕਰੋੜ ਰੁਪਈਏ ਦਾ ਗਬਨ ਹੋ ਗਿਆ। ਤੇ ਇਹ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੀ ਹੋਈ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਸੀ। ਕਹਿੰਦੇ ਜੀ ਮੈਂ ਜਦੋਂ ਮੰਤਰੀ ਬਣਿਆ ਮੈਨੂੰ ਲੱਗਾ ਸੀ ਪਤਾ ਪੈਸੇ ਆਏ ਆ, ਪਰ ਉਹ ਪੈਸੇ ਵਰਤੇ ਨਹੀਂ ਗਏ ਕਿਉਂਕਿ ਮਸ਼ੀਨਾਂ ਹੋਣੀਆਂ ਸੀ। ਤੁਹਾਨੂੰ ਯਾਦ ਹੋਣਾ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੇ ਸਮੇਂ ਉਹ ਕਹਿੰਦੇ ਸੀ ਜੀ ਕਿ ਮਸ਼ੀਨਾਂ ਆਉਣਗੀਆਂ, ਮਸ਼ੀਨਾਂ ਦੇ ਨਾਲ ਆਪਾਂ ਭਰੀਆਂ ਬਣਾ ਲੈਣੀਆਂ, ਆਹ ਕਰ ਲੈਣਾ। ਮੁੜ ਕੇ ਉਹ ਮਸ਼ੀਨਾਂ ਕਿਤੇ ਨਜ਼ਰ ਨਹੀਂ ਸੀ ਆਈਆਂ, ਪਤਾ ਨਹੀਂ ਉਹ ਕਿੱਧਰ ਗਈਆਂ। ਹੁਣ ਉਹ ਮਸ਼ੀਨਾਂ ਦੇ ਪੈਸੇ ਤਾਂ ਆ ਗਏ, ਮਸ਼ੀਨਾਂ ਨਹੀਂ ਆਈਆਂ, ਪੈਸੇ ਕਿੱਧਰ ਗਏ, ਕਹਾਣੀ ਕੀ ਹੋਈ, ਕਿੱਧਰਲੇ ਪਾਸੇ ਨੂੰ ਗੱਲ ਗਈ, ਹੁਣ ਪਤਾ ਲੱਗਣੀ ਚਾਹੀਦੀ ਹੈ। ਆਹ ਨਹੀਂ ਦੇਖੋ ਜਿੱਦਾਂ ਉਹ ਕਹਿੰਦੇ ਆ ਵੀ ਹੈ ਵੀ ਆ 3-4 ਸਾਲਾਂ ਦਾ ਹਿਸਾਬ ਤਾਂ ਬਹੁਤਾ ਦੂਰ ਦਾ ਨਹੀਂ ਹੈਗਾ। ਆਪਾਂ 1178 ਨੂੰ ਮੋਟਾ-ਮੋਟਾ 1200 ਕਰ ਲੈਂਦੇ, ਸਮਝਣ ਵਾਲਾ ਸੌਖਾ ਹੋ ਜਾਂਦਾ ਕੰਮ। ਹੁਣ ਇਹ ਸਾਰੇ ਸਮੇਂ ਦੇ ਵਿੱਚ ਆਪਾਂ ਜਿਹੜੀ ਇੱਕ ਮੇਜਰ ਚੀਜ਼ ਉਹ ਧਿਆਨ 'ਚ ਲਿਆਈਏ ਵੀ ਇਸੇ ਦੌਰਾਨ ਖੇਤੀ ਅੰਦੋਲਨ ਹੋਇਆ ਜੀ, ਤੇ ਇਸੇ ਦੌਰਾਨ ਹੀ ਪੰਜਾਬ ਦੇ ਵਿੱਚੋਂ ਵਾਰ-ਵਾਰ ਇਸ ਚੀਜ਼ ਦੀ ਬਦਨਾਮੀ ਮੱਥੇ ਵੱਜਦੀ ਰਹੀ ਵੀ ਉਹ ਜੀ ਰਹਿੰਦ ਖੂੰਹਦ ਨੂੰ ਅੱਗ ਲੱਗਦੀ ਆ ਤੇ ਜੀ ਉੱਥੇ ਪੋਲਿਊਸ਼ਨ ਹੁੰਦਾ। ਮੇਰਾ ਖਿਆਲ ਮੈਨੂੰ ਨਹੀਂ ਲੱਗਦਾ ਵੀ ਇੰਡੀਆ ਦਾ ਕੋਈ TV ਚੈਨਲ ਵੀ ਇਹੋ ਜਿਹਾ ਹੋਊਗਾ ਜਿੱਥੇ ਨਹੀਂ ਇਹ ਖਬਰ ਵਿਖਾਈ ਗਈ। ਸਾਡਾ ਧੂੰਆਂ ਹੀ ਸਾਰਿਆਂ ਨੂੰ ਚੜ੍ਹਦਾ ਰਹਿੰਦਾ ਵੀ ਮਤਲਬ ਇਹ ਪੰਜਾਬ ਵਾਲਿਆਂ ਨੇ ਮਤਲਬ ਉੱਥੇ ਅੱਗ ਲਾਈ ਆ ਤੇ ਸਿੱਧਾ ਉੱਥੋਂ ਟੂਟੀ ਲਾ ਕੇ ਦਿੱਲੀ ਛੱਡ ਜਾਂਦੇ, ਰਾਜ ਕਿਤੇ ਧੂੰਆਂ ਨਹੀਂ ਹੁੰਦਾ। ਸਾਰਿਆਂ ਨੂੰ ਬੜਾ ਐਂ ਲੱਗਣਾ ਵੀ ਯਾਰ ਹੱਦ ਹੋ ਗਈ, ਕਮਾਲ ਹੋ ਗਿਆ, ਇਹਦਾ ਕੁਛ ਨਾ ਕੁਛ ਕਰ ਲਓ। ਹਰੇਕ ਨੇ ਬੜੀ ਕੋਸ਼ਿਸ਼ ਕੀਤੀ ਵੀ ਇਹਦਾ ਕੋਈ ਹੱਲ ਹੋਣਾ ਚਾਹੀਦਾ ਜੀ। ਹੁਣ ਤੁਸੀਂ ਇਹ ਦੇਖੋ ਵੀ ਇੱਕ ਪਾਸੇ ਤੇ ਰੌਲਾ ਰੱਪਾ ਹੋਵੇ ਵੀ ਖੇਤੀਬਾੜੀ ਦੇ ਨਾਲ ਜੋ ਕੁਛ ਵੀ ਰਹਿੰਦ ਖੂੰਹਦ ਯਾਰ ਉਹਦਾ ਹੱਲ ਹੋਣਾ ਚਾਹੀਦਾ। ਕੇਂਦਰ ਸਰਕਾਰ ਉਦੋਂ ਇਹ ਸੋਚਦੀ ਹੋ ਵੀ ਯਾਰ ਹਾਂ ਹੱਲ ਕਰਨਾ ਚਾਹੀਦਾ। ਅਗਲਿਆਂ ਨੇ ਆਖਿਆ ਵੀ ਚੱਲ ਕੋਈ ਗੱਲ ਨਹੀਂ ਯਾਰ, ਇਹਦੇ ਲਈ ਜੇ ਕੋਈ ਮਸ਼ੀਨਾਂ ਚਾਹੀਦੀਆਂ, ਜੇ ਕਿਸੇ ਕਿਸਾਨ ਨੇ ਲੈਣੀਆਂ ਜਾਂ ਬੈਂਕ ਤੇ ਲੋਨ ਲੈਣਾ, ਕੋਈ ਚੱਕਰ ਨਹੀਂ, ਪੈਸੇ ਅਸੀਂ ਦੇ ਦਿੰਦੇ, ਬਸ ਅਗਲੇ ਕੰਮ ਕਰਨ ਵਾਲੇ ਬਣਨ ਵੀ ਉਹ ਅੱਗ ਨਾ ਲਾਉਣ। ਸਕੀਮ ਵੀ ਆ ਗਈ, ਪੈਸਾ ਵੀ ਆ ਗਿਆ। ਜੋ ਜੇ ਆਪਾਂ ਨਾਭਾ ਸਾਹਿਬ ਦੀ ਚਿੱਠੀ ਦੇ ਹਿਸਾਬ ਨਾਲ ਵੇਖੀਏ ਜਾਂ ਸਕੀਮ ਦੇ ਹਿਸਾਬ ਨਾਲ ਵੇਖੀਏ, ਹੁਣ ਇਹਦੇ ਦੌਰਾਨ ਇਹ ਖੇਤੀ ਅੰਦੋਲਨ ਚੱਲ ਪਿਆ। ਉਦੋਂ ਵੀ ਕਿਤੇ ਨਾ ਕਿਤੇ ਚਰਚਾ ਸੀ, ਮੀਡੀਆ ਵਾਲੇ ਵੀ ਕਹਿੰਦੇ ਆਪ ਬਤਾएं ਫਿਰ ਇਹ ਉਹ ਖੇਤੀ ਕੋ ਵਹਾਂ ਆਪ आग लगाते हैं, ये करते हैं, ਉਹ ਕਹਿੰਦੇ ਸਾਡੀ ਮਜਬੂਰੀ ਹੈ ਜੀ, ਸਰਕਾਰ ਸਾਡੀ ਬਾਂਹ ਫੜੇ। ਇਹਦਾ ਮਤਲਬ ਉਹਨਾਂ ਚਰਚਾਵਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਤੇ ਉਦੋਂ ਇਹ ਹੋਣਾ ਨਾ ਵੀ ਯਾਰ ਅਸੀਂ ਤੇ ਸਾਰਾ ਕੁਝ ਕਰਨਾ ਹੈ, ਬੰਦੇ ਫੇਮ ਨਹੀਂ ਮੰਨਦੇ। ਅਗਲਿਆਂ ਦੀ ਤੇ ਉਹਨਾਂ ਲੋਕਾਂ ਦੀ ਹੋਗੀ ਨਾ, ਨਾਲੇ ਪੰਜਾਬ ਵਾਲਿਆਂ ਦੀ ਹੋਗੀ, ਨਾਲੇ ਉਹਨਾਂ ਦੀ ਹੋਗੀ ਜਿਹੜੇ ਮਿੱਟੀ ਦੇ ਪੁੱਤ ਨੇ।
ਪਰ ਚੱਲਦਾ ਉੱਪਰ ਕੁਝ ਹੋ ਹੀ ਰਿਹਾ ਯਾਰ, ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਇਹ ਸੰਧਾਲੀਆ ਸਾਹਿਬ ਬਹੁਤ ਨਾ ਗੌਰ ਨਾਲ ਦੇਖਣਾ ਪਊਗਾ। ਤੁਸੀਂ ਦੇਖੋ ਕਿ ਜਦੋਂ ਵੀ ਕਣਕ ਤੇ ਝੋਨੇ ਨੂੰ ਆਪਾਂ ਵੱਢਦੇ ਆ, ਝਾੜਦੇ ਆ, ਮੰਡੀ ਲੈ ਜਾਂਦੇ ਆ, ਉਹਦੇ ਤੋਂ ਬਾਅਦ ਕਈ ਵਾਰੀ ਅੱਧੇ ਸਫ਼ੇ ਦੀਆਂ ਫੋਟੋ ਅਖਬਾਰਾਂ ਤੇ ਛਪਦੀਆਂ ਕਿ ਆਹ ਦੇਖੋ ਜੇ ਅੱਗ ਲਾਈ। ਆ ਪਿਛਲੇ ਦਿਨਾਂ ਦੇ ਵਿੱਚ ਮੈਂ ਜੋੜਨ ਲੱਗਿਆ ਗੱਲ, ਸਕੂਲ ਜਾਂਦੇ ਬੱਚਿਆਂ ਦੀ ਭਰੀ ਵੈਨ ਜੇ ਡਿੱਗ ਪਈ ਸੀ ਨਾ, ਉੱਥੇ ਬੱਚੇ ਵਿਚਾਰੇ ਝੁਲਸੇ ਸੀ, ਰੋਂਦੇ ਵਿਲਕਦੇ ਫਿਰਦੇ ਸੀ। ਇੱਕ ਪੂਰੇ ਦਾ ਪੂਰਾ ਪਰਿਵਾਰ ਸਕੂਟਰ ਮੋਟਰਸਾਈਕਲ ਤੇ ਜਾਂਦਾ ਤਬਾਹ ਹੋ ਗਿਆ ਸੀ ਨਾ, ਕਿ ਅੱਗ ਲੱਗੀ ਹੈ, ਧੂਆਂ ਆ ਗਿਆ, ਉਹ ਵਿੱਚੇ ਡਿੱਗ ਪਿਆ, ਝੁਲਸ ਗਿਆ ਵਿਚਾਰੇ। ਐਕਸੀਡੈਂਟ ਕਿੰਨੇ ਹੋ ਜਾਂਦੇ ਧੂਏ ਦੇ ਕਰਕੇ। ਸਾਰੇ ਦਾ ਸਾਰਾ ਦੋਸ਼ ਕਿਸਾਨ ਦਾ ਨਿਕਲਦਾ ਤੇ ਹੈਗਾ, ਅੱਗ ਉਹਨੇ ਲਾਈ ਹੈ। ਪਰ ਉਹ ਤਾਂ ਪਿੱਟਦਾ, ਕਿਸਾਨ ਤਾਂ ਵਿਲਕਦਾ, ਉਹ ਤਾਂ ਦਹੱਥੜੀਆਂ ਪਿੱਟਦਾ ਕਿ ਭਾਈ ਜਾਂ ਸਾਨੂੰ ਕੁਆਂਟਲ ਦੇ ਮਗਰ 100 ਰੁਪਈਆ ਫਾਲਤੂ ਦੇ ਦਿਓ, ਰੁਪਈਏ ਲੱਗਦੇ ਆ, ਉੱਦਾਂ ਕੰਮ ਨਹੀਂ ਸੂਤ ਆਉਂਦਾ, ਵੱਡਾ ਟਰੈਕਟਰ ਚਾਹੀਦਾ ਪਰਾਲੀ ਨੂੰ ਵਿੱਚੇ ਵਾਹੁਣ ਦੇ ਲਈ, ਉਹਦੇ ਲਈ ਤੇਲ ਲੱਗਦਾ, ਵੀ ਕੁਛ ਹੋਰ ਆ, ਇਦਾਂ ਸੂਤ ਨਹੀਂ ਆਉਂਦਾ, ਪਾਣੀ ਛੱਡਣਾ ਪੈਂਦਾ ਪਰਾਲੀ ਨੂੰ ਗਾਲਣ ਦੇ ਲਈ, ਬੱਤੀ ਉਦੋਂ ਆਉਂਦੀ ਨਹੀਂ ਹੁੰਦੀ, ਦੱਸੋ ਕਰੀਏ ਕੀ, ਜਾਂ ਸਾਨੂੰ ਮਸ਼ੀਨਰੀ ਦੇ ਦਿਓ। ਹੁਣ ਤੁਸੀਂ ਦੇਖੋ ਕਿ ਜਿਹੜਾ ਬੰਦਾ ਥੱਲੇ ਖੇਤੀ ਕਰਦਾ, ਉਹ ਚਾਹੁੰਦਾ ਕਿ ਮੈਨੂੰ ਦੇ ਦਿਓ, ਮੈਂ ਕਣਕ ਨੂੰ ਅੱਗ ਪਰਾਲੀ ਨੂੰ ਨਹੀਂ ਲਾਉਣਾ ਚਾਹੁੰਦਾ, ਝੋਨੇ ਦੀ ਪਰਾਲੀ ਨੂੰ ਨਹੀਂ ਲਾਉਣਾ ਚਾਹੁੰਦਾ। ਉੱਪਰਲੇ ਪਾਸੇ ਸਾਡੀ ਕੇਂਦਰ ਦੀ ਸਰਕਾਰ ਹੈ। ਜੇ ਰਣਦੀਪ ਸਿੰਘ ਨਾਭਾ ਸਾਹਿਬ ਸਾਬਕਾ ਖੇਤੀਬਾੜੀ ਮੰਤਰੀ ਦੀ ਚਿੱਠੀ ਠੀਕ ਹੈ, ਉਹਨਾਂ ਨੇ 1178 ਕਰੋੜ ਰੁਪਏ ਭੇਜ ਦਿੱਤੇ ਕਿ ਭਾਈ ਕਿਸਾਨਾਂ ਦੀ ਗੱਲ ਠੀਕ ਹੈ, ਆਪਾਂ ਪ੍ਰਦੂਸ਼ਣ ਤੋਂ ਬਚਣਾ, ਆਪਾਂ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਚਾਉਣੀ ਹੈ, ਆਪਾਂ ਇਦਾਂ ਦੇ ਹਾਦਸੇ ਵੀ ਬਚਾਉਣੇ ਆ। ਉਹਨਾਂ ਪੈਸੇ ਦੇ ਦਿੱਤੇ, ਇਹਨਾਂ ਤੱਕ ਪੁੱਜੇ ਨਹੀਂ, ਵਿਚਾਲੇ ਖਾਦੇ ਗਏ। ਹੁਣ ਵਿਚਾਲੇ ਖਾਦੇ ਕਿੰਨੇ? ਤੁਸੀਂ ਬਹੁਤ ਚੰਗਾ ਕੀਤਾ, ਖੇਤੀਬਾੜੀ ਅੰਦੋਲਨ ਦਾ ਚੇਤਾ ਕਰਾਇਆ। ਮੈਂ ਸੋਚਦਾ ਕਿ ਕਈ ਬੰਦੇ ਕਿੰਨੇ ਕਰੂਪ ਹੋ ਸਕਦੇ ਆ, ਕਿੰਨੇ ਭ੍ਰਿਸ਼ਟ ਹੋ ਸਕਦੇ, ਕਿੰਨੇ ਜ਼ਾਲਮ ਹੋ ਸਕਦੇ ਆ। 2018 ਦੇ ਵਿੱਚ ਤਕਰੀਬਨ 269 ਕਰੋੜ ਰੁਪਈਆ ਇੱਕ ਸਾਲ ਦੇ ਵਿੱਚ, 365 ਦਿਨ ਹੁੰਦੇ ਆ, ਮੰਨ ਕੇ ਚੱਲੋ ਕਿ ਰੋਜ਼ ਦਾ 90 ਲੱਖ ਰੁਪਈਆ ਆਇਆ, ਇੰਨਾ ਹੀ ਆਇਆ ਨਾ। ਉਹਦੇ ਤੋਂ ਬਾਅਦ 2019 ਦੇ ਵਿੱਚ 271 ਕਰੋੜ ਆਇਆ, 2 ਕਰੋੜ ਵੱਧ ਹੀ ਭੇਜਿਆ ਕੇਂਦਰ ਨੇ। ਉਹਦੇ ਤੋਂ ਬਾਅਦ 303 ਕਰੋੜ ਆਇਆ 2020 ਚ, ਫਿਰ 2021 ਦੇ ਵਿੱਚ 331 ਕਰੋੜ ਆਇਆ। ਹੁਣ 331 ਕਰੋੜ ਇੱਕ ਸਾਲ 'ਚ, 365 ਦਿਨ ਹੁੰਦੇ ਆ। ਮੈਂ ਕਹਿੰਦਾ ਮੰਨ ਕੇ ਚੱਲਦੇ ਕਿ ਰੋਜ਼ ਦਾ ਕਰੋੜ ਰੁਪਈਆ ਭੇਜਦੇ ਸੀ ਉਹ। ਹੁਣ ਉਸ ਕਰੋੜ ਰੁਪਈਏ ਦੀ ਰੋਜ਼ ਦੀ ਮਸ਼ੀਨ ਖਰੀਦਣੀ ਸੀ ਕਿ ਭਾਈ ਇਹ ਖੇਤ ਦੇ ਵਿੱਚੋਂ ਪਰਾਲੀ ਸਾਫ਼ ਕਰੂਗੀ, ਇਹ ਗੰਢਾ ਬੰਨੂਗੀ, ਜਾਂ ਜੋ ਵੀ ਕਰੂਗੀ। ਉਹ ਸਾਨੂੰ ਪੰਜਾਬ ਦੇ 13,000 ਪਿੰਡਾਂ ਦੇ ਵਿੱਚ, ਮੈਂ ਹੋਰ ਅੰਦਾਜ਼ਾ ਲਾ ਕੇ ਦੱਸਦਾ, 11,078 ਕਰੋੜ ਆਇਆ ਨਾ, 1178 ਕਰੋੜ, 13,000 ਪੰਜਾਬ ਦੇ ਪਿੰਡ ਨੇ। ਜਾਣੀ ਹਰ 5-10 ਪਿੰਡਾਂ ਦੇ ਪਿੱਛੇ ਕੋਈ ਇੱਕ ਅੱਧੀ ਮਸ਼ੀਨ ਤਾਂ ਸਾਨੂੰ ਦਿਸਣੀ ਚਾਹੀਦੀ ਸੀ, ਉਹ ਕੋਈ ਵੀ ਨਹੀਂ ਦਿਸੀ। ਇਹਦਾ ਮਤਲਬ ਹੈ ਕਿ ਕਿਸਾਨ ਜਿਹਨੂੰ ਕਿਹਾ ਜਾਂਦਾ ਕਿ ਭਾਈ ਉਹ ਦੋਸ਼ੀ ਹੈ ਸੜਕ ਹਾਦਸਿਆਂ ਦਾ, ਪ੍ਰਦੂਸ਼ਣ ਦਾ, ਫਿਰ ਨਾ ਤਾਂ ਕੇਂਦਰ ਦੀ ਸਰਕਾਰ ਦੋਸ਼ੀ ਹੋਈ, ਨਾ ਬਹੁਤਾ ਕਿਸਾਨ ਦੋਸ਼ੀ ਹੋਇਆ। ਜੇ ਉਹ ਮਸ਼ੀਨਾਂ ਆਈਆਂ ਹੁੰਦੀਆਂ, ਪਰਾਲੀ ਸਾਂਭੀ ਹੁੰਦੀ, ਨਾ ਉਹਨੂੰ ਅੱਗ ਲਾਉਣੀ ਪੈਂਦੀ, ਸਾਡੀ ਜ਼ਮੀਨ ਵੀ ਬਚਦੀ, ਸਾਡੇ ਮਿੱਤਰ ਖੇਤੀਬਾੜੀ ਵਾਲੇ ਕੀੜੇ ਵੀ ਬਚਦੇ, ਸਾਡਾ ਵਾਤਾਵਰਣ ਵੀ ਬਚਦਾ, ਸਾਡਾ ਸਭ ਕੁਝ ਹੀ ਬਚਦਾ। ਹੋਰ ਦੇਖੋ, ਮੈਂ ਕਹਿੰਦਾ ਕਿ ਹੁਣ ਜਾਂਚ ਪੜਤਾਲ ਤਕੜੀ ਹੋਵੇ। ਇੱਕ ਖੇਤੀਬਾੜੀ ਮੰਤਰੀ ਪੁੱਛਦਾ ਹੋਵੇ ਕਿ ਪੈਸੇ ਦਾ ਹਿਸਾਬ ਦਿਓ, ਉਹ ਕਹਿੰਦੇ ਜੀ ਮੈਂ ਅਫੀਸ਼ੀਅਲੀ ਚਿੱਠੀਆਂ ਲਿਖੀਆਂ ਕਿ ਮੈਨੂੰ ਦੱਸੋ, ਕਹਿੰਦੇ ਕਿਸੇ ਨਹੀਂ ਦੱਸਿਆ। ਉਹਦੇ ਤੋਂ ਵੀ ਵੱਡੀ ਗੱਲ, ਉਹ ਕਹਿੰਦੇ ਜੀ ਮੈਂ ਮੰਤਰੀ ਮੰਡਲ 'ਚ ਚਰਚਾ ਕਰਨ ਦੀ ਕੋਸ਼ਿਸ਼ ਕੀਤੀ, ਕਿਨੇ ਨਾ ਸੁਣੀ। ਮੈਂ ਕਹਿੰਦੇ ਜੀ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਦੱਸਿਆ, ਕੌਲਿਆ ਹੀ ਕਿਸੇ ਨੇ ਨਾ, ਫੇਰ ਹੀ ਬੰਦੇ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ। ਜੇ ਉਹਨਾਂ ਚਿੱਠੀ ਲਿਖੀ ਹੈ ਤੇ ਕਪੜਾ ਹੋਇਆ, ਮੈਂ ਕਹਿੰਦਾ ਕਿ ਉਹ ਬਚ ਗਏ ਹੋਣਗੇ ਕਿ ਭਾਈ ਨਹੀਂ ਤਾਂ ਖੇਤੀਬਾੜੀ ਮੰਤਰੀ ਦਾ ਨਾਮ ਵਿੱਚ ਹੀ ਆਉਣਾ ਸੀ। ਬਿਲਕੁਲ ਆਉਣਾ ਸੀ। ਹੁਣ ਉਹਨਾਂ ਤੋਂ ਅਗਲੇ ਪਿਛਲੇ ਜਿੰਨੇ ਨੇ, ਸੰਧਾਲੀਆ ਸਾਹਿਬ ਮਸਲਾ ਛੋਟਾ ਨਹੀਂ, ਅਸੀਂ ਖੇਤੀਬਾੜੀ ਦੇ ਉੱਤੇ ਨਿਰਭਰ ਕਰਦੇ ਹਾਂ। ਖੇਤੀਬਾੜੀ ਅੰਦੋਲਨ ਚੱਲਦਾ ਸੀ, ਦੂਜਾ ਕੋਵਿਡ ਸੀ, ਲੋਕ ਦਾਣੇ ਦਾਣੇ ਨੂੰ ਤਰਸਦੇ ਸੀ। ਜੇ ਉਸ ਸਮੇਂ ਦੌਰਾਨ ਵੀ ਕਿਸੇ ਦੇ ਮਨ 'ਚ ਇਹ ਸੀ ਕਿ ਅਸੀਂ ਪੈਸੇ ਖਾਣੇ ਆ, ਉਹ ਤੋਂ ਫਿਰ ਪੰਜਾਬ ਚਲਾ ਲਓ ਤੁਸੀਂ। ਹਾਂ ਨਹੀਂ, ਇਹ ਗੱਲ ਨੋਟ ਕਰਨ ਵਾਲੀ ਆ। ਇੱਕ ਆਪਾਂ ਮੇਰਾ ਖਿਆਲ, ਕਿਉਂਕਿ ਕਿੰਨੇ ਸਾਲ ਹੋ ਗਏ ਹੁਣ ਤੇ ਗੱਲਾਂ ਕਰਦੇ, ਜਿਹੜੇ ਆਪਣੇ ਪਰਿਵਾਰ ਦੇ ਮੈਂਬਰ ਸ਼ੁਰੂ ਤੋਂ ਸੁਣਦੇ ਆਉਂਦੇ ਹੋਣਗੇ, ਆਪਾਂ ਕਈ ਵਾਰ ਇਹ ਜ਼ਿਕਰ ਕੀਤਾ ਵੀ ਖੇਤੀਬਾੜੀ ਮਹਿਕਮਾ ਜਦੋਂ ਆਪਾਂ ਕੇਂਦਰ 'ਚ ਸੁਣਦੇ ਹਾਂ, ਹਮੇਸ਼ਾ ਖੇਤੀਬਾੜੀ ਮੰਤਰੀ ਹੁੰਦਾ, ਖੇਤੀਬਾੜੀ ਮਹਿਕਮਾ ਹੁੰਦਾ। ਜੇ ਐਡਾ ਵੱਡਾ ਮੰਤਰਾਲਾ ਕੇਂਦਰ 'ਚ ਆ, ਜਿਹਦਾ ਕੰਮ ਹੈ ਵੀ ਯਾਰ ਪੂਰੇ ਦੇਸ਼ ਦੀ ਖੇਤੀ ਦੇਖਣੀ, ਤੇ ਜਿਹੜਾ ਸੂਬਾ ਹੀ ਖੇਤੀ ਤੇ ਚੱਲਦਾ, ਉੱਥੇ ਕੋਈ ਖੇਤੀਬਾੜੀ ਮੰਤਰੀ ਕਦੀ ਕੁਝ ਸੁਣਿਆ ਹੀ ਹੁੰਦਾ ਵੀ ਹਾਂ ਯਾਰ ਕਿਹੜੇ ਖੇਤੀਬਾੜੀ ਮੰਤਰੀ ਸਾਹਿਬ ਨੇ ਵੀ ਇੱਕ ਪ੍ਰੋਪਰ ਖੇਤੀਬਾੜੀ ਦਾ ਮਹਿਕਮਾ ਹੋਵੇ, ਉਹ ਖੇਤੀ ਲਈ ਕੀ ਕੁਝ ਕਰ ਰਿਹਾ। ਆਮ ਤੌਰ ਤੇ ਕਿਸੇ ਨਾ ਕਿਸੇ ਨਾਲ ਅਟੈਚ ਹੁੰਦਾ, ਜੇ ਮੈਂ ਗਲਤ ਨਹੀਂ, ਕਈ ਵਾਰੀ ਕੋਲ ਹੀ ਹੁੰਦਾ ਵੱਡਿਆਂ ਦੇ। ਉਹੀ ਨਾ, ਪਿਛਲੀ ਵਾਰਾਂ ਦਾ ਕੈਪਟਨ ਸਾਹਿਬ ਕੋਲ ਹੀ ਰਿਹਾ ਉਹ 4.5 ਸਾਲ, ਹੈ ਨਾ। ਹੁਣ ਕਹਿਣ ਤੋਂ ਭਾਵ ਇਹ ਹੈ ਕਿ ਵੀ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਵੀ ਕਿਤੇ ਨਾ ਕਿਤੇ ਘੋਖ ਪੜਤਾਲਣ ਦੀ ਲੋੜ ਹੈ ਵੀ ਜੇ ਆਪਾਂ ਇੰਨੇ ਕੀ ਸੁਹਿਰਦੇ ਹਾਂ ਵੀ ਜਿਸ ਚੀਜ਼ ਦੇ ਉੱਪਰ ਆਪਣਾ ਖੇਤੀ ਸੂਬੇ ਦੀ ਜਿਹੜੀ ਕਹਿ ਲਓ ਆਰਥਿਕਤਾ ਚੱਲਦੀ ਹੈ, ਉਹਦੇ ਨਾਲ ਰਿਲੇਟਡ ਉੱਪਰਲੀਆਂ ਸਕੀਮਾਂ ਦਾ ਆਪਾਂ ਕੋਈ ਹਿਸਾਬ ਕਿਤਾਬ ਵੀ ਨਹੀਂ ਲੈਂਦੇ। ਹੁਣ ਜਿੱਦਾਂ ਇਸ ਤੋਂ ਪਹਿਲਾਂ ਆਪਾਂ ਜਦੋਂ ਜ਼ਿਕਰ ਕੀਤਾ ਸੀ ਭਾਵ ਅੰਤਰ ਭਰਪਾਈ ਹੋਈ ਨਾ, ਹਾਲਾਂਕਿ ਉਹ ਖੇਤੀਬਾੜੀ ਅੰਦੋਲਨ ਚੱਲਣ ਤੋਂ ਵੀ ਪਹਿਲਾਂ ਦੀ ਚੱਲਦੀ। ਗੁਆਂਢ ਵਾਲੇ ਹਰਿਆਣੇ ਵਾਲੇ ਪੈਸੇ ਲੈ ਲੈਂਦੇ, ਹੋਰ ਕਈ ਸਟੇਟਾਂ ਨੇ ਪੈਸੇ ਲੈ ਲਏ, ਪਰ ਪੰਜਾਬ ਵਾਲਿਆਂ ਨੇ ਨਹੀਂ ਲਏ। ਵੀ ਪਤਾ ਨਹੀਂ, ਜਾਂ ਤਾਂ ਉਹ ਸਾਡੇ ਵਾਲਿਆਂ ਨੂੰ ਕੋਈ ਕਾਗਜ਼ ਵੱਖਰਾ ਚਾਹੀਦਾ, ਜਾਂ ਜੇ ਕੋਈ ਕਾਗਜ਼ ਅਗਲਾ ਦੇਣ ਦਾ ਕਲਾਗਾ ਕੋਈ ਦਫਾ ਕਰ ਯਾਰ ਪਾਸੇ ਰੱਖ, ਹੋਰ ਦੱਸ ਕਿੱਥੋਂ ਆਉਂਦੇ ਪੈਸੇ।
ਜਾਂ ਤਾਂ ਇਹ ਸਾਰਾ ਕੁਝ ਕੀਤਾ ਕਰਾਇਆ ਗਿਆ ਇਸੇ ਕਰਕੇ ਹੀ ਆ ਕਿ ਵੀ ਜਿਹੜੀਆਂ ਸਕੀਮਾਂ ਉੱਪਰ ਬਣਦੀਆਂ ਵੀ ਨੇ ਉਹ ਲਾਗੂ ਹੋਣ ਦੇ ਲਈ ਆਉਂਦੀਆਂ ਨੇ, ਸਟੇਟ ਉਹਦੇ ਵਿੱਚ ਕੋਈ ਆਪਣਾ ਰੋਲ ਨਹੀਂ ਨਿਭਾਉਂਦਾ ਤੇ ਉਸ ਤੋਂ ਬਾਅਦ ਇੱਕ ਬੜਾ ਸੋਹਣਾ ਬਹਾਨਾ ਲੱਭ ਜਾਂਦਾ, ਦਿੱਲੀ ਪੰਜਾਬ ਨਾਲ ਵਿਤਕਰਾ ਕਰਦੀ ਹੈ, ਧੱਕਾ ਕਰਦੀ। ਹੁਣ ਬੰਦਾ ਪੁੱਛੇ ਹੱਕ ਤੇ ਡਾਕਾ, ਸਵਾਲ ਤੇ ਪੁੱਛੇ ਕੋਈ ਜਾ ਕੇ ਵੀ ਮਹਾਰਾਜ ਇੱਥੇ ਕੌਣ ਕਿਹਦੇ ਨਾਲ ਧੱਕਾ ਕਰ ਰਿਹਾ। ਹੁਣ ਅਗਲਿਆਂ ਨੇ ਪੈਸੇ ਦਿੱਤੇ, ਤੁਹਾਡੇ ਲਈ ਦਿੱਤੇ, ਤੁਸੀਂ ਲੋਕਾਂ ਤੱਕ ਨਹੀਂ ਪਹੁੰਚਾਏ ਜਾਂ ਨਹੀਂ ਲਾਏ, ਨਾਲੇ ਤੇ ਆਪਣੀ ਸਿਹਤ ਵਿਗਾੜੀ, ਨਾਲੇ ਪੈਸਾ ਖੁਰਦ-ਪੁਰਦ ਹੋਇਆ, ਨਾਲੇ ਉਹਨਾਂ ਨੂੰ ਹਿਸਾਬ ਕੋਈ ਨਹੀਂ ਦਿੱਤਾ। ਤੇ ਫਿਰ ਉਦੋਂ ਬਾਅਦ ਆਪਾਂ ਵੋਟਰਾਂ ਨੂੰ ਜਾ ਕੇ ਫਿਰ ਕਹੀਏ ਦਿੱਲੀ ਸਾਡੇ ਨਾਲ ਐਂ ਕਰਦੇ, ਤੇ ਫਿਰ ਲੋਕ ਇੱਕ ਤਰ੍ਹਾਂ ਨਾਲ ਤਾਂ ਬਣਾਏ ਗਏ ਮੂਰਖ ਜੀ। ਨਹੀਂ ਬਿਲਕੁਲ, ਫਿਰ ਮੁੜ ਕੇ ਲੋਕਾਂ ਨੇ ਜੋ ਕੀਤਾ ਸਾਰਿਆਂ ਨੂੰ ਪਤਾ, ਬਹੁਤਾ ਨਹੀਂ ਆਪਾਂ ਉਧਰ ਜਾਂਦੇ, ਨਹੀਂ ਅਸੀਂ ਕਿਉਂ ਜਾਣਾ, ਹਾਂਜੀ ਲੋੜ ਹੀ ਨਹੀਂ ਆਪਾਂ ਨੂੰ, ਆਪਾਂ ਤਾਂ ਕੱਪੜੇ ਦੀ ਗੱਲ ਕਰਨੀ ਆ। ਮੈਂ ਸੰਧਾਲੀਆ ਸਾਹਿਬ ਇੱਕ ਹੋਰ ਵੈਸੇ ਮੇਰੇ ਮਨ ਦੇ ਵਿੱਚ ਆਉਂਦਾ ਸੀ ਕਿ ਜਦੋਂ ਨਾ ਚੱਲਦੀ ਸੀ ਸ਼ਹਿਰਾਂ ਵਾਲੀ ਯੋਜਨਾ, ਕਿਹੜੀ ਸੀ ਯੋਜਨਾ ਜਿਹ ਚੋਂ ਬੜੇ ਸ਼ਹਿਰ ਬਣਾਉਣੇ, ਸਮਾਰਟ ਸਿਟੀ, ਉਹ ਸਮਾਰਟ ਸਿਟੀ ਵਾਲੀ ਯੋਜਨਾ ਦੇ ਵਿੱਚ ਵੀ ਇਦਾਂ ਹੀ ਸੀ ਕਿ ਤੁਸੀਂ ਇੱਕ ਵਾਰੀ ਪੈਸੇ ਲੈ ਲਓ, ਕੁਝ ਪੈਸੇ ਸੂਬਾ ਪਾਓ, ਕੇਂਦਰ ਤੋਂ ਪੈਸੇ ਲਓ, ਉਸ ਤੋਂ ਬਾਅਦ ਤੁਸੀਂ ਆਪਣਾ ਹਿਸਾਬ ਕਰਕੇ ਕੇਂਦਰ ਨੂੰ ਦਿਓ, ਕੇਂਦਰ ਦੀ ਟੀਮ ਆਊਗੀ, ਦੇਖੂਗੀ ਕਿ ਇੰਨੇ ਪੈਸੇ ਨਾਲ ਇੰਨਾ ਕੰਮ ਹੋਣਾ ਚਾਹੀਦਾ ਸੀ, ਹੋਇਆ ਠੀਕ ਹੈ, ਜੇ ਹੋ ਗਿਆ ਅਗਲੀ ਕਿਸ਼ਤ ਲੈ ਲਓ। ਸਾਡੇ ਵਾਲਿਆਂ ਨੇ ਇੱਕ ਵਾਰੀ ਪੈਸੇ ਲੈ ਮੁੜ ਕੇ ਨਾ ਹਿਸਾਬ ਦਿੱਤਾ ਨਾ ਪੈਸੇ ਲੈ। ਨਹੀਂ ਇੱਕ ਵਾਰ ਪੈਸੇ ਲੈ ਫਿਰ ਕੀ ਕੀਤਾ, ਹੋ ਸਕਦਾ ਪੰਜਾਬ ਵਾਲੇ ਪੁੱਛਣ ਵੀ ਯਾਰ ਪੈਸੇ ਲੈ ਫਿਰ ਇਹਨਾਂ ਨੇ ਕੀ ਕੀਤਾ। ਤੁਸੀਂ ਲਗਭਗ ਪੰਜਾਬ ਦੇ ਹਰੇਕ ਸ਼ਹਿਰ 'ਚ ਵੇਖ ਲਓ, ਕੱਲਾ ਪੁਲ, ਕੱਲੀ ਜਿੱਥੇ ਜੇ ਕੋਈ ਮੋਰਲੀ ਸੜਕ ਜਿੱਥੋਂ ਜੋ ਬਾਈਪਾਸ ਤੋਂ ਕੋਈ ਬੱਸਾਂ ਮੁੜਦੀਆਂ ਹੁਣ, ਲੋਕ ਮੁੜਦੇ ਹੁਣ, ਉੱਥੇ ਹੋਰਡਿੰਗ, ਤੁਹਾਡਾ ਸ਼ਹਿਰ ਸਵੱਛ ਹੈ, ਇਹਨੂੰ ਸਵੱਛ ਬਣਾਉਣ 'ਚ ਸਹਿਯੋਗ ਕਰੋ। ਥੱਲੇ ਢੇਰ ਲੱਗਾ ਉਹਦੇ ਬਾਅਦ ਪੁਲਾਂ ਨੂੰ ਰੰਗ ਕਰ ਦਿਓ, ਉਹਦੇ ਤੇ ਉਹ ਬਾਪੂ ਗਾਂਧੀ ਵਾਲੀਆਂ ਐਨਕਾਂ ਸਵੱਛ ਇੱਕ ਪਾਸੇ ਭਾਰਤ ਲਿਖ ਕੇ ਤੇ ਉਹਦੀਆਂ ਫੋਟੋਆਂ ਲਾ ਦਿਓ। ਬਹੁਤਾ ਕੁਝ ਨਾ ਬਣੇ ਤੇ ਫਿਰ 3-4 ਥਾਵਾਂ ਦੇ ਉੱਪਰ ਵੱਡੇ ਜਿਹੜੇ ਲੀਡਰ ਸਾਹਿਬਾਨ, ਅਫਸਰ ਸਾਹਿਬਾਨ ਨੇ, ਉਹ ਝਾੜੂ ਹੱਥ 'ਚ ਫੜ ਕੇ ਫੋਟੋਆਂ ਲਵਾ ਕੇ, ਸਮਾਈਲੀਆਂ ਦੇ ਕੇ, ਤੇ ਉਸ ਤੋਂ ਬਾਅਦ ਉਹਨਾਂ ਦੀਆਂ ਫੋਟੋਆਂ ਦੀਆਂ ਗਾਂ ਮਸ਼ਹੂਰੀਆਂ ਕਰਕੇ ਤੇ ਉਹ ਜਿਹੜਾ ਪੈਸਾ ਹੈ ਉਹਨੂੰ ਟਿਕਾਣੇ ਲਾ ਦਿਓ। ਹੁਣ ਜਦੋਂ ਗੱਲ ਆ ਵੀ ਜੇ ਤੇ ਫਾਈਲਾਂ ਦਾ ਢਿੱਡ ਭਰਨਾ ਤੇ ਹੋ ਸਕਦਾ ਵੀ ਇਹ ਸਾਰਾ ਕੁਝ ਜਦੋਂ ਉੱਪਰ ਗਿਆ ਹੋਊਗਾ, ਤੁਸੀਂ ਦੇਖੋ ਪੰਜਾਬ ਦੇ ਕਿੰਨੇ ਸ਼ਹਿਰ ਦੇ ਕਿੰਨੇ ਥਾਵਾਂ ਦੇ ਕਿੰਨਾ ਕੁਝ ਕੀਤਾ ਗਿਆ ਹੋਊਗਾ, ਅਗਲਿਆਂ ਕੋਲ ਜਦੋਂ ਐਡੀ ਫਾਈਲ ਗਈ, ਉਹ ਤੁਹਾਡਾ ਭਲਾ ਯਾਰ ਪੰਜਾਬ ਵਾਲੋਂ ਨੇ ਤੇ ਬਹੁਤ ਕਰ ਦਿਆ, ਇਹ ਤਾਂ ਬਿਲਕੁਲ ਸਮਾਰਟ ਕਰ ਦਿਆ ਇਹਨਾਂ ਨੇ, ਚਮਕਤਾ ਹੈ ਪੰਜਾਬ, ਹੈ ਨਾ, ਚਮਕਤਾ ਪੰਜਾਬ ਹੈ ਨਾ। ਹੁਣ ਉੱਥੇ ਤਾਂ ਫਾਈਲਾਂ ਦੇ ਹਿਸਾਬ ਨਾਲ ਤੁਸੀਂ ਚਮਕਤਾ ਪੰਜਾਬ ਵਿਖਾਤਾ, ਇਹ ਤਾਂ ਪੰਜਾਬ ਵਾਲਿਆਂ ਨੂੰ ਪਤਾ ਵੀ ਕਿੰਨਾ ਚਮਕਤਾ ਪੰਜਾਬ ਹੋਇਆ। ਇਹ ਸੰਧਾਲੀਆ ਸਾਹਿਬ ਗੱਲ ਜਿਹੜੀ ਹੈ, ਹੁਣ ਪੰਜਾਬ ਦੇ ਲੋਕ ਥੋੜ੍ਹੀ ਜਿਹੀ ਵਿਚਾਰਨ ਕਿ ਕੇਂਦਰ ਜੇ ਪੈਸੇ ਦਿੰਦਾ ਅਸੀਂ ਵਰਤਦੇ ਨਹੀਂ, ਜਦੋਂ ਨਹੀਂ ਦਿੰਦਾ ਪੈਸੇ ਤਾਂ ਅਸੀਂ ਰੌਲਾ ਪਾਉਂਦੇ ਹਾਂ। ਹਰ ਸਾਲ ਸੂਬੇ ਦੀ ਸਰਕਾਰ ਆ, ਮੈਨੂੰ ਲੱਗਦਾ ਕਿ ਕੰਮ ਹੀ ਆਨਲਾਈਨ ਚੱਲਦਾ ਰਿਹਾ, ਵਿਹਲੇ ਸੀ ਸਾਰੇ, ਕੋਈ ਕੰਮ ਨਹੀਂ ਸੀ, ਨਾ ਰੈਲੀ ਸੀ, ਨਾ ਰੋਡ ਸ਼ੋਅ ਸੀ, ਨਾ ਉਦੋਂ ਫੀਤੇ ਕੱਟਣੇ ਸੀ, ਨਾ ਉਦੋਂ ਟਰੋਫੀਆਂ ਵੰਡਣੀਆਂ ਸੀ, ਕੋਈ ਕੰਮ ਨਹੀਂ ਸੀ, ਘਰੇ ਬੈਠੇ ਵਿਹਲੇ ਸੀ। ਆਪਣੇ ਅਫਸਰਾਂ ਤੋਂ ਆਨਲਾਈਨ ਰਿਕਾਰਡ ਤੁਸੀਂ ਮੰਗਵਾਇਆ ਨਹੀਂ ਕਿ ਭਾਈ ਇਸ ਸਾਲ ਦੱਸੋ ਕੇਂਦਰ ਨੇ ਕਿੰਨੇ ਪੈਸੇ ਕਿਹੜੇ ਡਿਪਾਰਟਮੈਂਟ ਲਈ ਦਿੱਤੇ ਆ, ਸਾਲ ਦੇ ਵਿੱਚ ਇੱਕ ਵਾਰੀ ਹਿਸਾਬ ਕਰਦੇ, ਪਤਾ ਲੱਗਦਾ ਕਿ ਭਾਈ ਪੰਜਾਬ 'ਚ ਕਿੱਥੇ। ਮੈਨੂੰ ਇਹ ਗੱਲ ਚੇਤੇ ਆਉਂਦੀ ਹੈ, ਇੱਕ ਵਾਰੀ ਮੇਰਾ ਖਿਆਲ ਆ ਕਿ ਅਦਾਲਤ ਦੇ ਵਿੱਚ ਵੀ ਮਸਲਾ ਗਿਆ ਸੀ ਕਿ ਤੁਸੀਂ ਭਾਈ ਕੀ ਕਰਦੇ ਹੋ ਪਰਾਲੀ ਸੜਨ ਤੋਂ ਰੋਕਣ ਦੇ ਲਈ। ਉਦੋਂ ਕੁਝ ਬੰਦੇ ਪੇਸ਼ ਕਰ ਦਿੱਤੇ ਸੀ, ਸਰਕਾਰ ਇਹੀ ਸੀ, ਮੈਨੂੰ ਜੀ ਮਸ਼ੀਨ ਦਿੱਤੀ, ਮੈਨੂੰ ਜੀ ਕੈਸ਼ ਪੈਸੇ ਦਿੱਤੇ, ਥੋੜ੍ਹੇ ਜਿਹੇ ਬੰਦੇ ਅਸੀਂ ਇਹਨਾਂ ਨੂੰ 2-2 ਹਜ਼ਾਰ ਰੁਪਈਆ ਦਿੱਤਾ ਹੀ, ਅਸੀਂ ਇਹਨਾਂ ਨੂੰ 3-3 ਹਜ਼ਾਰ ਰੁਪਈਆ ਦਿੱਤਾ ਹੀ। ਉਹ ਯਾਰ ਜੇ ਤੁਸੀਂ ਮਸ਼ੀਨਾਂ ਦਿੱਤੀਆਂ, ਤੁਸੀਂ ਪੈਸੇ ਦਿੱਤੇ ਆ, ਤਾਂ ਫਿਰ ਪਰਾਲੀ ਨੂੰ ਅੱਗ ਕੌਣ ਲਾਈ ਜਾਂਦਾ। ਜਾਣੀ ਆਈ ਵਾਸ਼ ਕਹਿੰਦੇ ਹੁੰਦੇ ਉਹਨੂੰ, ਧੋਖਾ ਦੇਣਾ। ਆਈ ਵਾਸ਼ ਵੀ ਕਿੱਥੇ ਹੋਇਆ ਹੀ ਨਹੀਂ ਗਾ, ਉਹ ਵੀ ਮਤਲਬ ਉਂਗਲਾਂ, ਨਹੀਂ ਆਈ ਵਾਸ਼ ਤਾਂ ਹੋਇਆ ਜੋ ਧੂੰਆਂ ਨਿਕਲਦਾ ਅੱਖਾਂ 'ਚੋਂ ਪਾਣੀ ਨਿਕਲ, ਆਈ ਵਾਸ਼ ਨਹੀਂ ਹੁੰਦਾ। ਨਹੀਂ ਉਂਗਲਾਂ ਜਿਹੀਆਂ ਗਿੱਲੀਆਂ ਕਰਕੇ ਚਲੋ ਨਾਲ ਲੱਗਦੀ ਗੱਲ। ਅਸੀਂ ਫਿਰ ਕਹਿੰਦੇ ਆ ਸਾਨੂੰ ਨਹੀਂ ਪਤਾ ਕਿਹਨੇ ਖਾਦੇ, ਪਰ ਉੱਪਰੋਂ ਪੈਸੇ ਆਏ ਆ, ਸਾਨੂੰ ਥੱਲੇ ਦੀਦੇ ਨਹੀਂ, ਕਿਤੇ ਗਏ ਆ, ਜਿੱਥੇ ਗਏ ਆ, ਜਿਹਦੀ ਜੇਬ 'ਚ ਗਏ ਚੱਕ ਕੇ ਬੰਦਾ ਅੰਦਰ ਕਰੋ, ਉਹਦੀ ਪ੍ਰਾਪਰਟੀ ਜ਼ਬਤ ਕਰੋ, ਪੰਜਾਬ ਦੇ ਖਜ਼ਾਨੇ ਚਲਾਓ, ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਪਰਾਲੀ ਸਾੜਨ ਤੋਂ ਰੋਕਣ ਲਈ ਫਿਰ ਕੰਮ ਕਰੋ ਭਾਈ। ਹਾਂ, ਐਂਡ ਇਹ ਗੱਲ, ਇਹ ਦੋਸ਼ ਕਾਕਾ ਰਣਦੀਪ ਸਿੰਘ ਨਾਭਾ, ਕਾਂਗਰਸ ਪਾਰਟੀ ਦੇ ਲੀਡਰ ਤੇ ਸਾਬਕਾ ਖੇਤੀਬਾੜੀ ਮੰਤਰੀ ਪੰਜਾਬ, ਉਹਨਾਂ ਦੀ ਚਿੱਠੀ ਕਹਿੰਦੀ ਹੈ। ਹਾਂ, ਇਸ ਕਰਕੇ ਮੈਂ ਆ ਗਿਆ ਵੀ ਯਾਰ ਇਹ ਕਹਿੰਦਾ ਕੌਣ ਦੱਸੀ ਜਾਂਦਾ ਯਾਰ ਤੁਹਾਨੂੰ, ਹੈ ਨਾ, ਵੀ ਉਹ ਉਹਨਾਂ ਦੀ ਗੱਲ ਹੈ, ਉਹ ਆਪਸ ਦੇ ਵਿੱਚ ਕਰ ਲੈਣ। ਹੁਣ ਮੈਨੂੰ ਲੱਗਦਾ ਵੀ ਇੱਥੇ ਸਭ ਤੋਂ ਵੱਡਾ ਬਿਆਨ ਜਿਹੜਾ ਪਹਿਲਾ ਬਿਆਨ ਆਉਣਾ ਚਾਹੀਦਾ ਉਹ ਤੇ ਕਾਂਗਰਸ ਪਾਰਟੀ ਵਾਲੇ ਪਾਸੇ ਆਉਣਾ ਚਾਹੀਦਾ, ਕਿਉਂਕਿ ਉਹਨਾਂ ਦੇ ਲੀਡਰ ਨੇ ਐਂਡ ਉਹਨਾਂ ਦੀ ਸਰਕਾਰ ਰਹੀ ਹੈ, ਉਹ ਜ਼ਰੂਰ ਇਹਦੇ ਵਿੱਚ ਮੇਰੇ ਖਿਆਲੋਂ ਕੋਈ ਨਾ ਕੋਈ ਐਕਸਪਲੇਨੇਸ਼ਨ ਦੇਣਗੇ। ਕੇਂਦਰ ਨੂੰ ਉਹਨਾਂ ਨੇ ਜਾਂਚ ਕਰਨ ਦੇ ਲਈ ਕਿਹਾ, ਕੇਂਦਰ ਕਿਉਂਕਿ ਜਾਂਚ ਜੇ ਹੋਈ ਤਾਂ ਪਿਛਲਿਆਂ ਦੇ ਖਿਲਾਫ ਹੋਣੀ ਹੈ, ਖਿਲਾਫ ਕਾਹਦੀ ਹੋਣੀ ਹੈ, ਪਤਾ ਲੱਗਣਾ ਹੈ ਪਿਛਲੇ ਨੇ ਭਾਈ। ਚਲੋ ਆਪਾਂ ਉਧਰਲੇ ਪਾਸੇ ਨਹੀਂ ਜਾਂਦੇ, ਹੁਣ ਪਿਛਲੇ ਕਿੱਧਰ ਨੇ, ਆਪਾਂ ਇਹ ਗੱਲ ਕਰਦੇ ਚਲੋ ਆਪਾਂ ਗੱਲ ਕਰਦੇ ਹਾਂ ਕਿ ਹੁਣ ਦੇਖੋ ਤੁਸੀਂ ਜੇ ਉੱਪਰਲੇ ਪਾਸੇ 1178 ਕਰੋੜ ਦਾ ਘਪਲਾ ਤੇ ਥੱਲੇ ਵੀ ਥੋੜੇ ਜਿਹਾ ਕਰੋੜ ਦਾ ਘਪਲਾ, ਕਹਿੰਦੇ 10-12 ਕਰੋੜ ਦਾ। ਪਟਿਆਲਾ ਸ਼ਾਹੀ ਜ਼ਿਲ੍ਹਾ ਸ਼ਹਿਰ ਹੈ, ਉਹਦੇ ਵਿੱਚ ਪਾਤੜਾਂ ਦੇ ਵਿੱਚ ਮੇਰੇ ਖਿਆਲ ਮਿਲ ਵੀ ਹੈ, ਇਸ ਕਰਕੇ ਵੀ ਬੜਾ ਚਰਚਾ ਦੇ ਵਿੱਚ ਰਹਿੰਦਾ। ਹੁਣ ਪਾਤੜਾਂ ਦੇ ਵਿੱਚ ਪਨਗਰੇਨ ਦਾ ਇੱਕ ਗਡਾਊਨ ਹੈ, ਉਹਦੇ ਬਾਬਤ ਕਹਿੰਦੇ ਕਈ ਵਾਰੀ ਸ਼ਿਕਾਇਤਾਂ ਜੀਆਂ ਮਿਲੀਆਂ ਸੀ ਕਿ ਉੱਥੇ ਕਣਕ ਦੀਆਂ ਬੋਰੀਆਂ ਰੱਖੀਆਂ ਪਰ ਕਾਗਜ਼ਾਂ ਦੇ ਵਿੱਚ ਜਿੰਨੀਆਂ ਉਨੀਆਂ ਉੱਥੇ ਹੈ ਨਹੀਂ। ਸੰਧਾਲੀਆ ਸਾਹਿਬ ਕਮਾਲ ਦੀ ਗੱਲ ਕਿ ਜਦੋਂ ਜਾਂਚ ਵਿੱਚ ਪੜਤਾਲ ਕੀਤੀ, ਫਿਜ਼ੀਕਲ ਵੈਰੀਫਿਕੇਸ਼ਨ ਕਿ ਦੇਖੀਏ ਜੀ 1 ਬੋਰੀ 2 ਬੋਰੀ 3 ਬੋਰੀ 4 ਬੋਰੀ,
ਉਹ ਮੇਰੇ ਖਿਆਲ 35-36 ਹਜ਼ਾਰ ਬੋਰੀ ਕਣਕ ਦੀ ਭਰੀਓ ਬੋਰੀ ਘੱਟ ਨਿਕਲੀ। 8 ਲੱਖ ਖਾਲੀ ਬੋਰੀਆਂ ਵੀ ਕਹਿੰਦੇ ਜੇ ਇੱਧਰੋਂ ਖੁਰਦ-ਬੁਰਦ ਕਰ ਦਿੱਤੀਆਂ। ਹਾਂ ਦੇਖੋ ਕਾਰਨ ਤਾਂ ਇਹੀ ਹੈ ਨਾ ਵੀ ਇਹ ਜਿਹੜਾ ਮਤਲਬ ਆਮ ਤੌਰ 'ਤੇ ਨਾ ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਜਿਹੜੇ ਡਾਕਟਰ ਤੇ ਲਗਭਗ ਆਪਣੇ ਪੰਜਾਬ ਦੇ ਵਿੱਚ ਹਰੇਕ ਪਿੰਡ 'ਚ ਹੈਗਾ, ਉਹਦੇ ਕੋਲ ਜਦੋਂ ਵੀ ਕੋਈ ਪੇਟ ਦੀ ਨਾਲ ਰਿਲੇਟਡ ਕੋਈ ਸੰਬੰਧਿਤ ਪ੍ਰੋਬਲਮ ਕਰਦਾ ਅਗਲਾ ਕਹਿੰਦਾ ਹਾਜ਼ਮਾ ਤੇਰਾ ਠੀਕ ਨਹੀਂ ਨਾ 4 ਦਿਨ ਨਾ ਹੁਣ ਥੋੜੀ ਜਿਹੀ ਪਤਲੀ ਜਿਹੀ ਦਾਲ ਦੂਲ ਖਾਓ, ਖਿਚੜੀ ਖੁਜੜੀ ਖਾਓ ਜੀ। ਵੀ ਜਿਹੜਾ ਤੇ ਆਮ ਵਿਚਾਰਾ ਮਾਤੜ ਬੰਦਾ ਉਹਨੂੰ ਤੇ ਕਿਤੇ ਕਿਤੇ ਹੋਰ ਕੁਝ ਨਹੀਂ, ਕੋਈ ਲਾਗ ਦੇ ਵਿਆਹ ਤੋਂ ਕੋਈ ਰੋਟੀ ਖਾ ਕੇ ਆ ਜੇ ਤੇ ਉਹਦਾ ਪੇਟ ਹਾਜ਼ਮਾ ਖਰਾਬ ਹੋ ਜਾਂਦਾ। 2 ਦਿਨ ਕਹਿੰਦੇ ਹੁਣ 2 ਦਿਨ ਨਹੀਂ ਕੁਝ ਖਾ, ਮਸਾਲੇਦਾਰ ਬਹੁਤ। ਇਹ ਪਤਾ ਨਹੀਂ ਵੀ ਕਿਹੜੇ ਲੋਕ ਨੇ ਜਿਨ੍ਹਾਂ ਦਾ ਐਸਾ ਹਾਜ਼ਮਾ ਯਾਰ ਪਈ ਨਾ ਕੋਈ ਛਕਿਆ ਜਾਂਦਾ ਤੇ ਡਕਾਰ ਵੀ ਨਹੀਂ ਵੱਜਦਾ। ਮੈਂ ਸੰਧਾਲੀਆ ਸਾਹਿਬ ਹੋਰ ਸੋਚਦਾ ਸੀ ਆਪਣੇ ਘਰਾਂ ਦੇ ਵਿੱਚ 5-6 ਬੋਰੀਆਂ 7-8 ਬੋਰੇ, ਉਹਨਾਂ ਨੂੰ 7-7 8-8 ਗੰਢਾ ਮਾਰ ਕੇ ਐਨ ਚੰਗੀ ਤਰ੍ਹਾਂ ਝਾੜ ਕੇ, ਕਈ ਵਾਰੀ ਬੋਰੇ ਧੋ ਕੇ, ਆਹੋ ਖਾਦ ਵਾਲੇ ਧੋ ਕੇ ਬੋਰੇ, ਉਹਨਾਂ ਨੂੰ ਫਿਰ ਚੰਗੀ ਤਰ੍ਹਾਂ ਸਾਂਭ ਕੇ ਰੱਖੋ, ਕਿਤੇ ਕੰਮ ਆਉਣਗੇ। ਉਹੀ ਨਹੀਂ ਸੂਤ ਆਉਂਦੇ ਹੁੰਦੇ। ਇੱਥੇ 7,90,000 ਖਾਲੀ ਬੋਰੀਆਂ, ਯਾਨੀ ਕਿ ਲੋਕਾਂ ਨੂੰ ਰੋਟੀ ਨਹੀਂ ਪਚਦੀ ਹੁੰਦੀ, ਇਹਨਾਂ ਨੂੰ 7,90,000 ਖਾਲੀ ਬੋਰੀਆਂ ਤੇ 36-37,000 ਕਣਕ ਦੀਆਂ ਭਰੀਆਂ ਬੋਰੀਆਂ ਜਿਹੜੀਆਂ ਨੇ ਉਹੀ ਪਚਾ ਗਏ। ਜਦੋਂ ਵੈਰੀਫਿਕੇਸ਼ਨ ਹੋਈ ਨਾ ਉੱਥੇ ਜਾ ਕੇ ਸੰਧਾਲੀਆ ਸਾਹਿਬ, ਪਤਾ ਲੱਗਾ ਕਿ ਜਦੋਂ ਲੋਕਡਾਊਨ ਸੀ, ਫਿਰ ਕੋਵਿਡ ਦੀ ਗੱਲ ਆ ਗਈ। ਤੁਸੀਂ ਦੇਖੋ ਲੋਕ ਸੜਕਾਂ ਤੇ ਮਰਦੇ ਸੀ, ਰੇਲ ਗੱਡੀਆਂ ਦੇ ਥੱਲੇ ਆ ਕੇ ਮਰਦੇ ਸੀ, ਭੁੱਖੇ ਮਰਨ ਸੀ, ਦਵਾਈ ਨਹੀਂ ਸੀ ਲੱਭਦੀ, ਕੋਈ ਪਰਿਵਾਰ ਦਾ ਜੀ ਕਿਤੇ ਫਸ ਗਿਆ, ਕੋਈ ਕਿਤੇ ਫਸ ਗਿਆ, ਰੋਂਦੇ ਕਰਲਾਉਂਦੇ ਐਂ ਲੱਗਦਾ ਹੀ ਦੁਨੀਆ ਖਤਮ ਹੈ ਅੱਗੇ। ਉਦੋਂ ਵੀ ਲੋਕਾਂ ਦੇ ਜਾਲੀ ਗੂਠੇ ਲਾ ਕੇ ਕਹਿੰਦੇ ਜੀ ਆ 2 ਰੁਪਏ ਕਿਲੋ ਹੀ ਕਣਕ ਦਿੱਤੀ ਹੈ ਤੇ ਵੇਚਦੇ ਬਾਜ਼ਾਰ ਦੇ ਵਿੱਚ ਰਹੇ। ਤੇ ਹੁਣ 4 ਅਫਸਰਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਹੋਇਆ, ਮੈਂ ਤਾਂ ਕਹਿੰਦਾ ਕਿ ਲੱਗੇ ਹੱਥ ਜੇ ਵੇਲ ਹੈਗਾ ਤਾਂ ਸਾਰੇ ਹੀ ਗਡਾਊਨ ਜਿਹੜੇ ਆ ਉਹਨਾਂ ਦੀ ਫਿਜ਼ੀਕਲੀ ਵੈਰੀਫਿਕੇਸ਼ਨ ਹੋ ਜਾਣੀ ਚਾਹੀਦੀ ਆ। ਤੇ ਜੇ ਕਹਿਣ ਬੰਦੇ ਘੱਟ ਆ, ਠੇਕੇ ਤੇ ਰੱਖ ਲਓ 2 ਮਹੀਨੇ ਦੇ ਲਈ, ਪੰਜਾਬ ਦੇ ਨੌਜਵਾਨ ਬਥੇਰੇ ਨੇ, ਕਿਉਂਕਿ ਜਦੋਂ ਤੱਕ ਭਰਤੀਆਂ ਮੁਕੰਮਲ ਹੋਣੀਆਂ ਇਹੀ ਕੰਮ ਕਰਾ ਲਓ, ਨਾਲ 4 ਪੈਸੇ ਬਣਨਗੇ, ਤੁਹਾਨੂੰ ਪਤਾ ਲੱਗ ਜੂ ਕਣਕ ਝੋਨਾ ਗਿਆ ਕਿਤੇ। ਨਾਲੇ ਇੱਕ ਗੱਲ ਹੋਰ ਆਪਾਂ ਇੱਥੇ ਬੇਨਤੀ ਕਰੀਏ, ਮੈਨੂੰ ਤੇ ਇਹ ਯਾਦ ਆ ਵੀ ਚਲੋ ਅੱਜ ਨਹੀਂ ਅੱਜ ਤੋਂ ਜਦੋਂ ਵੀ ਕਿਤੇ ਜਿੱਦਾਂ ਦਾ ਆਪਣਾ ਸਮਾਜ ਜਿਹੜੀ ਉਹਦੇ ਵਿੱਚ ਧਾਰਨਾ, ਮੈਂ ਉਹਦੇ ਹਿਸਾਬ ਨਾਲ ਗੱਲ ਕਰਨ ਲੱਗਾ ਵੀ ਬੰਦਾ ਜਦੋਂ ਇਸ ਦੁਨੀਆ ਤੋਂ ਚਲੇ ਜਾਂਦਾ ਫਿਰ ਉੱਪਰ ਜਾ ਕੇ ਉਹਦਾ ਹਿਸਾਬ ਹੁੰਦਾ ਵੀ ਹਾਂ ਬਈ ਤੂੰ ਕੀ ਕੁਛ ਕੀਤਾ ਤੇ ਤੂੰ ਆਹ ਕੀਤਾ ਤੇ ਤੂੰ ਆਹ ਕੀਤਾ। ਮੈਨੂੰ ਐਂ ਲੱਗਦਾ ਵੀ ਜਿਹੜੇ ਬੰਦੇ ਨੇ ਇੱਥੇ ਕੋਈ ਇੱਦਾਂ ਦੀ ਕੋਈ ਹਿਸਾਬ ਕਿਤਾਬ ਹੋਊਗਾ ਅੱਜ ਤੋਂ ਜਦੋਂ ਵੀ ਕਿਤੇ ਉੱਪਰ ਜਾ ਕੇ ਹਿਸਾਬ ਹੋਊਗਾ, ਅਚਾਨਕ ਬਾਕੀ ਸਾਰੇ ਹਿਸਾਬ ਕਿਤਾਬ ਦੇ ਚੱਲਦਿਆਂ ਨਾ ਇੱਕ ਚੂਹਾ ਵੀ ਹੋਣਾ ਉੱਥੇ ਖਲੋਤਾ। ਉਹ ਕਹਿੰਦਾ 1 ਮਿੰਟ ਜਨਾਬ ਪਹਿਲਾਂ ਮੇਰੀ ਗੱਲ ਸੁਣ ਲਿਓ। ਕਹਿੰਦਾ ਵੀ ਤੇਰਾ ਕੀ ਚੱਕਰ ਇਹਦੇ ਨਾਲ, ਕੀ ਲੈਣ ਦੇਣਾ ਤੇਰਾ ਬਈ? ਉਹ ਕਹਿੰਦੇ ਜਨਾਬ ਸਾਡਾ ਸਾਰੀ ਕੌਮ ਹੀ ਇਹਨੇ ਮੈਨੂੰ ਬੰਦੇ ਨੇ ਬਦਨਾਮ ਕਰਤੀ। ਉਹ ਕਹਿੰਦੇ ਚੱਕਰ ਕੀ ਬਣਿਆ? ਕਹਿੰਦੇ ਜੀ ਚੱਲਦਾ ਕੁਝ ਹੋਰ ਰਿਹਾ, ਨਾ ਸਾਡਾ ਲਾਉਂਦੇ ਰਹੇ ਵੀ ਅਸੀਂ ਖਾ ਗਏ, ਅਸੀਂ ਕਿਤੇ ਕੀ ਖਾਦਾ, ਕੁਝ ਵੀ ਨਹੀਂ। ਖਾਣ ਵਾਲਿਆਂ ਨੇ ਜੋ ਖਾਦਾ ਉਹਨਾਂ ਦੇ ਬਾਰੇ 'ਚ ਕਰੋ, ਚਲੋ ਥੱਲੇ ਤੇ ਹਿਸਾਬ ਨਹੀਂ ਹੋਇਆ, ਘੱਟੋ ਘੱਟ ਮਹਾਰਾਜ ਤੁਸੀਂ ਹਿਸਾਬ ਕਰ ਦਿਓ। ਹੋ ਸਕਦਾ ਵੀ ਚੂਹਾ ਵੀ ਸ਼ਿਕਾਇਤ ਲਾਵੇ। ਨਹੀਂ, ਚੂਹੇ ਨੇ ਤਾਂ ਡੋਰੀ ਸ਼ਿਕਾਇਤ ਲਾਉਣੀ ਆ। ਉਹ ਜੇ ਉਹਨਾਂ ਨੇ ਕਿਹਾ ਯਾਰ ਤੇਰਾ ਕੋਈ ਗੱਲ ਨਹੀਂ, ਇੱਥੇ ਵੱਡੀ ਗੱਲ ਕਾਹਦੀ ਜੀ? ਉਹ ਇੱਕ ਵਾਰੀ ਬਿਹਾਰ 'ਚ ਥਾਣੇ ਵਾਲਿਆਂ ਨੇ ਸਾਨੂੰ ਬਦਨਾਮ ਕਰਤਾ, ਅਸੀਂ ਤਾਂ ਖਾਂਦੇ ਪੀਂਦੇ ਕੁਝ ਨਹੀਂ, ਉਹ ਕਹਿੰਦੇ ਜੀ ਥਾਣੇ 'ਚ ਰੱਖੀ ਸ਼ਰਾਬ ਤੁਸੀਂ ਪੀ ਗਏ ਆ। ਆਹ ਕਹਿੰਦਾ ਵੀ ਚਲੋ ਦਾਣੇ ਤੇ ਮੰਨਿਆ, ਸਾਨੂੰ ਤਾਂ ਸ਼ਰਾਬ ਵੀ ਪਿਆਈ ਹਾਂ, ਵੀ ਸਾਨੂੰ ਬਦਨਾਮੀ ਬੜੀ ਹੋ ਗਈ ਸਮਾਜ ਦੇ ਵਿੱਚ ਸਾਡੀ। ਹੁਣ ਦੇਖੋ ਸੰਧਾਲੀਆ ਸਾਹਿਬ, ਕਹਾਣੀ ਇੱਥੇ ਰੁਕਣੀ ਨਹੀਂ ਚਾਹੀਦੀ। ਉਹਦਾ ਕਾਰਨ ਕੀ ਹੈ ਕਿ ਜੇ ਆਪਣੀਆਂ ਗਡਾਊਨ ਦੇ ਵਿੱਚੋਂ ਅਨਾਜ ਗੁੰਮ ਹੋ ਜਾਂਦਾ, ਖਾਲੀ ਬੋਰੀਆਂ ਤੱਕ ਗੁੰਮ ਹੋ ਜਾਂਦੀਆਂ, ਉਧਰਲੇ ਪਾਸੇ ਜੇ ਬਾਹਰੋਂ ਆ ਕੇ ਅਨਾਜ ਸਸਤੇ ਭਾਅ ਦਾ ਖਰੀਦ ਕੇ ਮਹਿੰਗੇ ਭਾਅ ਦਾ ਇੱਥੇ ਵਿਕੀ ਜਾਂਦਾ ਹੈ, ਬਾਹਰੋਂ ਆਇਆ ਜਿਹੜਾ ਗਰੰਟਾਂ ਨਾਲ ਸੰਦ ਸਵੇੜਾ ਖਰੀਦਣ ਦੀ ਅਗਲ ਤੇ ਪਤਾ ਨਹੀਂ ਕਿਹਦੀ ਕੋਠੀ ਬਣ ਜਾਂਦੀ ਹੈ। ਇਹਦਾ ਮਤਲਬ ਹੈ ਕਿ ਕੰਮ ਤਾਂ ਕਿਤੇ ਦੂਸਰੇ ਤਰੀਕੇ ਦਾ ਚੱਲਦਾ ਰਿਹਾ ਨਾ, ਦੂਸਰੇ ਤੀਸਰੇ ਤਰੀਕੇ ਦਾ, ਤੇ ਉਹਦੇ ਨਾਲ ਪੰਜਾਬ ਦੇ ਲੋਕ ਜਿਹੜੇ ਆ ਉਹ ਨੁਕਸਾਨੇ ਗਏ, ਮੁੜ ਕੇ ਕਰਜ਼ੇ ਲਈ ਗਏ ਜੀ, ਨਹੀਂ ਬਚਦਾ ਕੁਛ ਨਹੀਂ ਜੀ, ਇੱਧਰ ਉੱਧਰ ਕੁਛ ਨਹੀਂ। ਬੰਦੇ ਦਬਲ ਦੇਣੇ ਚਾਹੀਦੇ ਆ। ਇੱਕ ਵਾਰੀ ਇਮਾਨਦਾਰੀ ਦੇ ਨਾਲ ਸਮਾਂਬੱਧ ਜਾਂਚ ਪੜਤਾਲ ਕਰਾ ਕੇ ਬੰਦੇ ਇੱਕ ਵਾਰੀ ਚੱਕ ਕੇ ਅੰਦਰ ਦੇ ਦਿਓ। ਭਵਿੱਖ ਦੇ ਵਿੱਚ ਜੇ ਕੋਈ ਮੰਨ ਲਓ ਇੰਸਪੈਕਟਰ ਸਾਹਿਬ ਗਡਾਊਨ ਦੇ ਵਿੱਚ ਤੁਰੇ ਵੀ ਫਿਰਦੇ ਆ, 3 ਦਾਣੇ ਕਣਕ ਦੇ ਬਾਹਰ ਡਿੱਗੇ ਆ, ਬੰਦਾ ਆਪ ਚੱਕ ਕੇ ਵਿੱਚ ਪਾਵੇ ਕਿ ਨਹੀਂ ਭਾਈ ਇਹਦਾ ਭਾਰ ਨਾ ਕੱਢ ਜਾਵੇ ਕਿਤੇ। ਨਹੀਂ, ਇੱਥੋਂ ਇੱਕ ਗੱਲ ਤੇ ਅੰਦਾਜ਼ਾ ਲਾਉਂਦੇ ਆਪਾਂ, ਉਦੋਂ ਵੀ ਜ਼ਿਕਰ ਕਰਦੇ ਹੁੰਦੇ ਵੀ ਆਮ ਬੰਦੇ ਕੋਲ ਵੀ ਉਹੋ ਹੀ 12-14 ਘੰਟੇ ਹੁੰਦੇ ਆ, ਤੇ ਜਿਹੜਾ ਬੰਦਾ ਜਿਸ ਕੁਰਸੀ ਤੇ ਬੈਠਾ ਉਹਦੇ ਲਈ ਉਹ ਵੀ 12-14 ਘੰਟੇ। ਪਰ ਜਦੋਂ ਆਪਾਂ ਸਰਕਾਰ ਚਲਾਉਣੀ, ਜਦੋਂ ਆਪਾਂ ਸਟੇਟ ਚਲਾਉਣਾ, ਜਾਂ ਉਹਦੇ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ, ਉਦੋਂ ਜੇ ਬੰਦਾ ਕਿਤੇ ਹੋਰ ਨਾ ਕੰਮਾਂ 'ਚ ਰੁੱਝਾ ਰਹੇ ਤੇ ਯਾਰ ਉਹ ਕਿੱਥੋਂ ਉਹ ਕੰਮ ਕਰ ਲੂਗਾ। ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਇਹਨਾਂ ਹਿਸਾਬ ਕਿਤਾਬ ਇੱਧਰੋਂ ਉੱਧਰ, ਸੱਜਿਓਂ ਖੱਬੇ, ਖੱਬਿਓਂ ਸੱਜੇ, ਖੱਬਿਓਂ ਸੱਜੇ, ਸੱਜਿਓਂ ਖੱਬੇ, ਖੱਬਿਓਂ ਫੇਰ ਸੱਜੇ, ਬੰਦੇ ਸੁਣਿਆ ਯਾਰ ਤੁਸੀਂ ਇੱਦਾਂ ਕਿਤੇ ਯਾਰ ਇੰਨਾ ਕਰਨਾ ਵੀ ਤਾਂ ਫੇਰ ਹੀ ਕਿਤੇ ਜਾ ਕੇ ਹਿਸਾਬ ਰਲੂਗਾ। ਹੁਣ ਤੁਸੀਂ ਇਹ ਦੇਖੋ ਵੀ ਮਾਤੜ ਬੰਦੇ ਕੋਲ ਤੇ ਹੋਰ ਕੋਈ ਨਹੀਂ, 10,000 ਰੁਪਈਆ ਆ ਜੇ ਤੇ ਉਹਨੂੰ ਪਤਾ ਲੱਗਦਾ ਵੀ ਯਾਰ ਖਰਚੀਏ ਕਿੱਥੇ, ਹੁਣ ਕਰੀਏ ਕੀ ਇਹਦਾ। ਰਾਤ ਨੂੰ ਗਿਣ ਕੇ ਸੌਂਦੇ, ਸਵੇਰ ਨੂੰ ਫੇਰ ਗਿਣਦੇ ਆ। ਹਾਂ, ਹੈ ਨਾ। ਤੇ ਉਹਦੇ 'ਚ ਚੱਕਰ ਇੱਕ ਇਹ ਵੀ ਹੁੰਦਾ ਕਿ ਵੀ ਉਹ 10,000 ਰੁਪਈਆ ਇਹ ਨਹੀਂ ਆ ਵੀ ਕੋਈ ਵੈਸੇ ਦੇ ਗਿਆ, ਉਹ ਵੀ ਕਿਸੇ ਨਾ ਕਿਸੇ ਹਿਸਾਬ ਦਾ ਹੀ ਹੁੰਦਾ ਵੀ ਯਾਰ ਉਹ ਲੈਣੇ ਸੀ ਉਦੋਂ ਦੇ ਬੰਦੇ ਨੇ, ਹੁਣ ਜਾ ਕੇ ਦੇ ਗਿਆ, ਚੱਲ ਕੋਈ ਨਹੀਂ ਪੈਸੇ ਮੋੜ ਆਏ। ਇੱਧਰ ਤੇ ਇਹ ਵੀ ਹੁੰਦਾ ਵੀ ਉਹ ਹਿਸਾਬ ਕਿਸੇ ਹੋਰ 'ਚ ਲੱਗਣੇ ਆ, ਫਿਰ ਇਹ ਵੀ ਕਰਨਾ ਵੀ ਜਿੱਧਰ ਲੱਗਣੇ ਸੀ ਉਹ ਵੀ ਪੂਰਾ ਰਹੇ ਜਾਂ ਨਜ਼ਰ ਆਵੇ ਪੂਰਾ, ਫਿਰ ਜਿੱਧਰ ਉਹ ਲਾਉਣੇ ਨੇ ਉਧਰ ਵੀ ਕੋਈ ਨਾ ਕੋਈ ਥਾਂ ਲੱਭ ਕੇ ਲਾਉਣੇ ਨੇ। ਤੇ ਇੰਨੇ ਕੰਮ ਦੇ ਵਿੱਚੋਂ ਤੁਸੀਂ ਆਪ ਅੰਦਾਜ਼ਾ ਲਾਓ ਵੀ ਜੇ ਬੰਦਾ ਆਖੇ ਵੀ ਯਾਰ ਅਸਲ 'ਚ ਲੋਕਾਂ ਦੇ ਬਾਰੇ ਸੋਚਣਾ ਹੀ,
ਕਿਹੜਾ ਟਾਈਮ ਲੱਗਦਾ ਵੀਰ ਜੀ, ਕਿੱਥੇ ਯਾਰ? ਦੇਖੋ ਤੁਹਾਡੇ ਨਾਲ ਨਹੀਂ ਰਲ ਸਕਦੇ ਲੀਡਰ ਸਾਹਿਬ ਅਸੀਂ। ਨਹੀਂ, ਤੁਸੀਂ ਰਲੋ ਤਾਂ ਸਹੀ, ਉਹਦਾ ਕਾਰਨ ਕਦੇ ਰਲ ਕੇ ਤਾਂ ਦੇਖੋ ਤੁਸੀਂ। ਆ ਮੁੜ ਕੇ 4 ਦੀ ਜਗ੍ਹਾ 5 ਹੋਣੇ ਸੀ ਉੱਥੇ FIR 'ਚ। ਆਮ ਬੰਦੇ ਦੀ ਤਾਂ ਜਿਹੜਾ ਹੋ ਸਕਦਾ ਆਪਣੇ ਨਾਲ ਬਹੁਤੇ ਪਰਿਵਾਰ ਦੇ ਮੈਂਬਰ ਸਹਿਮਤ ਹੀ ਹੋਣ। ਇਹ ਕਦੇ 1178 ਕਰੋੜ, ਕਦੇ 12 ਕਰੋੜ, ਕੱਲ ਪਤਾ ਨਹੀਂ 800 ਕਰੋੜ। ਮਾੜੇ ਬੰਦੇ ਦੇ ਹਾਲਾਤ ਤਾਂ ਇਹ ਨਹੀਂ, ਮਾੜੇ ਬੰਦੇ ਦੇ ਮਤਲਬ ਮੇਰੇ ਵਰਗੇ ਦੇ ਸਾਰਿਆਂ ਦੇ ਇੱਕ ਨੋਟ ਪਾਇਆ ਹੁੰਦਾ ਸ਼ਗਨ ਵਾਲੇ ਲਿਫਾਫੇ 'ਚ, ਉਹਨੂੰ ਵੀ ਜਾਂਦੇ ਜਾਂਦੇ ਉਹਨਾਂ ਦੇ ਘਰ ਤੱਕ 7 ਵਾਰੀ ਐਂ ਕਰਕੇ ਦੇਖਣਾ ਕਿਤੇ 2 ਦਿਨ ਹੀ ਜੁੜੇ ਹੋ। ਇਹ ਆਮ ਹੀ ਹੁੰਦਾ। ਹਾਂ ਹੁੰਦਾ ਆ ਆਮ ਹੀ। ਨਹੀਂ ਤੁਸੀਂ ਦੇਖੋ 800 ਕਰੋੜ, ਉਹਦੇ ਚੋਂ 8 ਵੀ ਲਾ ਦਿਓ ਤੇ ਕਰੋੜ ਵੀ ਲਾ ਦਿਓ, ਉਹ ਜਿਹੜਾ ਵਿਚਲਾ ਇੱਕ 100 ਦਾ ਨੋਟ ਇੰਨਾ ਹੁੰਦਾ, ਉਹ ਗੁਰੂਓ ਫਿਰ 100 ਸ਼ਗਨ ਦੇਣਾ ਪਿਆ ਯਾਰ। ਯਾਰ ਕੀ ਕਰੀਏ ਯਾਰ, ਕੀ ਕਰੀਏ ਗੁਰੂਓ। ਚਲੋ ਹੁਣ ਫਿਰ ਅਗਲਿਆਂ ਸੱਦਿਆ ਸੀ, ਫਿਰ ਹੁਣ ਜਾਣਾ ਤੇ ਪੈਣਾ ਹੈ। ਜੇਬ ਦੇ ਵਿੱਚ ਪਾਏ ਵੀ ਉਹਦੇ ਕਾਰਡ ਦੇ ਵਿੱਚ ਐਂ ਕਰਕੇ ਦੇਖਿਆ ਯਾਰ ਕਿਤੇ ਜੁੜਦਾ ਨਹੀਂ ਗਿਆ ਯਾਰ, ਹੈ ਹੀ ਤੇਰੇ ਕੋਈ ਕਿਸੇ ਜੁੜ ਕਿੱਥੋਂ ਜਾਊਗਾ। ਅੱਛਾ ਰਲਦੀ ਮਿਲਦੀ ਗੱਲ ਸੰਜੇ ਪੋਪਲੀ ਸਾਹਿਬ ਦੀ ਵੀ ਕਰ ਲਈਏ। ਕਰ ਲਓ, ਅਜੇ ਕੱਲ ਵਾਲੇ ਦੇ 35 ਕਿੱਲਿਆਂ ਵਾਲਾ ਸਾਹਿਬ ਬਾਪੂ ਦਾ ਰਲ ਨਹੀਂ ਡਿਆ। ਨਹੀਂ ਅਰੇ ਤੁਸੀਂ ਫੇਰ ਛੇੜ, ਠੀਕ ਹੈ ਮੈਨੂੰ ਪਤਾ ਹੈ ਬੰਦੇ ਨੇ ਜਿੱਥੋਂ ਤੁਰ, ਮੈਂ ਤਾਂ ਨਾ ਬਾਪੂ ਛੱਡ ਆਓ ਜੇ ਕਿਤੇ ਬੈਠਾ ਅਜੇ ਵੀ ਤੁਹਾਨੂੰ 1 ਮਿੰਟ ਦਿੱਤਾ। ਟੈਲੀਵਿਜ਼ਨ ਦੇ ਅੱਗੇ ਬਾਪੂ ਨਾਲ ਨਜ਼ਰ ਆਵੇ, ਕੱਲ ਵਾਲੇ 35 ਕਿੱਲੇ ਰਲ ਲਿਆ, ਜੇ ਹੋਰ ਬੰਦੇ ਨੇ ਦੱਸਣਾ ਸਾਹਿਬ, ਉਦੋਂ ਬਾਅਦ ਮੈਂ ਫਿਰ ਦੱਸੂ ਕਿੰਨੇ ਕਿੱਲੇ ਬੰਦੇ। ਮੈਂ ਹੋਰ ਕਿਆ ਦੱਸਦਾ, ਬਾਪੂ ਨੂੰ ਐਵੇਂ ਬਾਹਾਂ ਤੋਂ ਫੜ ਕੇ ਖੜਾ ਮੰਜਾ ਹੀ ਅੰਦਰ ਕਰਿਆ ਕਿਉਂਕਿ ਬਾਪੂ ਨੂੰ ਟਾਈਮ ਲੱਗਦਾ ਨਾ, ਮੇਰੇ ਤੋਂ ਹੁਣ ਰੁਕ ਨਹੀਂ ਹੋਣਾ। ਨਹੀਂ ਦੱਸੋ ਤੁਸੀਂ। ਅੱਛਾ ਟਾਲਣਾ ਸੰਧਾਲੀਆ ਸਾਹਿਬ, ਮੈਨੂੰ ਐ ਲੱਗਦਾ ਕਿ ਇਹ ਸਾਰੇ ਬੰਦੇ ਜਦੋਂ ਇਹਨਾਂ ਦੇ ਵਿੱਚੋਂ ਕੋਈ ਉੱਪਰ ਜਾਣਾ ਨਾ, ਧਰਮਰਾਜ ਨੇ ਉੱਠ ਕੇ ਖੜਾ ਹੋ ਜਾਣਾ, ਕਹਿਣਾ ਯਾਰ ਮੇਰੇ ਤਾਂ ਅੱਗੇ ਨਹੀਂ ਹਿਸਾਬ ਰਲਦਾ, ਇਹਨਾਂ ਨੇ ਰਲਾ ਦੇਣਾ, ਬੈਠ ਤੂੰ 5 ਮਿੰਟ ਚਾਹੇ ਗੋਲਜੀਆ ਕਰਕੇ ਰਲਾ ਦੇ। ਆਹ ਵੀ ਯਾਰ ਆਹ ਬੰਦੇ ਕੋਈ ਇੱਧਰ ਲੈਣ 'ਚ ਲੱਗੇ ਨੇ, ਇਹਨਾਂ ਦੇ ਨਾ ਪਾਪਾਂ ਵਾਲਾ ਹਿਸਾਬ ਨਹੀਂ ਰਲ ਲਿਆ, ਇਹਦੇ ਬਹੁਤ ਮੱਥਾ ਮਾਰਾ। ਕੋਈ ਗੱਲ ਨਹੀਂ ਆ ਰਿਹਾ, ਮੈਨੂੰ ਦਿਓ ਮੌਕਾ ਤੇ ਰਲਾਉਂਦੇ ਵੀ ਜਦ ਤੱਕ ਤੁਸੀਂ ਕੜਾਹੇ ਥਲੇ ਮਾੜੀ ਨਾ ਅੱਗ ਵਧਾ ਦਿਓ, ਜਿਹੜਾ ਉੱਬਰ ਦਾ ਤੇਲ ਥੋੜਾ ਹੈ। ਅੱਛਾ ਸੰਧਾਲੀਆ ਸਾਹਿਬ, ਸੰਜੇ ਪੋਪਲੀ ਸਾਹਿਬ ਦਾ ਕੱਲ ਜ਼ਿਕਰ ਕੀਤਾ ਸੀ ਕਿ ਉਹਨਾਂ ਤੇ ਦੋਸ਼ ਲੱਗਾ, ਜੇ ਸਾਬਿਤ ਨਹੀਂ ਹੋਇਆ ਕਿ 7 ਕਰੋੜ ਦੇ ਵਿੱਚੋਂ ਨਵੇਂ ਸ਼ਹਿਰ ਦਾ ਸੀਵਰੇਜ ਸੀ ਕਿ 1% ਮੰਗਦੇ ਸੀ, ਅੱਧੇ ਦੇਤੇ ਅੱਧੇ ਦੇਣੇ ਸੀ, ਅਗਲਿਆਂ ਸ਼ਿਕਾਇਤ ਕਰਤੀ, ਬੰਦਾ ਚੱਕ ਲਿਆ, 4 ਦਿਨ ਦਾ ਰਿਮਾਂਡ। ਹੁਣ 2 ਹੋਰ ਬੰਦੇ ਆਏ ਹਰਿਆਣੇ ਦੇ ਨਹੀਂ, ਉਹਨਾਂ ਦੇ ਵਿੱਚੋਂ ਇੱਕ ਰਜੇਸ਼ ਕੰਸਟਰਕਸ਼ਨ ਕੰਪਨੀ ਕੁਛ ਇਦਾਂ ਦਾ ਉਹਦਾ ਮਾਲਕ ਹੈ। ਉਹ ਕਹਿੰਦੇ ਜੀ ਦੇਖੋ ਮੇਰੀ ਵੀ ਬੇਨਤੀ ਸੁਣੋ, ਉਹ ਕਹਿੰਦੇ ਜੀ 2 ਸ਼ਹਿਰ ਪੰਜਾਬ ਦੇ, ਇੱਕ ਮਰਿੰਡਾ, ਦੂਜਾ ਤਲਵਾੜਾ। ਤਲਵਾੜਾ ਸੋਹਣਾ ਕਿਉਂਕਿ ਉਧਰਲੇ ਪਾਸੇ ਕੰਢੀ ਏਰੀਆ 'ਚ ਪੈਂਦਾ, ਹਿਮਾਚਲ ਦੇ ਨਾਲ ਲੱਗਦਾ, ਬਹੁਤ ਸਾਰੇ ਲੋਕ ਜਿਹੜੇ ਦੁਆਬੇ ਦੇ ਉੱਥੇ ਘੁੰਮਣ ਵੀ ਜਾਂਦੇ ਆ। ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਕਹਿੰਦੇ ਜੀ ਸੀਵਰੇਜ ਪੈਣਾ ਸੀ, 16 ਕਰੋੜ ਰੁਪਏ ਦਾ ਉਹਦਾ ਟੈਂਡਰ ਸੀਗਾ। ਮੈਂ ਕਹਿੰਦੇ ਜੀ ਮੈਨੂੰ ਠੇਕਾ ਮਿਲ ਗਿਆ, ਮੈਂ ਉੱਥੇ ਸੀਵਰੇਜ ਪਾਤਾ, ਤੇ ਮੈਨੂੰ ਇਸੇ ਅਧਿਕਾਰੀ ਸਾਹਿਬ ਨੇ ਕਹਿੰਦੇ ਜਲੰਧਰ ਇੱਕ ਹੋਟਲ 'ਚ ਸੱਦਿਆ, ਤੇ ਉੱਥੇ ਕਹਿੰਦੇ ਜੀ 2%। ਮੈਂ ਦੇਖਦਾ ਵੀ ਜਾਣੀ ਰਕਮਾਂ 'ਚ ਕਿੰਨਾ ਫਰਕ ਆ, ਪਹਿਲੇ ਤੋਂ 1%, ਇਹ ਤੋਂ 2%, ਤੇ 2% 16 ਕਰੋੜ ਦਾ ਫਿਰ 32 ਲੱਖ ਬਣਿਆ। ਇੰਨੇ ਹੋਇਆ ਫਿਰ, ਹੈ ਨਾ, 32 ਲੱਖ ਰੁਪਈਆ। ਉਹ ਕਹਿੰਦੇ ਜੀ 32 ਲੱਖ ਮੰਗਦੇ ਸੀ, ਤੇ ਨਾਲ ਮੈਨੂੰ 2 ਧਮਕੀਆਂ ਦਿੱਤੀਆਂ। ਇੱਕ ਤਾਂ ਕਹਿੰਦੇ ਫਿਰ ਪੇਮੈਂਟ ਰੁਕ ਜਾਣੀ ਆ, ਦੇਖ ਲੈ ਜੇ ਨਹੀਂ ਦੇਣੀ ਤਾਂ ਤੂੰ ਤਾਂ ਦਿੱਤੇ ਹੀ ਹੋਣੇ ਆ, ਠੇਕੇਦਾਰ ਨੇ ਉਹਨੂੰ ਵੀ ਦਿੱਤਾ ਹੋਣਾ, ਕਾਰੀਗਰ ਨੂੰ ਵੀ, ਲੇਬਰ ਨੂੰ ਵੀ, ਸੀਮੈਂਟ ਵਾਲੇ ਨੂੰ ਵੀ, ਬਜਰੀ ਵਾਲੇ ਨੂੰ ਵੀ, ਰੇਤਾ ਵਾਲੇ ਨੂੰ ਵੀ, ਤੂੰ ਫਿਰ ਆਪਣਾ ਹਿਸਾਬ ਲਾ ਲਾ। ਦੂਸਰਾ ਕੇਸ 'ਚ ਫਸਾ ਦਿਆਂਗੇ, ਕਹਿੰਦੇ ਸਾਡੇ ਕੋਲ ਚੱਕਰ ਬਹੁਤ ਹੁੰਦੇ ਆ। ਮੈਂ ਕਹਿੰਦੇ ਜੀ ਉਸੇ ਵੇਲੇ 5 ਲੱਖ ਰੁਪਈਆ ਆਪਣੇ ਕਿਸੇ ਮਿੱਤਰ ਤੋਂ ਫੜਿਆ, ਅਫਸਰ ਸਾਹਿਬ ਦੇ ਜਿਹੜੇ ਭੇਜੇ ਹੋਏ ਬੰਦੇ ਨੂੰ ਦਿੱਤਾ, ਤੇ ਖਹਿੜਾ ਛੜਾਇਆ ਕਿ ਬਾਕੀ ਫਿਰ ਦੇ ਦੇਣਾ। ਹੁਣ ਸੰਧਾਲੀਆ ਸਾਹਿਬ ਚਰਚਾ ਇਹ ਵੀ ਚੱਲਦੀ ਹੈ ਕਿ ਸੰਜੇ ਪੋਪਲੀ ਸਾਹਿਬ ਜਿੱਥੇ ਜਿੱਥੇ ਵੀ ਕਹਿੰਦੇ ਆ ਕਿ ਥੋੜੇ ਸਮੇਂ ਦੇ ਲਈ ਜਿਹੜੇ ਮੁੱਖ ਮੰਤਰੀ ਬਣੇ ਸੀ, ਉਹਨਾਂ ਨੇ ਸੀਵਰੇਜ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਲਿਆਂਦਾ ਸੀ ਉਸ ਸਰਕਾਰ ਦੇ ਵੇਲੇ। ਹੁਣ ਕਿ ਜਿੰਨੇ ਵੀ ਉਹਨਾਂ ਨੇ ਟੈਂਡਰ ਪਾਸ ਕੀਤੇ ਆ, ਕਿਹਨੂੰ ਕੀਤੇ ਆ, ਮਟੀਰੀਅਲ ਕਿੱਥੇ ਲੱਗਾ, ਹੋਰ ਕੌਣ-ਕੌਣ ਨਾਲ ਸੀ। ਕਈ ਕਹਿੰਦੇ ਲੀਡਰ ਵੀ ਝੋਲੇ 'ਚ ਕੱਪੜੇ ਜਿਹਾ ਪਾਈ ਫਿਰਦੇ ਆ, ਕਈ ਅਫਸਰ ਵੀ ਪਾਈ ਫਿਰਦੇ ਆ, 2-3 ਚੋਂ ਨੂੰ ਪੁੱਛਿਆ ਵੀ ਆ, ਕਈ ਕਹਿੰਦੇ ਜੀ ਬਾਹਰੋਂ ਬਾਹਰ ਨਿਬੇੜ ਲਓ, ਕਈ ਕਹਿੰਦੇ ਜੀ ਅੰਦਰ ਨਿਬੇੜ ਲਓ, ਪਰ ਨਿਬੇੜ ਲਓ ਸਾਡਾ ਨਾਂ ਨਾ ਆ ਜਾਵੇ। ਦੇਖੋ ਗੱਲ ਇਹ ਆ ਵੀ ਇਹ ਹੁਣ ਆਪਾਂ ਨੂੰ ਮੇਰਾ ਖਿਆਲ ਮੋਟਾ-ਮੋਟਾ ਆਪਾਂ ਅੱਧ ਤੋਂ ਵੱਧ ਪ੍ਰੋਗਰਾਮ ਨਿਬੇੜ ਲਿਆ, ਅਜੇ ਤੱਕ ਆਪਾਂ ਘਬਲਿਆਂ 'ਚੋਂ ਬਾਹਰ ਨਹੀਂ ਨਿਕਲੇ, ਤੁਸੀਂ ਅੰਦਾਜ਼ਾ ਲਾਓ। ਠੀਕ ਹੈ, ਅਜੇ ਆਪਾਂ ਗੱਲਾਂ ਹੀ ਕਰਨਾ ਹੈ, ਖਬਰ ਹੀ ਹੈ, ਸਿਰਫ ਖਬਰਾਂ ਹੀ ਸੁਣਾਉਣਾ ਹੈ। ਨੋਟ ਕੋਈ ਨਹੀਂ ਦਿਖਾਇਆ ਆਪਾਂ, ਨਾ ਨੋਟ ਲਿਆ ਨਾ ਦਿੱਤਾ, ਨਾ ਆਪਣੇ ਕੋਲ ਕੋਈ ਹਿਸਾਬ ਹੀ ਹੈ, ਨਾ ਕੋਈ ਪੈਨ ਕਾਪੀ ਆ। ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਜੇ ਇਹ ਸਾਰਾ ਕੁਝ ਹਿੱਸਾ ਇਹ ਉੱਦਾਂ ਹੀ ਆ ਜਿੱਦਾਂ ਮੈਂ ਸਟਾਰਟਿੰਗ 'ਚ ਉਦਾਹਰਨ ਦਿੱਤੇ ਵੀ ਉਹ ਬੰਦੇ ਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਵਿਖਾ ਕੇ ਲਿਆਉਂਦੇ ਹਾਂ ਹਸਪਤਾਲ, ਉਹ ਸਵੇਰੇ ਤੜਕੇ ਲੈ ਵੀ ਖਾਲੀ ਪੇਟ ਲਿਆਓ, ਆਪਾਂ ਕਰਨੀ ਆ ਸਕੈਨਿੰਗ। ਉਹ ਅੰਦਰ ਬੰਦੇ ਨੇ ਖੜਿਆ ਵੀ ਉਹ ਜਿਹੜਾ ਵੀ ਕੋਈ ਵਿਚਾਰਾ ਡਾਕਟਰ, ਕੋਈ ਨਰਸ ਭੈਣ ਜੀ ਬਾਹਰ ਆਉਂਦੇ, ਉਹ ਪਰਿਵਾਰ ਵਾਲਾ ਉੱਠ ਕੇ ਖੜੇ, ਕੀ ਕਿੱਦਾਂ ਹੁਣ, ਕਿੱਦਾਂ ਅੱਗੇ ਨਾਲੋਂ? ਉਹ ਕਹਿੰਦੇ ਜੀ ਬਸ ਆਹ ਪਰਚੀ ਹੁਣ ਇੱਕ ਟੈਸਟ ਆਇਆ, ਇਹਦੇ 'ਚ ਵੀ ਨੁਕਸ ਆਇਆ, ਇੱਕ ਹੋਰ ਕਰਨਾ ਪੈਣਾ ਜੀ, ਕੋਈ ਗੱਲ ਨਹੀਂ ਤੁਸੀਂ ਬੈਠੋ। ਇਹ ਜਿਸ ਹਿਸਾਬ ਨਾਲ ਕੰਮ ਚੱਲ ਪਿਆ, ਮੈਨੂੰ ਤਾਂ ਐਂ ਲੱਗਦਾ ਵੀ ਕਿਤੇ ਡਾਕਟਰ ਜਵਾਬ ਹੀ ਨਾ ਦੇ ਦੇਣ ਵੀ ਨਹੀਂ ਯਾਰ ਸਾਡੇ ਹੱਥ ਖੜੇ, ਸਾਡੇ ਕੋਲੋਂ ਕਾਇਮ ਨਹੀਂ ਹੋਣਾ, ਜੋ ਹੈਗਾ ਇੱਦਾਂ ਹੀ ਰਹਿਣਾ ਹੈ। ਮੈਨੂੰ ਇਹ ਤਾਂ ਨਹੀਂ ਪਤਾ, ਤੁਸੀਂ ਜਦੋਂ ਸਕੈਨਿੰਗ ਦੀ ਗੱਲ ਕਰਦੇ ਸੀ, ਅੱਜ ਕੱਲ੍ਹ ਇੱਕ ਚੁਟਕਲਾ ਬੜਾ ਪ੍ਰਚਲਿਤ ਹੈ। ਉਹ ਬੰਦਾ ਕਹਿੰਦਾ ਜੀ ਮੈਂ ਕੁਝ ਖਾਣ ਲੱਗਿਆ ਸੀ, ਹਸਪਤਾਲ ਬਾਹਰ ਬੈਠਾ, ਇੱਕ ਨਿਆਣਾ ਕਹਿੰਦੇ ਜੀ ਐਂ ਦੇਖੇ ਮੇਰੇ ਵੱਲ, ਬਹੁਤ ਛੋਟਾ ਜਿਹਾ ਬੱਚਾ, ਤੇ ਐਂ ਦੇਖੇ, ਕਹਿੰਦੇ ਮੇਰੇ ਤੋਂ ਭੁੱਖ ਨਾ ਉਹਦੀ ਦੇਖੀ ਕਿ ਮੈਂ ਉਹਨੂੰ ਉਹ ਖਾਣ ਨੂੰ ਦੇ ਦਿੱਤਾ।
ਮਿੰਟ ਕਹਿੰਦੇ 2 ਹੋਏ ਤਾਂ ਉਹਦੀ ਮਾਂ ਅੰਦਰੋਂ ਡਾਂਗ ਚੱਕੀ ਆਵੇ ਅੰਦਰ ਕਿਤੇ ਪਰਚੀ ਪੁਰਚੀ ਕਟਾਉਣ ਗਈ ਹੋਣੀ ਆ। ਤੇ ਮੈਂ ਕਿਹਾ ਵੀ ਗੱਲ ਕੀ ਬੀਬੀ, ਮੈਂ ਤਾਂ ਭੁੱਖਾ ਹੀ ਨਿਆਣਾ। ਕਹਿੰਦੀ ਮੈਂ ਉਹਨੂੰ 60 ਕਿਲੋਮੀਟਰ ਤੋਂ ਭੁੱਖੇ ਢਿੱਡ ਸਕੈਨਿੰਗ ਕਰਾਉਣ ਲਈ ਟੈਸਟ ਕਰਾਉਣੇ ਦੂਰ ਵਾਕਲਾਤ। ਮੈਂ ਤਾਂ ਇਹੀ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਹੁਣ ਜਾਂਚ ਪੜਤਾਲ ਕਰਨੀ ਹੈ, ਤੁਹਾਨੂੰ ਭੁੱਖੇ ਢਿੱਡ ਜਾਣਾ ਪੈਂਦਾ, ਭੁੱਖੇ ਢਿੱਡ ਜਾਓ, ਟੈਸਟ ਕਰਾਉਣ ਤੋਂ ਪਹਿਲਾਂ ਕਿਸੇ ਤੋਂ ਲੈ ਕੇ ਨਹੀਂ ਖਾਣਾ। ਨਹੀਂ ਇਹ ਤਾਂ ਫਿਰ ਇਹ ਆ ਵੀ ਉਹ ਮਾਤਾ ਵੀ ਨਾ ਉਂਗਲ ਫੜ ਕੇ ਰੱਖੇ ਜਵਾਕ ਦੀ, ਕਿ ਇੱਧਰੋਂ ਉੱਧਰੋਂ ਵੀ ਲੈ ਕੇ ਨਾ ਖਾ ਲਵੇ। ਸੋ ਇਹ ਇਸ ਵਕਤ ਦੇ ਹਾਲਾਤ ਆ ਜਿਹੜੇ ਚੱਲਦੇ ਪਏ ਆ। ਤੇ ਜੇ ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਚਲੋ ਆਪਾਂ ਆਸ ਉਮੀਦ ਕਰਦੇ ਹਾਂ ਵੀ ਉਹ ਜਾਣੇ ਗਾਂ ਹੀ ਕੋਈ ਨਾ ਕੋਈ ਗੱਡੀ ਲੀ ਤੇ ਆ ਜਾਊਗੀ। ਨਹੀਂ ਆਊਗੀ ਜੀ, ਆਊਗੀ ਜੇ ਠੀਕ ਚੱਲਣ। ਮੈਂ ਫੇਰ ਕਹਿਣਾ ਜੀ, ਆ ਜਿੰਨੇ ਘੁਪੜਿਆਂ ਦਾ ਰੌਲਾ ਰੱਪਾ ਪੈਂਦਾ, ਸਾਰੀਆਂ ਸਿਆਸੀ ਪਾਰਟੀਆਂ ਵਾਲੇ ਸੰਗਰੂਰ 'ਚ ਅੱਜ ਵੋਟਾਂ ਪੈ ਜਾਣੀਆਂ। ਅੱਜ ਰਾਤ ਨੂੰ ਸੌਂ ਸੂ ਲਓ, ਕੱਲ ਸਵੇਰੇ ਆਪੋ ਆਪਣੀਆਂ ਦਰੀਆਂ ਚੁੱਕੋ। ਆਮ ਆਦਮੀ ਪਾਰਟੀ ਵਾਲੇ, ਕਾਂਗਰਸ ਵਾਲੇ, ਭਾਜਪਾ ਵਾਲੇ, ਅਕਾਲੀ ਦਲ ਵਾਲੇ, ਬਸਪਾ ਵਾਲੇ ਵੀ, ਹੋਰ ਤਾਂ ਨਹੀਂ ਕੋਈ ਰਹਿ ਗਿਆ। ਨਹੀਂ ਗਿਣ ਲਓ ਹਨਾ, ਜਾਨੀ ਜਿੰਨੇ ਵੀ ਇਹ ਵੀ ਤੁਸੀਂ ਕਹਿ ਲਓ ਅਸੀਂ ਕਿਹੜਾ ਚੱਲੇ ਆ। ਦਰੀਆਂ ਲੈ ਕੇ ਜਾਓ ਤੇ ਧਰਨਾ ਦੇ ਦਿਓ ਚੰਡੀਗੜ੍ਹ ਕਿ ਭਾਈ ਜਿੰਨੀ ਛੇਤੀ ਹੋ ਸਕਦਾ ਜਾਂਚ ਕਰਾਓ, ਸਮਾਬੱਧ ਹੋਵੇ, ਅਸੀਂ ਨੇ ਇੱਥੋਂ ਹਿੱਲਣਾ। ਲੰਗਰ ਪਾਣੀ ਗੁਰਦੁਆਰੇ ਨੂੰ ਬਥੇਰਾ ਦੇਣਾ ਉਹਨੇ, ਕਿਉਂਕਿ ਚੰਗੇ ਕੰਮ ਲਈ ਜਾਣਗੇ। ਗਏ ਲਾਓ ਤੁਸੀਂ, ਮੈਂ ਤੁਹਾਨੂੰ ਦੱਸ ਦੇਣਾ ਹੀ ਹੁਣ। ਜਦੋਂ ਇਹੋ ਜਿਹੀ ਗੱਲ ਕਰੇ ਨਾ ਬੰਦਾ ਪਿੰਡ 'ਚ, ਉਦੋਂ ਅਗਲਾ ਬੰਦਾ ਪਤਾ ਤੂੰ ਬੜਾ ਸਿਆਣਾ, ਤੂੰ ਕਿੱਧਰੋਂ ਬਈ, ਤੂੰ ਮੰਬਰ ਆ। ਇਦਾਂ ਹੀ ਉਹ ਕਹਿੰਦੇ ਨੇ ਤੂੰ ਬੜਾ ਸਿਆਣਾ। ਚਲੋ ਆਪਾਂ ਸੰਗਰੂਰ ਵਾਲੀ ਚੋਣ ਦੀ ਗੱਲ ਕਰ ਲਈ। ਸੰਗਰੂਰ ਦੇ ਵਿੱਚ ਅੱਜ ਇਲੈਕਸ਼ਨ ਹੈ ਜੀ। ਕੁੱਲ ਮਿਲਾ ਕੇ ਜੇ ਮੈਂ ਗਲਤ ਨਹੀਂ ਤੇ 16 ਉਮੀਦਵਾਰ ਨੇ ਜੀ। ਜਿਹੜੀ ਗਲਤ ਤੁਸੀਂ ਹੁੰਦਾ ਹੀ ਨਹੀਂ, ਗਲਤ ਬਾਕੀ ਕਿਹੜਾ ਹੈਗੇ ਜਿਹਨਾਂ ਦੀ ਗੱਲ ਕੀਤੀ ਹੈ। ਮੈਂ ਉਹੀ 16 ਉਮੀਦਵਾਰ ਨੇ ਉਹਦੇ ਵਿੱਚ, ਜਿਹੜੇ 16 ਦੇ 16 ਉਮੀਦਵਾਰ ਚਾਹੁੰਦੇ ਨੇ ਕਿ ਵੀ ਅਸੀਂ ਸੰਗਰੂਰ ਜਿਹੜਾ ਲੋਕ ਸਭਾ ਹਲਕਾ ਉਹਦੇ ਮੈਂਬਰ ਬਣਨਾ, ਅਸੀਂ ਸੰਗਰੂਰ ਵਾਲਿਆਂ ਦੇ ਦੁੱਖ ਸੁੱਖ ਦੂਰ ਕਰਨੇ। ਹੁਣ ਸੁੱਖ ਵੀ ਦੂਰ ਕਰਦੇ, ਦੁੱਖ ਸੁੱਖ ਦੂਰ ਕਰਨੇ। ਨਹੀਂ, ਦੁੱਖ ਸੁੱਖ 'ਚ ਹਿੱਸੇਦਾਰ ਬਣਨਾ ਤੇ ਦੁੱਖ ਦੂਰ ਕਰਨੇ। ਆਹ ਵੈਸੇ ਦਿਲੋਂ ਨਿਕਲੀ ਲੀਡਰ ਸਾਹਿਬ ਪਤਾ ਕੀ ਗੱਲ ਸਮਝਦੇ ਨਹੀਂ। ਦੁੱਖ ਤਾਂ ਤੁਹਾਨੂੰ ਪਤਾ ਹੀ ਕਿੰਨਾ ਕੁ ਦੂਰ ਹੋਣਾ, ਤੇ ਸੁੱਖ ਜੇ ਅਗਲਾ ਦੂਰ ਹੋਊਗਾ ਫਿਰ ਹੀ ਅਗਲਾ ਸਾਹਮਣੇ ਆਊਗਾ। ਤੁਸੀਂ ਇਦਾਂ ਕਹੋ ਮੈਂ ਦੁੱਖ ਤੇ ਸੁੱਖ ਤੋਂ ਨਹੀਂ ਦੂਰ ਕਰ ਦੇਣੇ। ਐਕਸਪਲੇਨ ਕਰ ਦੇਣਾ ਨਾ, ਦੁੱਖ ਤੇ ਕਿੰਨਾ ਕਹੀਂ ਦੂਰ ਕਰਨਾ ਤਾਂ ਪਤਾ ਹੀ ਹੈ। ਸੁੱਖ ਅਗਲੇ ਦਾ ਦੂਰ ਹੋਊਗਾ ਫਿਰ ਹੀ ਅਗਲਾ ਬੰਦਾ ਸਵੇਰੇ ਤੜਕੇ 7 ਵਜੇ ਬੂਹੇ ਕੇ ਬੈਠਾ, ਕਦੋਂ ਕੁੱਟਣਾ ਸਾਹਿਬ ਨੇ, ਕਰਾ ਦਿਓ ਗੱਲ ਮਾੜੀ ਸਾਡੀ, ਬਹੁਤ ਜ਼ਰੂਰੀ ਕੰਮ ਹੈ ਉਹਨਾਂ ਦਾ। ਕਹਿਣਾ ਉਹ ਕਹਿੰਦਾ ਕੋਈ ਗੱਲ ਨਹੀਂ ਬੈਠੋ, ਅਜੇ 9 ਵਜੇ ਉੱਠਣਾ, ਇਹ ਤੇ 7 ਵਜੇ 2 ਘੰਟੇ ਤੈਨੂੰ ਬਹਿਣਾ ਜਾਂ ਤੁਸੀਂ ਫਿਰ ਤੁਰ ਗਏ। ਨਹੀਂ ਅਸੀਂ ਬੈਠੇ ਕੋਈ ਗੱਲ ਨਹੀਂ, ਉਹਨਾਂ ਨੂੰ ਉੱਠ ਪੈਣ ਦਿਓ। ਹੈ ਨਾ, ਹੁਣ ਗੱਲ ਇਹ ਆ ਵੀ ਮੁੱਖ ਧਿਰ ਜਿਹੜਾ ਮੁਕਾਬਲਾ ਹੈ ਉਹ ਤਾਂ 5 ਬੰਦਿਆਂ ਦੇ ਵਿੱਚ ਕਿਹਾ ਜਾਂਦਾ ਵੀ ਇੱਕ ਜਿਨ੍ਹਾਂ ਦੀ ਸੀਟ ਸੀਗੀ ਆਮ ਆਦਮੀ ਪਾਰਟੀ, ਜਿਹੜੇ ਕਿ ਹੁਣ ਦਾਅਵਾ ਕਰਦੇ ਵੀ ਸਾਡੀ ਗੱਲ ਬਣ ਜਾਣੀ, ਬਣਦੀ ਨਹੀਂ ਬਣਦੀ ਪਤਾ ਨਹੀਂ। ਦੂਸਰਾ ਮੁਕਾਬਲਾ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕਿਉਂਕਿ ਉਹਨਾਂ ਦਾ ਮੁੱਦਾ ਇੱਕੋ ਜਿਹਾ ਐਤਕੀ ਰਲ ਗਿਆ ਇਸ ਕਰਕੇ। ਤੀਸਰਾ ਮੁਕਾਬਲਾ ਕਾਂਗਰਸ ਪਾਰਟੀ ਦੇ ਨਾਲ ਬੀਜੇਪੀ ਇਸ ਕਰਕੇ ਉਹਨਾਂ ਦੇ ਨਾਲ ਰਲ ਗਈ ਕਿਉਂਕਿ ਕੈਂਡੀਡੇਟ ਉਹਨਾਂ ਨੇ ਕਾਂਗਰਸ ਪਾਰਟੀ ਵਾਲਿਆਂ ਨੇ ਲਿਆਂਦਾ ਐਤਕੀ। ਹਾਂ, ਢਿੱਲੋਂ ਸਾਹਿਬ ਨੂੰ ਕਹਿੰਦੇ ਵੀ ਹੁਣ ਇੰਨੇ ਦਿਨਾਂ ਦੇ ਵਿੱਚ ਭਾਈ ਬੀਜੇਪੀ ਦਾ ਪ੍ਰਚਾਰ ਕਰਕੇ ਲੱਗਣ ਲੱਗ ਪਿਆ ਵੀ ਨਹੀਂ ਅਸੀਂ ਬੀਜੇਪੀ ਦੇ ਲੀਡਰ ਹਾਂ ਯਾਰ, ਉਹ ਕਾਂਗਰਸ ਪਾਰਟੀ 'ਚ ਹੋਵਾਂਗੇ, ਕਈ ਦਹਾਕੇ ਰਹਿ ਗਏ। ਇਹ ਹੁਣ ਜਿਹੜਾ 5 ਕੋਨਾ ਮੁਕਾਬਲਾ, ਇਹਦਾ ਅੱਜ ਸ਼ਾਮ ਤੱਕ ਮਸ਼ੀਨਾਂ ਨੇ ਆਪਣੇ ਅੰਦਰ ਟੀ ਕਰਾ ਕੇ ਤੇ ਨਤੀਜਾ ਕੱਢ ਲੈਣਾ, ਪਰ ਅਸਲੀ ਨਤੀਜਾ ਲੋਕਾਂ ਦੇ ਸਾਹਮਣੇ 26 ਨੂੰ ਆਉਣਾ। ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਠੀਕ ਹੈ। ਮੈਂ ਤਾਂ ਇੱਕੋ ਹੀ ਕਹਿਣਾ ਕਿ ਅਸੀਂ ਸਾਰਿਆਂ ਨੂੰ ਬੇਨਤੀ ਸਾਰਿਆਂ ਨੂੰ ਕਰ ਦਿੰਦੇ ਹਾਂ ਸਾਂਝੀ ਕਿ ਭਾਈ 15 ਲੱਖ ਤੇ ਮੇਰਾ ਖਿਆਲ 69,000 ਵੋਟਰ ਨੇ। ਅਸੀਂ ਕਹਿੰਦੇ ਹਾਂ ਕਿ ਸਾਰੇ ਹੀ ਜਣੇ ਵੋਟ ਪਾਉਣ ਜਾਇਓ। ਸਰਕਾਰ ਛੁੱਟੀ ਕਰ ਦਿੰਦੀ ਹੁੰਦੀ ਹੈ, ਕਰਤੀ ਆ 3 ਜ਼ਿਲ੍ਹਿਆਂ ਦੇ ਵਿੱਚ ਨਾ, ਸੰਗਰੂਰ, ਬਰਨਾਲਾ ਤੇ ਮਲੇਰਕੋਟਲਾ 3 ਜ਼ਿਲ੍ਹਿਆਂ ਦੇ ਵਿੱਚ ਇਹ ਹਲਕਾ ਫੈਲਿਆ। ਉਹਨਾਂ 3 ਜ਼ਿਲ੍ਹਿਆਂ ਛੁੱਟੀ ਹੈ, ਛੁੱਟੀ ਘਰ ਬੈਠਣ ਨੂੰ ਨਹੀਂ, ਵੋਟ ਪਾਉਣ ਨੂੰ ਆ। ਪਹਿਲੀ ਗੱਲ ਵੋਟ ਜ਼ਰੂਰ ਪਾਇਓ। ਦੂਸਰੀ ਗੱਲ ਹੈ ਕਿ ਜਿਹੜਾ ਚੰਗਾ ਲੱਗਦਾ ਉਹਨੂੰ ਪਾਇਓ, ਪਰ ਇੱਕ ਗੱਲ ਦਾ ਖਿਆਲ ਰੱਖ ਕੇ ਪਾਇਓ ਕਿ ਉਹ ਪੰਜਾਬ ਦੇ ਭਵਿੱਖ ਲਈ ਕੰਮ ਕਰਨ ਜੋਗਾ ਹੋਵੇ ਤੁਹਾਡਾ ਲੀਡਰ, ਹੋਰ ਪਾਸੇ ਨਾ ਦੇਖਿਓ। ਤੀਸਰੀ ਗੱਲ ਕਿ ਅੱਜ ਪ੍ਰਚਾਰ ਕਰ ਲਿਆ ਸਾਰਿਆਂ ਨੇ ਜਿੰਨਾ ਕਰਨਾ ਸੀ, ਨੰਗੇ ਪੈਰੀਂ ਗਏ, ਕੋਈ ਰੋਡ ਸ਼ੋਅ 'ਚ ਗਏ, ਕੋਈ ਕਿਸੇ ਤਰੀਕੇ ਗਏ, ਕਿਸੇ ਨੇ ਬਾਹਰੋਂ ਲੀਡਰ ਸੱਦੇ, ਉਹਨਾਂ ਨੇ ਜੋ ਕੁਝ ਆਖਣਾ ਸੀ ਉਹ ਆਖ ਚੁੱਕਿਆ। ਅੱਜ ਚੁੱਪ ਕਰਕੇ ਘਰੋਂ ਜਾਣਾ ਹੀ, ਤੁਰ ਕੇ ਜਾਓ, ਸਕੂਟਰ ਤੇ ਜਾਓ, ਸਾਈਕਲ ਤੇ ਜਾਓ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਜਾਣਾ ਜਿੰਨੇ ਵੀ ਪੋਲਿੰਗ ਬੂਥ ਲੱਗੇ ਆ। ਕੋਈ ਲੜਨ ਝਗੜਨ ਦੀ ਲੋੜ ਨਹੀਂ, ਕੋਈ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਚੁੱਪ ਕਰਕੇ ਵੋਟ ਪਾ ਕੇ ਆਪਣੇ ਘਰ ਨੂੰ ਆ ਜਾਓ, ਆਪਣਾ ਕੰਮ ਕਰੋ, ਕਿਉਂਕਿ ਕੱਲ ਨੂੰ ਫੇਰ ਤੁਸੀਂ ਕੰਮਾਂ ਦੇ ਉੱਤੇ ਜਾਣਾ ਹੈ। ਇਸ ਕਰਕੇ ਅੱਜ ਦੇ ਦਿਨ ਭਾਈਚਾਰਾ ਕਾਇਮ ਰੱਖੋ। ਲੀਡਰਾਂ ਨੇ ਭਲਕ ਨੂੰ ਕਿਸੇ ਦਾ ਵਿਆਹ ਸ਼ਾਦੀ ਹੋਇਆ, ਇਕੱਠਿਆਂ ਜਾ ਕੇ ਸਤਿ ਸ੍ਰੀ ਅਕਾਲ ਕੀ ਹਾਲ ਨੇ। ਲੀਡਰ ਹੋ ਸਕਦਾ ਭਲਕ ਨੂੰ ਕੋਈ ਕਿਸੇ ਪਾਰਟੀ ਛਾਲ ਮਾਰ ਜਾਏ, ਤੁਸੀਂ ਦਾਲ ਦੀ ਕੌਲੀ ਵੀ ਇੱਕ ਦੂਜੇ ਤੋਂ ਲੈਣ ਤੋਂ ਜਾਂਦੇ ਰਹੋ। ਵੱਧ ਤੋਂ ਵੱਧ ਵੋਟਾਂ ਪਾਇਓ, ਪਰ ਝਗੜਾ ਨਾ ਕਰਿਓ। ਹਾਂ, ਨਹੀਂ ਇਹ ਬੜਾ ਜ਼ਰੂਰੀ, ਕਿਉਂਕਿ ਦੇਖੋ ਕਾਰਨ ਇਹ ਆ ਵੀ ਆਪਣੀ ਵੱਟ ਉਹੀ ਰਹਿਣੀ। ਕੋਈ ਦੁਨੀਆ ਦਾ ਪਟਵਾਰੀ, ਕੋਈ ਦੂਜਾ ਤੀਜਾ, ਉਹ ਇਹ ਨਹੀਂ ਕਰ ਸਕਦਾ ਵੀ ਫਲਾਨਾ ਹੈ ਤੇਰਾ ਕਿੱਲਾ ਜਮਾ ਨਾਲ ਲੱਗਦਾ ਉਹਦੇ, ਚਿੰਤਾ ਨਾ ਕਰ ਤੂੰ, ਆਹ ਦੇਖ ਮੈਂ ਹੁਣੇ ਘੁੱਗੀ ਮਾਰ ਨਹੀਂ, ਤੇਰਾ ਕਿੱਲਾ ਅਗਲੇ ਪਾਸੇ ਰਹਿਣਾ ਤੇ ਉਹਦਾ ਕਿੱਲਾ ਇਸ ਪਾਸੇ। ਇੱਦਾਂ ਉਹ ਵੱਟ ਉੱਥੇ ਰਹਿਣੀ। ਹਾਂ, ਲੀਡਰ ਸਾਹਿਬਾਨ ਦੀ ਪਾਰਟੀ ਜਿਹੜੀ ਉਹਨਾਂ ਦਾ ਵੱਟ ਦਾ ਕੋਈ ਰੌਲਾ ਨਹੀਂ ਹੈਗਾ। ਉਹ ਆਪਾਂ ਐਤਕੀ ਵੀ ਦੇਖ ਲਿਆ ਤੇ ਗਾਂ ਵੀ ਅਜੇ ਦੇਖਾਂਗੇ ਆਪਾਂ, ਜਿੰਨੇ ਕੁ ਮਹੀਨੇ ਕੰਮ ਚੱਲਦਾ ਰਿਹਾ ਵੀ ਤੁਸੀਂ ਕਹਿਣਾ ਵੀ ਯਾਰ
ਇਹ ਤਾਂ ਯਾਰ ਸਾਹ ਫਲਾਨੀ ਪਾਰਟੀ 'ਚ ਨਹੀਂ ਹੁੰਦੇ ਸੀ। ਉਹ ਕਹਿੰਦਾ ਹੁੰਦੇ ਸੀ ਨਾ, ਹੁਣ ਨਹੀਂ ਹੈਗੇ। ਉਹ ਕਹਿੰਦੇ ਯਾਰ ਗੱਡੀ 'ਤੇ ਤਾਂ ਜੇ ਸਟicker ਵੀ ਪਹਿਲਾਂ ਲੱਗਾ, ਕੋਈ ਗੱਲ ਨਹੀਂ, ਉਹ ਲਾਉਣਾ ਹੈ ਮੁੰਡਾ ਕਿਤੇ ਭੁੱਲ ਗਿਆ, ਕੱਲ੍ਹ ਤੱਕ ਅਸੀਂ ਨਵਾਂ ਲਾ ਲੈਣਾ ਇਹਦੇ ਉੱਤੇ ਹੀ, ਤੂੰ ਟੈਨਸ਼ਨ ਨਹੀਂ ਲੈਣੀ। ਇਸ ਕਰਕੇ ਲੀਡਰਾਂ ਦਾ ਕੰਮ ਉਸ ਹਿਸਾਬ ਨਾਲ ਚੱਲਦਾ ਰਹਿਣਾ। ਪਰ ਇੱਕ ਆਪਾਂ ਜ਼ਰੂਰ ਬੇਨਤੀ ਕਰ ਦਈਏ ਵੀ ਆਹ ਗਰਮੀ ਦੇ ਵਿੱਚ ਜਿਹੜੀ ਚੀਜ਼ ਹੁੰਦੀ ਆ ਉਹ ਹੁੰਦੀ ਆ, ਉਹ ਹਾਂ ਇਹ ਸੈਂਟਰ ਵਾਲੀਆਂ ਵੋਟਾਂ ਯਾਰ ਦਫਾ ਕਰ, ਛੁੱਟੀ ਆ, ਪੱਖਾ ਛੱਡ, ਤੂੰ ਨਜ਼ਾਰੇ ਲਈਏ। ਇਹ ਕੰਮ ਨਾ ਕਰ ਲਿਓ, ਕਿਉਂਕਿ ਕਾਰਨ ਹੈ ਵੀ ਅੱਜ ਆਪਾਂ ਜਿੰਨੀ ਚਰਚਾ ਕੀਤੀ ਜੀ ਉਹਦੇ 'ਚ ਆਪਾਂ ਇਹ ਗੱਲ ਕਰਦੇ ਸੀ ਵੀ ਯਾਰ ਕੇਂਦਰ ਐਂ ਕਰਦਾ ਤੇ ਆਪਾਂ ਐਂ ਕਰਦੇ ਹਾਂ, ਜਾਂ ਆਪਣੀਆਂ ਪਾਰਟੀਆਂ ਇੱਥੇ ਜਾਂ ਇੱਥੋਂ ਦੀਆਂ ਸਰਕਾਰਾਂ ਇੱਦਾਂ ਕਰਦੀਆਂ ਰਹੀਆਂ। ਜੇ ਆਪਾਂ ਥੋੜ੍ਹੀ ਇਹਦੇ ਵਿੱਚ ਵੀ ਦਿਲਚਸਪੀ ਵਿਖਾਵਾਂਗੇ ਨਾ, ਤੇ ਅਗਲਿਆਂ ਨੂੰ ਵੀ ਲੱਗੂਗਾ ਵੀ ਨਹੀਂ ਯਾਰ ਲੋਕ ਸੈਂਟਰ ਤੱਕ ਦੀ ਰਾਜਨੀਤੀ ਨੂੰ ਸਮਝਦੇ ਨੇ। ਹੋ ਸਕਦਾ ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਜਿਹੜੀ ਗੱਲ ਆਪਾਂ ਨੂੰ ਇੱਥੇ ਹੁੰਦੀ ਵੀ ਅੰਦਰ ਖਾਤੇ ਤੁਸੀਂ ਮੈਂ ਤੇ ਵਾਟਸਐਪ ਇੱਥੇ ਆ ਬੋਲਿਆ ਫੜਿਓ ਇੰਨੇ ਪੈਸੇ ਇੱਦਾਂ ਕਰਕੇ ਉੱਤੇ ਆਪਾਂ ਆਖੀਏ ਆਹ ਦੇਖੋ ਜੀ ਮੈਂ ਤੇ ਵਾਟਸਐਪ ਕੋਲੋਂ ਪੈਸੇ ਇੱਦਾਂ, ਇਹ ਮੈਨੂੰ ਦਿੰਦਾ ਹੀ ਨਹੀਂ ਪੈਸੇ। ਇਹ ਬੰਦਾ ਆਖੀ ਵੀ ਜਾਵੇ ਯਾਰ ਮੈਂ ਤਾਂ ਸਾਰਾ ਕੁਝ ਕਰ ਵੀ ਨਾ, ਤੁਸੀਂ ਮੇਰਾ ਨਾਂ ਹੀ ਲੈਂਦੇ। ਸੋ ਮੈਨੂੰ ਲੱਗਦਾ ਵੀ ਉਹ ਜਿਹੜੇ ਚੀਜ਼ਾਂ ਉੱਪਰ ਉਹ ਬਣਾਉਂਦੇ ਰਹੇ, ਆਪਾਂ ਬਣਦੇ ਰਹੇ, ਜੋ ਵੀ ਬਣੇ ਤਾਂ ਹੈ ਹੀ ਆ, ਉਹਦੇ ਨਜ਼ਰ ਆਉਣ ਨਹੀਂ ਲੱਗ ਪਿਆ। ਘੱਟੋ ਘੱਟ ਉਹ ਨਹੀਂ ਬਣਾਂਗੇ ਆਪਾਂ। ਨਹੀਂ, ਉਹ ਜ਼ਰੂਰੀ ਹੈ ਜੀ ਉਧਰਲੇ ਪਾਸਿਓਂ ਕਿ ਅੱਜ ਵੋਟਾਂ ਜ਼ਰੂਰ ਪਾਓ। ਤੇ ਵੋਟਾਂ ਤੋਂ ਠੀਕ ਪਹਿਲਾਂ ਇੱਕ ਰਿਜ਼ਲਟ ਆਇਆ ਹਰਿਆਣੇ ਦਾ। 46 ਸ਼ਹਿਰ 40 ਜਮਾ 6 ਬਰਾਬਰ 46 46 ਸ਼ਹਿਰਾਂ ਦੇ ਵਿੱਚ ਵੋਟਾਂ ਪਈਆਂ, ਛੋਟੇ ਵੱਡੇ ਸ਼ਹਿਰ ਸੀ। ਤੇ ਉਹਨਾਂ ਦੇ ਵਿੱਚੋਂ ਜੇ ਮੋਟਾ ਆਪਾਂ ਨਤੀਜਾ ਦੇਖਣਾ ਹੋਵੇ, ਕਿਉਂਕਿ ਇੱਕ ਪਾਸੇ ਭਾਜਪਾ ਤੇ ਜੇਜੇਪੀ ਸੀ, ਦੁਸ਼ਯੰਤ ਚੌਟਾਲੇ ਵਾਲੀ ਪਾਰਟੀ, ਇੱਕ ਪਾਸੇ ਕਾਂਗਰਸ, ਇੱਕ ਪਾਸੇ ਇੰਡੀਅਨ ਨੈਸ਼ਨਲ ਲੋਕ ਦਲ, ਇੱਕ ਪਾਸੇ ਆਮ ਆਦਮੀ ਪਾਰਟੀ ਵੀ। ਮੈਂ ਇਸ ਕਰਕੇ ਚੇਤੇ ਕਰਾ ਰਿਹਾ ਕਿ ਅਰਵਿੰਦ ਕੇਜਰੀਵਾਲ ਹੋਰੀ ਜਿੱਦਾਂ ਇੱਕ ਦਿਨ ਪੰਜਾਬ 'ਚ ਰੋਡ ਸ਼ੋਅ ਕਰਕੇ ਗਏ, ਇੱਦਾਂ ਹੀ ਕੁਰਕਸ਼ੇਤਰ 'ਚ ਉਹਨਾਂ ਰੈਲੀ ਕੀਤੀ ਕਿ ਸਥਾਨਕ ਚੋਣਾਂ ਨੇ, ਹਰਿਆਣੇ ਨਾਲ ਸੰਬੰਧ ਵੀ ਰੱਖਦੇ ਆ ਉਹ, ਕਿ ਆਮ ਆਦਮੀ ਪਾਰਟੀ ਹਰਿਆਣੇ ਦੇ ਵਿੱਚ ਐਂ ਕਰ ਰਹੇ, ਕਰ ਰਹੇ, ਬੜਾ ਪ੍ਰਚਾਰ ਚੱਲਿਆ। ਹੁਣ 46 ਦੇ ਵਿੱਚੋਂ ਤਕਰੀਬਨ 23 ਕੁ ਸ਼ਹਿਰ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਨੇ ਜਿੱਤੇ, 24 ਲਾ ਲਓ, ਠੀਕ ਹੈ ਜੀ। 3 ਸ਼ਹਿਰਾਂ ਦੇ ਉੱਤੇ ਜੇਜੇਪੀ ਜਨ ਨਾਇਕ ਜਨਤਾ ਪਾਰਟੀ ਜਿਹੜੀ ਹੈ ਉਹਨਾਂ ਦੀ ਸਹਿਯੋਗੀ ਉਹ ਆ ਗਏ। ਕੁੱਲ ਮਿਲਾ ਕੇ 27 ਕੁ ਸ਼ਹਿਰ ਜਿਹੜੇ ਆ ਉਹ ਭਾਜਪਾ ਤੇ ਜੇਜੇਪੀ ਦੇ ਹਿੱਸੇ ਆ ਗਏ। ਇਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਅੱਧਿਓਂ ਵੱਧ ਸ਼ਹਿਰਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੀ ਸਹਿਯੋਗੀ ਪਾਰਟੀ ਦਾ ਸਿੱਧਾ ਕਬਜ਼ਾ। ਠੀਕ ਹੈ ਬਈ, ਜਿੱਤੇ ਵੀ ਨੇ। ਪਰ ਦੂਸਰੇ ਪਾਸੇ ਜੇ ਦੇਖੀਏ ਤਾਂ ਪਿਛਲੀ ਵਾਰ 35 ਸ਼ਹਿਰਾਂ ਦੇ ਵਿੱਚੋਂ ਜਿੱਤੇ ਸੀ, 35 ਸ਼ਹਿਰਾਂ 'ਚ। ਉਸ ਹਿਸਾਬ ਦੇ ਨਾਲ 8-9 ਸ਼ਹਿਰ ਐਤਕੀ ਭਾਰਤੀ ਜਨਤਾ ਪਾਰਟੀ ਦੇ ਕੋਲੋਂ ਖਿਸਕ ਗਏ ਆ। ਜਿੱਤੋਂ ਫਿਰ ਵੀ ਗਏ ਆ, ਭਾਵੇਂ ਖਿਸਕੇ ਨੇ ਸ਼ਹਿਰ, ਚਲੋ ਵੱਖਰੀ ਗੱਲ ਹੈ। ਦੂਸਰੇ ਪਾਸੇ ਕਾਂਗਰਸ ਪਾਰਟੀ 5 ਸ਼ਹਿਰਾਂ 'ਚ ਜਿੱਤੀ ਹੈ। 5 ਕੁ ਸ਼ਹਿਰ ਆਜ਼ਾਦ ਜਿਹੜੇ ਗਰੁੱਪ ਬਣੇ ਹੁੰਦੇ ਉਹਨਾਂ ਨੇ ਜਿੱਤ ਲਏ। ਇਸੇ ਤਰੀਕੇ 2 ਕੁ ਸ਼ਹਿਰਾਂ ਦੇ ਵਿੱਚ ਜਿਹੜੀ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਹੈ, ਇੰਡੀਅਨ ਨੈਸ਼ਨਲ ਲੋਕ ਦਲ, ਉਹਨਾਂ ਦਾ ਵੀ ਦਾਅ ਲੱਗਾ। ਆਮ ਆਦਮੀ ਪਾਰਟੀ ਦਾ ਕੇਵਲ ਖਾਤਾ ਖੁੱਲਿਆ, ਕੋਈ ਸ਼ਹਿਰ ਨਹੀਂ ਉਹ ਜਿੱਤ ਸਕੇ। ਇੱਕ ਸ਼ਹਿਰ ਦੀ ਇੱਕ ਸੀਟ ਹੀ ਜਿੱਤੇ ਨੇ ਉਹ, ਯਾਨੀ ਕਿ ਬਹੁਤਾ ਕੁਝ ਨਹੀਂ ਹੋਇਆ, ਸਿਰਫ ਖਾਤਾ ਖੁੱਲ੍ਹਾ। ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਰੈਲੀ ਕਰਕੇ ਗਏ ਸੀ, ਜਿਸ ਤਰੀਕੇ ਦੇ ਨਾਲ ਪ੍ਰਚਾਰ ਉੱਥੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕੀਤਾ, ਹਰਿਆਣੇ ਦੇ ਲੋਕਾਂ ਨੇ ਹੁੰਗਾਰਾ ਨਹੀਂ ਭਰਿਆ। ਇਹ ਗੱਲ ਕਲੀਅਰ ਹੈ। ਯਾਨੀ ਕਿ ਭਾਜਪਾ ਨੂੰ ਵੀ ਕੁਝ ਧੱਕਾ ਲੱਗਾ, ਜੇਜੇਪੀ ਨੂੰ ਤਾਂ ਧੱਕਾ ਇੰਨਾ ਲੱਗਾ ਕਿ ਜਿਹੜਾ ਉਪ ਮੁੱਖ ਮੰਤਰੀ ਹੈ ਦੁਸ਼ਯੰਤ ਚੌਟਾਲਾ, ਉਹਦੇ ਆਪਣੇ ਹਲਕੇ ਤੋਂ ਜੇਜੇਪੀ ਦਾ ਉਮੀਦਵਾਰ 3 ਨੰਬਰ ਤੇ ਰਿਹਾ। ਉਹਨਾਂ ਦਾ ਇੱਕ ਹੋਰ ਐਮਐਲਏ ਉਹਦੇ ਹਲਕੇ ਚੋਂ ਜੇਜੇਪੀ ਦਾ ਉਮੀਦਵਾਰ 5ਵੇਂ ਨੰਬਰ ਤੇ ਰਿਹਾ। ਹਾਲਾਂਕਿ ਉਹ ਜਿੱਤ ਗਏ ਨੇ 3 ਸ਼ਹਿਰ। ਇਹਦਾ ਮਤਲਬ ਹੈ ਕਿ ਉੱਥੇ ਸਾਰੀਆਂ ਸਿਆਸੀ ਧਿਰਾਂ ਨੂੰ ਸੋਚਣਾ ਵਿਚਾਰਨਾ ਬਣਦਾ ਕਿ ਭਾਈ ਲੋਕ ਕਿੱਧਰਲੇ ਪਾਸੇ ਨੂੰ ਜਾਂਦੇ, ਤੁਹਾਨੂੰ ਸਾਰਿਆਂ ਨੂੰ ਛੱਡ ਕੇ ਜੇ 5-6 ਸ਼ਹਿਰ ਆਜ਼ਾਦ ਉਮੀਦਵਾਰਾਂ ਦੇ ਪੱਲੇ ਪੈ ਗਏ, ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ। ਨਹੀਂ ਹੈਗੀ ਆ। ਦੇਖੋ ਇਹਦੇ 'ਚ ਇੱਕ ਗੱਲ ਤੇ ਪੱਕੀ ਆ ਕਿ ਵੀ ਪਿਛਲੇ ਦਿਨ ਹੀ ਬੜੀ ਚਰਚਾ ਸੀ ਵੀ ਆਹ ਦੇਖੋ ਜੀ ਜਿਹੜਾ ਉਹ ਭਰਤੀ ਵਾਲਾ ਕੰਮ ਆ ਗਿਆ ਸਾਹਮਣੇ ਜੀ, ਇਹਦਾ ਅਸਰ ਪੈਣਾ ਹੀ ਪੈਣਾ ਜੀ ਇਹਨਾਂ ਵੋਟਾਂ ਦੇ ਉੱਪਰ। ਹੁਣ ਉਹ ਪਿਆ ਨਹੀਂ ਪਿਆ, ਇਹਦਾ ਐਨਾਲਿਸਿਸ ਮੇਰੇ ਖਿਆਲ ਨਾਲ ਆਪ ਕਰ ਲੈਣਗੇ। ਜਿਹੜੇ 4-5 ਸ਼ਹਿਰ ਉਹਨਾਂ ਦੇ ਕੋਲੋਂ ਖਿਸਕੇ ਵੀ ਨੇ, ਮੈਨੂੰ ਲੱਗਦਾ ਹੁੰਦਾ ਵੀ ਆਮ ਤੌਰ 'ਤੇ ਸ਼ਹਿਰਾਂ ਦੇ ਵਿੱਚੋਂ ਬਹੁਤੇ ਮੁੰਡੇ ਭਰਤੀ ਹੋਣ ਨਹੀਂ ਜਾਂਦੇ, ਕਿਉਂਕਿ ਇਹ ਫੌਜ ਦੀ ਭਰਤੀ ਬਹੁਤਾ ਕਰਕੇ ਜਿਹੜਾ ਪੇਂਡੂ ਖੇਤਰ ਹੈ ਜਾਂ ਉੱਥੋਂ ਵਾਲੇ ਜਿਹੜੇ ਮੁੰਡੇ ਕੁੜੀਆਂ ਉਹ ਬਹੁਤਾ ਇਸ ਪਾਸੇ ਜਾਂਦੇ। ਹੁਣ ਜੇ ਉਹਦਾ ਕੋਈ ਲਿੰਕ ਇੱਧਰ ਉੱਧਰੋਂ ਜੁੜਦਾ ਜਾਂ ਜੋੜ ਕੇ ਦੇਖ ਲੈਣ ਤੇ ਇਹ ਉਹਨਾਂ ਦਾ ਹਿਸਾਬ ਤਾਂ ਹੋਊਗਾ, ਉਹਨਾਂ ਦੀ ਰਾਜਨੀਤੀ ਹੋਊਗੀ। ਪਰ ਹਾਂ ਇੱਕ ਚੀਜ਼ ਹੈਗੀ ਆ ਵੀ ਜੋ ਕੇਂਦਰ ਦੇ ਵਿੱਚ ਕੀਤਾ ਜਾਂਦਾ ਜਾਂ ਉੱਥੋਂ ਦੀ ਲੋਕਲ ਗਵਰਨਮੈਂਟ ਕਰਦੀ ਹੈ। ਹੁਣ ਮੇਰੇ ਖਿਆਲ ਨਾਲ ਜੇ ਮੈਂ ਗਲਤ ਨਹੀਂ ਤਾਂ ਦੂਸਰੀ ਵਾਰ ਦੇ ਮੁੱਖ ਮੰਤਰੀ ਨੇ ਖੱਟਰ ਸਾਹਿਬ ਜੀ, ਗਾ ਤੀਸਰੀ ਵਾਰ ਲਈ ਉਹਨਾਂ ਨੇ ਮੁੱਖ ਮੰਤਰੀ ਬਣਨਾ। ਇਹ ਉਹ ਚੀਜ਼ ਹੁੰਦੀ ਆ ਵੀ ਜਿੱਦਾਂ ਬੰਦਾ ਕਹਿੰਦਾ ਵੀ ਯਾਰ ਥੋੜ੍ਹੀ ਜਿਹੀ ਲੱਤ 'ਚ ਦਰਦ ਆ, ਪਤਾ ਨਹੀਂ ਕੀ ਗੱਲ ਹੈ ਨਾ, ਪੂਰੇ ਸਰੀਰ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਮਾੜੀ ਜਿਹੀ ਹਲਕੀ ਜਿਹੀ ਉੱਥੇ ਜੇ ਕਿਤੇ ਹੈਗੀ, ਜੇ ਤੇ ਉਹਨੂੰ ਮੌਕੇ 'ਤੇ ਹੱਲ ਕਰ ਲਿਆ ਜਾਵੇ ਤੇ ਫਿਰ ਉਹ ਉੱਥੋਂ ਹੀ ਗਾਇਬ ਹੋ ਜਾਂਦੀ ਹੈ। ਨਹੀਂ ਤੇ ਫਿਰ ਹੌਲੀ ਹੌਲੀ ਲੱਤ 'ਚ ਦਰਦ ਵੱਧਦੀ ਬੰਦਾ ਐਵੇਂ ਕਿਤੇ ਮੰਜੇ 'ਤੇ ਪੈ ਜਾਂਦਾ। ਸੋ ਮੈਨੂੰ ਲੱਗਦਾ ਵੀ ਰਾਜ ਕਰਦੀ ਧਿਰ ਦੇ ਲਈ ਤਾਂ ਜ਼ਰੂਰ ਸੋਚਣ ਦਾ ਵੇਲਾ ਵੀ ਭਾਵੇਂ ਉਹ ABCD ਜਿਹੜੇ ਵੀ ਗਰੁੱਪ ਨੇ ਉਹ ਕਿਉਂ ਐਗਜ਼ਿਸਟ ਕਰਨ ਲੱਗ ਪਏ। ਲੋਕ ਜਿਹੜੀਆਂ ਆਲਰੇਡੀ ਰਵਾਇਤੀ ਪਾਰਟੀਆਂ ਨੇ, ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਤੋਂ ਹਟ ਕੇ ਆਜ਼ਾਦ ਬੰਦਿਆਂ ਵਾਲੇ ਪਾਸੇ ਕਿਉਂ ਤੁਰ ਪਏ? ਨਹੀਂ, ਇਹ ਵੱਡਾ ਸਵਾਲ ਹੈ, ਉਧਰ ਦੇਖਣਾ ਪਊਗਾ। ਚਲੋ ਠੀਕ ਹੈ, ਕੁਝ ਆਜ਼ਾਦ ਬੰਦਿਆਂ ਦੀ ਹੋ ਸਕਦਾ ਕਿ ਲੋਕਲ ਹਸਤੀ ਹੋਵੇ,
ਪਰ ਆਮ ਆਦਮੀ ਪਾਰਟੀ ਦਾ ਦਾਅਵਾ ਸੀ ਕਿ ਅਸੀਂ ਦਿੱਲੀ 'ਚ ਸਰਕਾਰ ਬਣਾ ਲਈ, ਪੰਜਾਬ 'ਚ ਵੀ ਬਣਾ ਲਈ, ਵਿਚਾਲੇ ਹਰਿਆਣਾ ਰਹਿ ਗਿਆ, ਲੋਕਾਂ ਨੇ ਉਤਸ਼ਾਹ 'ਚ ਹੀ ਵੋਟਾਂ ਪਾ ਦੇਣੀਆਂ। ਹਰਿਆਣੇ ਦੀ ਸਰਕਾਰ ਕਹਿੰਦੀ ਸੀ ਕਿ ਜਿੰਨਾ ਕੰਮ ਅਸੀਂ ਕੀਤਾ ਉਹਨਾਂ ਕੀਤਾ ਹੀ ਕਿਸੇ ਨੇ, ਸਾਨੂੰ ਵੋਟਾਂ ਪਾ ਦੇਣੀਆਂ। ਤੇ ਕਾਂਗਰਸ ਵਾਲੇ ਭੁਪਿੰਦਰ ਸਿੰਘ ਹੁੱਡਾ ਕਹਿੰਦੇ ਸੀ ਕਿ ਦੇਖੀ ਜਾਓ ਫੱਟੇ ਅਸੀਂ ਚੱਕਦੇ ਨੇ, ਸਾਡੇ ਨਾਲ ਧੱਕਾ ਕੇਂਦਰ ਬਹੁਤ ਕਰਦਾ, ਵੋਟਾਂ ਸਾਨੂੰ ਪੈਣੀਆਂ ਨਹੀਂ। ਚੌਟਾਲਾ ਸਾਹਿਬ ਚਲੋ ਫੇਰ ਅੰਦਰ ਨੇ, ਉਹਨਾਂ ਦੀ ਤਾਂ ਗੱਲ ਹੀ ਵੱਖਰੀ, ਅਸੀਂ ਕਹਿ ਕੀ ਸਕਦੇ ਹਾਂ। ਪਰ ਸੋਚਣਾ ਵਿਚਾਰਨਾ ਸਾਰਿਆਂ ਨੂੰ ਪਊਗਾ ਕਿ ਕਿਤੇ ਰਾਜਨੀਤੀ ਦਾ ਜਿਹੜਾ ਨਾਟਿਆ ਉਹਨੂੰ ਗਲਤ ਤਾਂ ਨਹੀਂ ਕਿਤੇ ਘੁਮਾਈ ਜਾਂਦੇ, ਠੀਕ ਤਰੀਕੇ ਘੁਮਾਉਣ ਤਾਂ ਚੰਗਾ। ਹੁਣ ਤੁਹਾਡੇ ਤੇ ਆ ਰਾਸ਼ਟਰਪਤੀ ਦੀ ਚੋਣ ਦੀ ਗੱਲ ਕਰਨੀ ਹੈ, ਥੋੜਾ ਜਿਹਾ ਮਤਲਬ ਮਹਾਰਾਸ਼ਟਰ ਹੋਈ ਆਈਏ ਨਹੀਂ ਹੋਣਾ ਚਾਹੀਦਾ। ਦੇਖੋ ਅਗਲਾ ਬੰਦਾ ਘਰ ਖਾਲੀ ਕਰ ਗਿਆ ਹੀ ਇੱਥੇ ਦੇ ਸਰਦਾਰ ਜੀ ਅਜੇ ਤੱਕ ਵੀ, ਜੇ ਮੈਂ ਗਲਤ ਨਹੀਂ ਤੇ ਪੰਜਾਬ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ MLA ਸਾਹਿਬਾਨਾਂ ਦੇ ਕੋਲੋਂ ਵੀ ਅਜੇ ਕਹਿੰਦੇ ਵੀ ਉਹ ਯਾਰ ਫਲੈਟ ਤੇ ਖਾਲੀ ਕਰ ਜਾਓ, ਮਹਾਰਾਜ ਚਾਬੀ ਦੇ ਜਾਓ, ਇਦਾਂ ਨਾ ਕਰੋ, ਇਦਾਂ ਦੇ ਅਜੇ ਨੋਟਿਸ ਨਿਕਲਦੇ ਪਏ ਨੇ। ਤੇ ਇੱਕ ਪਾਸੇ ਇੱਕ ਸਟੇਟ ਦਾ ਮੁੱਖ ਮੰਤਰੀ ਆਖੇ ਵਿੱਚ ਬੰਨ ਲਓ ਝੋਲੇ ਝਾਲੇ, ਲੈ ਚੱਲੋ ਯਾਰ ਅਸੀਂ ਨਹੀਂ ਰਹਿਣਾ ਇੱਥੇ, ਟਾਈਮ ਨਾਲ ਲੈ ਚੱਲੋ ਯਾਰ, ਮੈਨੂੰ ਕੁਛ ਨਹੀਂ ਚਾਹੀਦਾ, ਕੁਰਸੀ ਜਿਹਨੂੰ ਮਰਜ਼ੀ ਦੇ ਦਿਓ, ਜਿਹਨੂੰ ਵੀ ਦੇਣੀ ਤੁਸੀਂ ਕੁਰਸੀ ਦੇ ਦਿਓ, ਮੈਂ ਚਲੇ ਜਾਣਾ ਇੱਥੋਂ ਯਾਰ। ਹੁਣ ਤੁਸੀਂ ਦੇਖੋ ਵੀ ਕੱਲ੍ਹ ਆਪਾਂ ਦੱਸਿਆ ਵੀ ਉਹ ਏਕਨਾਥ ਸ਼ਿੰਦੇ ਸਾਹਿਬ ਜਿਨ੍ਹਾਂ ਨੇ ਮਤਲਬ ਬਗਾਵਤ ਕੀਤੀ ਹੈ, ਤੇ ਪਹਿਲਾਂ ਉਹ ਬੰਦਾ ਸੂਰਤ ਚਲੇ ਗਿਆ 40 ਬੰਦੇ ਲੈ ਕੇ, ਹੁਣ ਕਹਿੰਦੇ ਸੂਰਤ ਤੋਂ ਅਸਾਮ ਨੂੰ ਚਲੇ ਗਿਆ, ਗੁਹਾਟੀ ਨੂੰ। ਹੁਣ ਦੇਖੋ ਵੀ ਕਿਸ ਹਿਸਾਬ ਨਾਲ ਹੈ, ਕਿਧਰ ਨੂੰ ਗੇੜਾ ਕੱਟ ਰਿਹਾ ਵੀ ਮੈਂ ਉਨੀ ਦੇਰ ਤੱਕ ਮਹਾਰਾਸ਼ਟਰ ਦੇ ਲਾਗੇ ਵੀ ਨਹੀਂ ਆਉਣਾ ਜਿੰਨੀ ਦੇਰ ਤੱਕ ਕੋਈ ਹਿਸਾਬ ਤਾਂ ਨਹੀਂ ਹੁੰਦਾ। ਐਂਡ ਇਸ ਪ੍ਰੈਸ਼ਰ ਨੂੰ ਦੇਖਦਿਆਂ ਹੁਣ ਜੇ ਮਹਾਰਾਸ਼ਟਰ ਦੇ ਵਿੱਚ ਲਗਭਗ ਇਹੀ ਜਾਪਦਾ ਕਿ ਵੀ ਸ਼ਾਇਦ ਹੁਣ ਜਾਂ ਤਾਂ ਕੁਰਸੀ ਜਿਹੜੀ ਉਹ ਚਲੇ ਜੇ ਜਾਂ ਫਿਰ ਸਰਕਾਰ ਹੀ ਚਲੀ ਜਾਵੇ। ਹੁਣ ਰਾਊਤ ਸਾਹਿਬ ਨੇ ਤਾਂ ਇੱਦਾਂ ਜਿਹਦਾ ਇਸ਼ਾਰਾ ਕੀਤਾ ਵੀ ਸ਼ਾਇਦ ਹੋ ਸਕਦਾ ਵੀ ਉੱਥੇ ਵੋਟਾਂ ਵਾਲਾ ਕੰਮ ਦੁਬਾਰਾ ਕਰ ਲਿਆ ਜਾਵੇ। ਦੇਖੋ ਸੰਧਾਲੀ ਸਾਹਿਬ 288 ਨੇ MLA ਕੋਲ, 145 ਚਾਹੀਦੇ ਸਰਕਾਰ ਬਣਾਉਣ ਨੂੰ। ਜਦੋਂ ਵੋਟਾਂ ਦਾ ਨਤੀਜਾ ਆਇਆ ਸੀ ਤੇ ਉਦੋਂ 106 ਸੀਟਾਂ ਭਾਜਪਾ ਕੋਲ ਸੀ। ਸਾਰਿਆਂ ਨੂੰ ਲੱਗਦਾ ਸੀ ਕਿ 38 39 ਬੰਦੇ ਚਾਹੀਦੇ, ਚੱਕ ਲੈਣੇ ਇਹਨਾਂ ਨੇ। ਵਾਹੇ ਅਜੀਤ ਪਵਾਰ ਚੱਕ ਵੀ ਲਿਆ ਸੀ, ਚਲੇ ਵੀ ਗਿਆ ਸੀ ਤੜਕੇ ਚਲੋ ਘਰ ਨੂੰ ਮੁੜ ਗਿਆ, ਕੋਈ ਗੱਲ ਨਹੀਂ। ਦੂਸਰਾ ਨੰਬਰ ਸੀ ਸ਼ਿਵ ਸੈਨਾ ਦਾ 56 MLA ਉਹਨਾਂ ਦੇ ਸੀ, 53 ਜਿਹੜੇ ਆ ਉਹ ਸ਼ਰਦ ਪਵਾਰ ਦੀ NCP ਦੇ ਸੀ ਤੇ 46 ਕੁ ਬੰਦੇ ਕਾਂਗਰਸ ਦੇ ਸੀ। ਭਾਜਪਾ ਦੇਖਦੀ ਰਹਿ ਗਈ, ਉਹ 56 ਵਾਲੇ 53 ਵਾਲੇ ਤੇ 46 ਵਾਲੇ ਰਲ ਕੇ ਸਰਕਾਰ ਬਣਾ ਗਏ। ਚਲੋ ਸਰਕਾਰ ਬਣ ਗਈ, 2.5 ਸਾਲ ਕਦੇ ਆ ਗੁੱਸੇ ਹੋ ਕਦੇ ਆ ਉਹ, ਉਧਵ ਠਾਕਰੇ ਮੁੱਖ ਮੰਤਰੀ ਬਣ ਗਿਆ, ਕੱਢ ਗਿਆ। ਪਰ ਇਹ ਜਿਹੜੇ ਬੰਦੇ ਦੀ ਆਪਾਂ ਕੱਲ ਵੀ ਗੱਲ ਕੀਤੀ ਸੀ ਏਕਨਾਥ ਸ਼ਿੰਦੇ ਦੀ, ਦਾ ਉਹਦਾ ਲੱਗਣਾ ਸੀ ਮੁੱਖ ਮੰਤਰੀ ਬਣਨ ਨੂੰ, ਉਧਵ ਠਾਕਰੇ ਆਪ ਬਣ ਗਿਆ ਤੇ ਮੁੜ ਕੇ ਉਹਨੂੰ ਤੰਗ ਪਰੇਸ਼ਾਨ ਵੀ ਥੋੜਾ ਕਹਿੰਦੇ ਜੀ ਕੀਤਾ। ਆਦਿੱਤਿਆ ਠਾਕਰੇ ਉਧਵ ਠਾਕਰੇ ਦਾ ਮੁੰਡਾ ਹੈ, ਉਹ ਕਹਿੰਦੇ ਜੀ ਇਹਦੇ ਡਿਪਾਰਟਮੈਂਟ 'ਚ ਵਾਹਵਾ ਦਖਲਅੰਦਾਜ਼ੀ ਕਰਦਾ ਸੀ। ਪਰ ਹੁਣ ਤੁਸੀਂ ਦੇਖੋ ਕਿ ਰਾਜਨੀਤੀ ਕਰਦੀ ਕੀ ਹੈ, ਕਿੱਧਰਲੇ ਪਾਸੇ ਨੂੰ ਜਾਂਦੀ ਹੈ। ਅਗਲਾ ਇਹ ਬੰਦੇ ਨੇ ਇਕੱਲਾ ਸਰਕਾਰ ਤੇ ਦਾਅਵਾ ਨਹੀਂ ਠੋਕਿਆ, ਉਹ ਕਹਿੰਦੇ ਜੀ ਟੋਟਲ ਸਾਡੇ 56 MLA ਨੇ, ਉਹ ਬੰਦੇ ਦਾ ਦਾਅਵਾ ਕਿ 40 ਮੇਰੇ ਨਾਲ ਨੇ। ਉਹ ਤਾਂ ਰਾਜਪਾਲ ਨੂੰ ਲਿਸਟ ਵੀ ਦਿਆ ਕਿ ਸ਼ਿਵ ਸੈਨਾ ਵੀ ਮੇਰੀ ਆ, ਉਧਵ ਠਾਕਰੇ ਦੀ ਹੈ ਨਹੀਂ, ਤਾਂ ਫਿਰ ਉਧਵ ਠਾਕਰੇ ਨੂੰ ਸਮਾਨਤਾ ਫਿਰ ਬੰਨਣਾ ਹੀ ਸੀ। ਨਾਲ ਹੀ ਤੁਸੀਂ ਦੇਖੋ ਇੱਕ MLA ਹਸਪਤਾਲ 'ਚ ਦਾਖਲ ਹੋਇਆ, ਉਹ ਕਹਿੰਦੇ ਜੀ ਮੈਨੂੰ 25-30 ਬੰਦਿਆਂ ਨੇ ਚੱਕ ਕੇ ਟੀਕਾ ਲਾ ਦਿੱਤਾ, ਧੱਕੇ ਨਾਲ ਟੀਕਾ ਲਾ ਦਿੱਤਾ। ਫਿਲਮਾਂ 'ਚ ਦੇਖਦੇ ਹੁੰਦੇ ਸੀ ਆਪਾਂ ਕਿ ਲੀਡਰ ਚੱਕ ਲਿਆ ਟੀਕਾ ਲਾ ਦਿੱਤਾ। ਉਹ ਕਹਿੰਦੇ ਜੀ ਮੈਂ ਤਾਂ ਉਧਵ ਠਾਕਰੇ ਦੇ ਨਾਲ ਹੀ ਹਾਂ। ਇੱਕ ਹੋਰ ਕਹਿੰਦਾ ਜੀ ਮੈਨੂੰ ਕੁੱਟਿਆ ਬਹੁਤ। ਦਾਅਵੇ ਸੱਚੇ ਨੇ ਝੂਠੇ ਨੇ। ਇੱਕ ਦੀ ਘਰ ਵਾਲੀ ਨੇ ਕਹਿਤਾ ਜੀ ਮੇਰਾ ਘਰ ਵਾਲਾ ਪਤਾ ਨਹੀਂ ਗੁੰਮ ਹੋ ਗਿਆ, ਉਹਨੂੰ ਲੱਭ ਕੇ ਲਿਆਓ। ਤੇ ਜਦੋਂ ਇਹ ਸਾਰੇ ਬੰਦੇ ਗੁਹਾਟੀ ਵਾਲੇ ਪਾਸੇ ਗਏ, ਉੱਥੇ BJP ਦੇ ਇੱਕ MLA ਸਾਹਿਬ ਸਵਾਗਤ ਕਰਨੇ, ਉਹ ਕਹਿੰਦੇ ਨਿੱਜੀ ਰਿਲੇਸ਼ਨਾਂ ਦੇ ਵਿੱਚ ਆਇਆ, ਬਾਕੀ ਕੋਈ ਗੱਲ ਨਹੀਂ। ਮੈਨੂੰ ਲੱਗਦਾ ਕਿ ਵਿਧਾਨ ਸਭਾ ਭੰਗ ਹੋ ਸਕਦੀ ਹੈ ਜੇ ਅੱਜ ਦੀ ਦਿਹਾੜੀ ਦੇ ਵਿੱਚ ਉਧਵ ਠਾਕਰੇ ਨੇ ਲਿਖ ਕੇ ਦੇ ਦਿੱਤਾ ਵਿਧਾਨ ਸਭਾ ਭੰਗ ਹੋਣ ਦੇ ਅਸਾਰ ਨੇ, ਨਹੀਂ ਤਾਂ ਏਕਨਾਥ ਸ਼ਿੰਦੇ ਤੇ ਭਾਜਪਾ ਨੇ ਸਰਕਾਰ ਬਣਾ ਜਾਣੀ ਜੀ। ਨਹੀਂ ਬਹੁਤਾ ਕਰਕੇ ਅਸਾਰ ਤੇ ਇਹੀ ਲੱਗਦਾ। ਹਾਲਾਂਕਿ ਉਧਵ ਠਾਕਰੇ ਸਾਹਿਬ ਤਾਂ ਇਹੀ ਕੋਸ਼ਿਸ਼ ਕਰ ਰਹੇ ਵੀ ਯਾਰ ਚਲੋ ਘਰ ਦੀ ਗੱਲ ਘਰੇ ਰਹਿ ਜਾਵੇ, ਭਾਵੇਂ ਤੂੰ ਹੀ ਬਣ ਜਾ ਯਾਰ, ਭਰਾਵਾ ਤੂੰ ਬਣ ਜਾ, ਆਪਾਂ ਤੈਨੂੰ ਕੁਰਸੀ ਤੇ ਬਿਠਾ ਦਿੰਨੇ, ਪਰ ਸਰਕਾਰ ਨਾ ਟੁੱਟੇ। ਹੁਣ ਦੇਖੋ ਗੱਲ ਇਹ ਹੈ ਵੀ ਮੈਨੂੰ ਇਹ ਗੱਲ ਤੁਹਾਡੀ ਠੀਕ ਹੈ ਵੀ ਸਰਕਾਰ ਤੋੜਨੀ ਨਾ ਤੋੜਨੀ ਜਾਂ ਕਿਹਨੂੰ ਕੁਰਸੀ ਤੇ ਬਿਠਾਉਣਾ ਕਿਹਨੂੰ ਨਹੀਂ ਬਿਠਾਉਣਾ, ਇਹ ਹੁਣ ਮਹਾਰਾਸ਼ਟਰ ਦੇ ਵਿੱਚ ਡਿਸਾਈਡ ਨਹੀਂ ਹੋਣਾ, ਨਾ ਉੱਥੇ ਹੋ ਹੀ ਰਿਹਾ। ਇਹ ਤਾਂ ਉਹ ਸਲਾਹਾਂ ਨੇ ਵੀ ਆਪਸ ਕਰਨ ਵੀ ਯਾਰ 5 ਮਿੰਟ ਵੀ ਹੁਣ ਕਿੱਦਾਂ ਕਰਨੀ, ਇਹ ਤਾਂ ਹੁਣ ਮੁੱਕ ਗਿਆ ਕੰਮ। ਇਹ ਤਾਂ ਹੁਣ ਉਧਰੋਂ ਇਸ਼ਾਰਾ ਹੋਣਾ ਜਿਨ੍ਹਾਂ ਨੇ 40 ਬੰਦੇ ਪਹਿਲਾਂ ਸੂਰਤ ਨੂੰ ਖੜੇ, ਫਿਰ ਅਸਾਮ ਨੂੰ ਖੜੇ, ਜਿਨ੍ਹਾਂ ਦੀ ਜਿਹੜੀ ਕਹਿੰਦੇ ਵੀ ਨਿੱਜੀ ਰਿਲੇਸ਼ਨ ਦੇ ਵਿੱਚ ਆਏ ਨੇ। ਨਿੱਜੀ ਰਿਲੇਸ਼ਨ ਵਾਲਿਆਂ ਨੇ ਹੁਣ ਡਿਸਾਈਡ ਕਰਨਾ ਵੀ ਇਹਦੇ 'ਚ ਕੀ ਕੀਤਾ ਜਾਣਾ। ਪਰ ਇੱਕ ਗੱਲ ਸੋਚਣ ਵਾਲੀ ਹੈ ਵੀ ਕੀ ਇੱਥੇ ਵੀ ਕਿਤੇ ਉਹ ਪਰਿਵਾਰਵਾਦ ਵਾਲੀ ਗੱਲਬਾਤ ਤਾਂ ਨਹੀਂ ਚੱਲੀ? ਜਿੱਦਾਂ ਆਪਾਂ ਜ਼ਿਕਰ ਕਰਦੇ ਸੀ ਵੀ ਉਧਵ ਠਾਕਰੇ ਹੋਣੀ ਜਾਂ ਉਹਨਾਂ ਦੇ ਪਰਿਵਾਰ 'ਚ ਪਹਿਲਾਂ ਇਹ ਨਹੀਂ ਸੀ ਹੁੰਦਾ ਵੀ ਯਾਰ ਆਪਾਂ ਸਰਕਾਰ ਚਲਾਉਣੀ, ਆਪਾਂ ਉਧਰ ਨਹੀਂ ਪੈਣਾ। ਹੁਣ ਜਦੋਂ ਇਹਨੇ ਇਹ ਕੰਮ ਕੀਤਾ ਹੋਊਗਾ, ਪਹਿਲਾਂ ਹੋ ਸਕਦਾ ਵੀ ਗੱਲ ਚੱਲਦੀ ਹੋਵੇ ਪਰਿਵਾਰ ਦੇ ਵਿੱਚ ਕਿਤੇ, ਇਹ ਆਪਾਂ ਉਹਦੀ ਇੱਕ ਉਦਾਹਰਨ ਚੱਕ ਲੈਂਦੇ। ਆਮ ਤੌਰ 'ਤੇ ਕਿਸੇ ਫੈਮਿਲੀ ਦੀ ਗੱਲ ਕਰ ਲਓ ਵੀ ਬਜ਼ੁਰਗ ਆ, ਬਜ਼ੁਰਗ ਦਾ ਕੋਈ ਕੰਮ ਧੰਦਾ ਚੱਲਦਾ ਫੇਗਾ, 2 ਮੁੰਡੇ ਹੋ ਗਏ ਗਾਂ, ਪੋਤੇ ਹੋ ਗਏ, ਉਹ ਘਰੇ ਚਰਚਾ ਚੱਲਣਾ ਯਾਰ ਬਾਪੂ ਜਦੋਂ ਕੰਮ ਹੀ ਸਾਰਾ ਆਪਾਂ ਕਰਾਂਗੇ ਫਿਰ ਉਹਦੀ ਕਾਹਦੀ ਨੰਬਰਦਾਰੀ ਹੋਈ, ਤੂੰ ਆਪਾਂ ਆਪ ਕਰਿਆ ਕਰ। ਫਿਰ ਹੌਲੀ ਹੌਲੀ ਬੀਬੀਆਂ ਨੇ ਕਹਿ ਦਿੱਤਾ ਵੀ ਦਫਾ ਕਰ, ਪਾਪਾ ਹੀ ਨਹੀਂ ਮੰਨਦੇ, ਤੁਸੀਂ ਆਪ ਪੁੱਤ ਹੁਣ ਕਰੋ, ਤਗੜੇ ਹੋ ਥੋੜ੍ਹਾ, ਪੁੱਤ ਨਹੀਂ ਅੱਗੇ ਤਗੜੇ ਹੋ ਗਏ ਨਾਲ, ਫਿਰ ਮੁੰਡੇ ਨਾਲ ਲਾ ਦੇ, ਤੂੰ ਪੁੱਤ ਡੈਡੀ ਆਪਣੇ ਦੇ ਨਾਲ ਰਿਹਾ ਕਰ, ਇੱਦਾਂ ਥੋੜ੍ਹਾ ਗੱਲ ਹੁੰਦੀ। ਉਹ ਕਿਤੇ ਇੱਦਾਂ ਤਾਂ ਨਹੀਂ ਵੀ ਉਹ ਜਿਹੜੀਆਂ ਕੰਧਾਂ ਸੀ ਘਰ ਦੀਆਂ ਉਹਦੇ ਵਿੱਚ ਹੀ ਸਲਾਹਾਂ ਹੁੰਦੀਆਂ ਰਹੀਆਂ, ਅਤੇ ਅਸਲ ਦੇ ਵਿੱਚ ਬੰਦੇ ਜਿਹੜੇ ਕੰਮ ਕਰਨ ਵਾਲੇ ਨਾਲ ਤੁਰਨ ਵਾਲੇ ਉਹਨਾਂ ਨੂੰ ਸੱਚੀ ਲੱਗਿਆ ਵੀ ਯਾਰ ਆਹ ਕਮਾਲ ਹੋ ਗਈ ਵੀ ਦਰੀਆਂ ਵਿਛਾਉਂਦੇ ਅਸੀਂ ਰਹਿ ਗਏ,
ਉਦੋਂ ਮਤਲਬ ਜਾ ਕੇ ਸਪੀਕਰ ਅਸੀਂ ਲਾਉਂਦੇ ਰਹਿ ਗਏ ਤੇ ਮੁੜ ਕੇ ਜਦੋਂ ਐਂਡ ਵਾਲਾ ਮੌਕਾ ਆਇਆ ਉਦੋਂ ਕਹਿੰਦੇ ਵੀ ਤੂੰ ਚੱਲ ਬਈ ਤੇਰਾ ਲੈਣਾ ਦੇਣਾ ਕੋਈ ਨਹੀਂ ਹੈਗਾ। ਉਧਵ ਠਾਕਰੇ ਨੂੰ ਸਿੱਖ ਲੈਣਾ ਚਾਹੀਦਾ ਸੀ। ਪੰਜਾਬ ਦੇ ਵਿੱਚ ਵੀ ਪਿਛਲੀ ਸਰਕਾਰ ਦੇ ਵੇਲੇ ਕੋਈ ਘਰ ਜਾਂ ਫਾਰਮ 'ਚ ਸਲਾਹਾਂ ਹੁੰਦੀਆਂ ਸੀ, ਮੁੜ ਕੇ ਪਤਾ ਨਹੀਂ ਲੱਗਾ ਕਦੋਂ ਥੱਲੇ ਉੱਟਾਂ ਖਿਸਕ ਗਈਆਂ। ਜੇ ਤਾਂ ਸਲਾਹ ਮੰਨ ਲੈਂਦੇ ਠੀਕ ਸੀ। ਬਾਕੀ ਇੱਕ ਗੱਲ ਸੰਧਾਲੀਆ ਸਾਹਿਬ ਹੈਗੀ ਆ ਜਿਹੜੀ ਕਿ ਬਹੁਤ ਚੰਗੇ ਤਰੀਕੇ ਸਾਰੇ ਬੰਦੇ ਜਿਹੜੇ ਉਹ ਸੋਚ ਵਿਚਾਰ ਕੇ ਚੱਲਣ ਤਾਂ ਚੰਗਾ, ਕਿ ਹੁਣ ਆਮ ਘਰਾਂ ਦੇ ਵਿੱਚ ਵੀ ਜੇ ਝਗੜਾ ਹੋਇਆ ਕਰੂਗਾ ਤੇ ਉਹ ਕਹਿਣਗੇ ਯਾਰ ਬੈਠ ਕੇ ਨਿਬੇੜ ਲਓ। ਮੁੰਡੇ ਨੇ ਪਤਾ ਕਹਿਣਾ ਫਿਰ ਸ਼ਿਮਲੇ ਹੋਟਲ ਬੁੱਕ ਕਰਾ ਦਿਓ, ਉੱਥੇ ਨਿਬੇੜ ਨਹੀਂ। ਉਹ ਕਹਿੰਦਾ ਯਾਰ ਚਪੇੜਾਂ ਤਾਂ ਨਹੀਂ ਖਾਣੀਆਂ, ਸ਼ਿਮਲੇ ਹੋਟਲ ਦਾ ਕੀ ਕੰਮ ਹੈ, ਫੁੱਫੜ ਤੇਰੇ ਨੂੰ ਇੱਥੇ ਸੱਦ ਲੈਣਾ, ਫੁੱਫੜ ਨਿਬੇੜੂਗਾ। ਨਾ 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 ਨਾ। ਉਹ ਦੇਖੋ ਮਹਾਰਾਸ਼ਟਰ ਦੇ ਵਿੱਚ ਰੌਲਾ ਪਿਆ ਸੀ, ਉਹ ਗੁਹਾਟੀ ਜਾ ਕੇ ਨਿਬੜਿਆ ਹੀ, ਪਹਿਲਾਂ ਗੁਜਰਾਤ ਗਏ ਸੀ। ਇੱਧਰਲੇ ਪਾਸੇ ਰਾਜਸਥਾਨ ਦੇ ਵਿੱਚ ਸਚਿਨ ਪਾਇਲਟ ਤੇ ਗਹਿਲੋਤ ਦਾ ਰੌਲਾ ਪਿਆ ਸੀ, ਉਹ ਹਰਿਆਣੇ ਲੈ ਕੇ ਆਏ ਸੀ ਹੋਟਲ ਦੇ ਵਿੱਚ ਬੰਦੇ। ਆ ਰਾਜ ਸਭਾ ਦੀ ਇਲੈਕਸ਼ਨ ਹੋਣੀ ਸੀ, ਆ ਦੇਖੋ ਹਰਿਆਣੇ ਦੇ ਵਿੱਚੋਂ ਦੋਨੇ ਪਾਰਟੀਆਂ ਆਪੋ ਆਪਣੇ ਬੰਦੇ ਲੈ ਕੇ ਦੂਜੇ ਸੂਬਿਆਂ 'ਚ ਹੋਟਲ ਗਏ। ਸ਼ਿਮਲੇ ਤੋਂ ਘੱਟ ਨਹੀਂ ਮੰਨਦੇ, ਜੇ ਉੱਥੇ ਤੁਹਾਨੂੰ ਵਾਰਾ ਨਹੀਂ ਖਾਂਦਾ ਧਰਮਸ਼ਾਲਾ ਤਾਂ ਕਰ ਦਿਓ, ਉਦੋਂ ਥੱਲੇ ਹੀ ਨਹੀਂ ਮੰਨਦੇ, ਨਹੀਂ ਤਾਂ ਲੜਾਈ ਕਾਇਮ ਰਹੂਗੀ। ਨਹੀਂ ਉਹ ਜੇ ਆਖੇ ਭਾਵੇਂ ਨਾ ਆਖੇ, ਪਰ ਜਿਹੜਾ ਵਿੱਚ ਸ਼ਰੀਕੇ ਵਾਲਾ ਹੁੰਦਾ ਜਿਹਦਾ ਅਸਲ 'ਚ ਵੱਟ ਦਾ ਰੌਲਾ ਹੁੰਦਾ, ਕੋਈ ਨਹੀਂ ਪੁੱਤ ਆਪਾਂ ਚੱਲਦੇ ਸ਼ਿਮਲੇ, ਏਡੀ ਕਿਹੜੀ ਗੱਲਾਂ ਦੀ ਗੱਲ ਤੋਂ ਬੰਨ ਲੀੜੇ। ਨਹੀਂ ਨਹੀਂ ਹੋ ਸਕਦਾ ਕਵੇ ਸਿੰਗਾਪੁਰ ਕਹੇ ਸਿੰਗਾਪੁਰ ਪਰ ਚਲੋ ਤੇ ਨਾਲ ਕਹੀਂ ਤਾਈ ਨੂੰ ਨਾਲ ਲੈ ਕੇ ਹਾਂ ਮੈਂ ਨਹੀਂ ਬਚਦਾ ਉਹਦੇ ਵਿੱਚ, ਮੇਰਾ ਉਹਦੇ ਨਾਲ ਪਿਆਰ ਹੀ ਬੜਾ। ਚਲੋ ਕਹਿਣ ਤੋਂ ਭਾਵ ਇਹ ਆ ਜੀ ਕਿ ਵੀ ਇਹ ਉਹ ਗੱਲਾਂ ਨੇ ਸਿਆਸਤ ਦੀਆਂ ਜਿਹੜੀਆਂ ਕਿ ਚੱਲਦੀਆਂ ਰਹਿੰਦੀਆਂ। ਹੁਣ ਦੇਖੋ ਸਿਆਸਤ ਦੇ ਵਿੱਚ ਕਈ ਵਾਰ ਬੰਦਾ ਜ਼ਿਕਰ ਕਰਦਾ ਵੀ ਯਾਰ ਸਿਆਸਤਦਾਨ ਇੱਦਾਂ ਕਿਉਂ ਕਰਦੇ, ਜਿਹੜੇ ਬੰਦਾ ਜਿਹੜਾ ਕੰਮ ਯਾਰ ਉਹਨੇ ਉਹੀ ਕਰਨਾ। ਹੁਣ ਜੇ ਮੰਨ ਲਓ ਵੀ ਅਗਲਾ ਬੰਦਾ ਦੁਕਾਨਦਾਰ ਹੈ ਤੇ ਅਗਲਾ ਮੈਂ ਆਖਾਂ ਵੀ ਮੈਂ ਵੀ ਦੁਕਾਨਦਾਰੀ ਛੱਡਦੀ, ਇੱਦਾਂ ਥੋੜ੍ਹਾ ਹੁੰਦਾ। ਜੇ ਮੰਨ ਲਓ ਆਪਣਾ ਕੰਮ ਇੱਥੇ ਖਬਰਾਂ ਵਾਲਾ, ਆਪਾਂ ਕਹਿੰਦੇ ਨਾ 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 ਵਾਰ ਸਾਹਿਬ ਸਵੇਰੇ ਤੋਂ ਲੈ ਜਾਈਏ ਕੇਲੇ ਇੱਥੇ ਲਾ ਲਿਆ ਕਰੀ ਮੇਜ਼ ਤੇ ਵੀ 1 ਘੰਟਾ ਆਪਾਂ 10 ਦੇ 10 ਕੇਲੇ ਗਾਉਣੇ, ਇੱਦਾਂ ਥੋੜ੍ਹਾ ਗੱਡੀ ਚੱਲਦੀ। ਇਹਦਾ ਮਤਲਬ ਜਿਹੜੇ ਬੰਦੇ ਸਿਆਸਤ ਨੇ, ਸਿਆਸਤ ਵਾਲਿਆਂ ਨੇ ਸਿਆਸਤ ਕਰਨੀ। ਜਿਹਦੇ ਬੰਦੇ ਕੋਲੇ ਕੁਰਸੀ ਆ ਉਹ ਕੋਸ਼ਿਸ਼ ਕਰਦਾ ਮੇਰੀ ਬਚੀ ਰਹੇ, ਜਿਹਦੀ ਖੁੱਸ ਜਾਂਦੀ ਉਹ ਕਹਿੰਦਾ ਵੀ ਮੈਂ ਕਿਸੇ ਤਰ੍ਹਾਂ ਇਹਨੂੰ ਡੇਗਾਂ ਤੇ ਆਪ ਆਵਾਂ। ਨਹੀਂ ਨਹੀਂ ਹੈ ਉਹਨਾਂ ਦਾ ਹੱਕ ਬਣਦਾ, ਉਹਨੂੰ ਤੁਸੀਂ ਇਤਰਾਜ਼ ਨਾ ਕਰੋ। ਹਾਂ ਇਹ ਦੇਖੋ ਵੀ ਇਹ ਸਾਰੇ ਕੁਛ ਆਮ ਬੰਦੇ ਦਾ ਨੁਕਸਾਨ ਤੇ ਨਹੀਂ। ਨਹੀਂ ਆਮ ਬੰਦੇ ਦਾ ਕਾਹਦਾ ਨੁਕਸਾਨ ਜੀ, ਆਮ ਬੰਦੇ ਦਾ ਕੋਈ ਨੁਕਸਾਨ ਨਹੀਂ, ਕਿਉਂਕਿ ਆਮ ਬੰਦੇ ਦਾ ਨੁਕਸਾਨ ਤਾਂ ਹੋ ਚੁੱਕਾ। ਮੰਨ ਲਓ ਆ ਰੇਹੜੀ ਆ, ਆਪਣੀ ਰੇਹੜੀ ਦਾ ਨੁਕਸਾਨ ਤਾਂ ਹੋ ਜੇ ਕੋਈ ਕੇਲਾ ਬਚਿਆ ਹੋਈ ਸੀ ਜਦੋਂ ਤਰਪਾਲੀ ਪਾਤੀ, ਰੱਸੀਆਂ ਨਾਲ ਹੀ ਬੰਨ੍ਹ ਦਿੱਤੀ, ਸਾਈਡ ਤੇ ਹੀ ਲਾਤੀ, ਸੰਗਲ ਪਾਤਾ ਦਰਖਤ ਨੂੰ, 4 ਟਾਇਰਾਂ 'ਚੋਂ ਹਵਾ ਕੱਢਦੀ ਕੱਢਦੇ ਹੋਏ ਛਿੱਲਾਂ ਚੱਕ ਕੇ ਲਿਜਾਣੀਆਂ ਕਿ ਇਹਨੇ ਸਵਾਰੀ ਲੈ ਜਾਵੇ। ਆਨੇ ਉਹ ਖੜਨ ਦੀ ਲੋੜ ਨਹੀਂ ਹੈਗੀ, ਉਹ ਕੋਈ ਸ਼ਾਮ ਨੂੰ ਕਹਿਣਾ ਕਿ ਮਤਲਬ ਵਾਰਾ ਡੰਗਰ ਨੇ ਆ ਕੇ ਛਾਗੀ ਜਾਣੀ ਹੈ। ਓਪੀ ਸੋਨੀ ਸਾਹਿਬ ਕਹਿੰਦੇ ਜੀ ਧਮਕੀਆਂ ਮਿਲਦੀਆਂ 3 ਵਾਰੀ, ਕਹਿੰਦੇ ਜੀ ਕਾਲ ਆਈ 3 ਵੱਖ-ਵੱਖ ਨੰਬਰਾਂ ਤੋਂ WhatsApp ਕਾਲ, ਤੇ ਰੁਪਈਆ 10 ਲੱਖ ਮੰਗਦੇ ਆ। ਮੈਂ ਕਹਿੰਦੇ 35 ਸਾਲ ਹੋ ਗਿਆ ਰਾਜਨੀਤੀ ਦੇ ਵਿੱਚ, ਉਪ ਮੁੱਖ ਮੰਤਰੀ ਬਣਿਆ, ਕੈਬਨਿਟ ਮੰਤਰੀ ਬਣਿਆ, ਲੋਕ ਸਭਾ ਦੀ ਇਲੈਕਸ਼ਨ ਜਿਹੜੀ ਹੈ ਉਹ ਲੜੀ, ਵੱਡੇ ਵੱਡੇ ਅਹੁਦਿਆਂ ਤੇ ਰਿਹਾ। ਮੈਂ ਅੱਜ ਤੱਕ ਕਹਿੰਦੇ ਜੀ ਫਰੌਤੀ ਦਾ ਕਿਸੇ ਨੂੰ ਰੁਪਈਆ ਦਿੱਤਾ ਨਹੀਂ, ਨਾ ਕਿਸੇ ਨੂੰ ਦੇਣਾ ਹੈ। ਹੁਣ ਸ਼ਿਕਾਇਤ ਉਹਨਾਂ ਨੇ ਕਰ ਦਿੱਤੀ ਹੈ, ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਮੇਰੀ ਸਿਕਿਉਰਿਟੀ ਵਾਪਸ ਨਾ ਲਓ, ਮੇਰੇ ਟੱਬਰ ਨੂੰ ਖਤਰਾ। ਹੁਣ ਜਾਂਚ ਪੜਤਾਲ ਚੱਲਦੀ ਹੈ, ਦੇਖਦੇ ਕਿੱਧਰ ਗੱਲ ਜਾਂਦੀ। ਨਹੀਂ ਇਹ ਜਿਹੜੀ ਚਰਚਾ ਮੇਰੇ ਖਿਆਲ ਨਾਲ ਇਹ ਜ਼ਰੂਰ ਰਾਜ ਕਰਦੀ ਜਿਹੜੀ ਧਿਰ ਆ, ਉਹਦੀ ਇੱਕ ਵੱਡਾ ਸਵਾਲ ਹੈ। ਕਿਉਂਕਿ ਕਾਰਨ ਹੈ ਵੀ ਜੇ ਇਸ ਲੈਵਲ ਤੱਕ ਦੇ ਬੰਦੇ ਜਿਹੜੇ ਨੇ, ਜੇ ਆਪਾਂ ਇੱਦਾਂ ਦੇਖੀਏ ਤਾਂ ਓਪੀ ਸੋਨੀ ਸਾਹਿਬ ਅਜੇ ਚੰਦ ਮਹੀਨੇ ਪਹਿਲਾਂ ਤੱਕ ਉਪ ਮੁੱਖ ਮੰਤਰੀ ਸੀਗੇ, ਦੂਜੀ ਕੁਰਸੀ ਉਹਨਾਂ ਦੇ ਕੋਲ ਸੀ। ਹੁਣ ਇਸ ਲੈਵਲ ਤੱਕ ਦਾ ਬੰਦਾ ਜਿਹੜਾ ਹੋਵੇ ਉਹਦੇ ਨਾਲ ਵੀ ਜੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ ਤੇ ਸੱਚੀ ਮੁੱਚੀ ਵਿਚਾਰਨ ਵਾਲੀ ਗੱਲ ਆ। ਬਾਕੀ ਚਲੋ ਰਾਜ ਕਰਦੀ ਧਿਰ ਵੱਲੋਂ ਕਿਹਾ ਜਾਂਦਾ ਵੀ ਅਸੀਂ ਆਪਣੇ ਵੱਲੋਂ ਸਾਰੇ ਪ੍ਰਬੰਧ ਕਰ ਰਹੇ ਹਾਂ ਜੀ, ਪਹਿਲਾਂ ਕਿਸੇ ਨੇ ਨਹੀਂ ਕੀਤਾ, ਅਸੀਂ ਤਾਂ ਹੁਣ ਪੱਕਾ ਪੈਂਚਰ ਲਾਉਣਾ। ਵੀ ਪਹਿਲਾਂ ਲਾਉਂਦੇ ਜ਼ਰੂਰ ਸੀ, ਪੈਂਚਰ ਛੋਟਾ ਲਾਉਂਦੇ ਸੀ, ਉਹ ਥੋੜ੍ਹੀ ਦੇਰ ਬਾਅਦ ਲੀਕ ਕਰ ਜਾਂਦਾ ਸੀ, ਅਸੀਂ ਹੁਣ ਪੱਕਾ ਪੈਂਚਰ ਲਾਉਣਾ। ਲਾਉਂਦੇ ਕਿ ਨਹੀਂ ਲਾਉਂਦੇ। ਬੀਜੇਪੀ ਦੇ ਵੀ ਇੱਕ ਲੀਡਰ ਨੇ ਜਗਜੀਤ ਸਿੰਘ ਮਿਲਖਾ, ਸਰਦੂਲਗੜ੍ਹ ਤੋਂ ਐਤਕੀ ਇਲੈਕਸ਼ਨ ਲੜੇ ਸੀ। ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਦੋਂ ਉਹਨਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਸੀ ਜਾ ਕੇ ਪਰਸਨਲ, ਕਿ ਭਾਈ ਇਹਦੀ ਵੱਡੀਆਂ ਏਜੰਸੀਆਂ ਤੋਂ ਜਾਂਚ ਕਰਾਓ, ਇਹਦੇ ਪਿੱਛੇ ਮਸਲਾ ਕੋਈ ਹੋਰ ਹੈ, ਕਿ ਜਾਨੀ ਜਿਹੜੇ ਬੰਦਿਆਂ ਨੇ ਕਤਲ ਕੀਤਾ ਉਹਨਾਂ ਦੇ ਖਿਲਾਫ ਠੋਕ ਵਜਾ ਕੇ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਨੇ ਵੀ ਐਸਐਸਪੀ ਆਫਿਸ ਜਾ ਕੇ ਆ ਜੀ ਆ 3 ਗੱਡੀਆਂ ਲਗਾਤਾਰ ਮੇਰਾ ਪਿੱਛਾ ਕਰਦੀਆਂ, ਮੇਰੀ ਜਾਨ ਨੂੰ ਜਿਹੜਾ ਖਤਰਾ ਹੈ, ਮੈਨੂੰ ਥੋੜ੍ਹਾ ਜਿਹਾ ਸੁਰੱਖਿਆ ਵਾਲੇ ਪਾਸਿਓਂ ਥੋੜ੍ਹਾ ਜਿਹਾ ਦੇਖੋ ਕੌਣ ਨੇ ਬੰਦੇ। ਸੋ ਲਗਾਤਾਰ ਇਹਦੇ ਤੋਂ ਪਹਿਲਾਂ ਵੀ ਮੇਰੇ ਖਿਆਲ ਉਹ ਮਿਲੀਆਂ ਸੀ ਨਾ, ਮੋਨੀ ਅਜਨਾਲਾ ਹੋਰਾਂ ਨੂੰ ਵੀ ਧਮਕੀਆਂ ਮਿਲੀਆਂ ਸੀ, ਉਹਨਾਂ ਨੇ ਵੀ ਸ਼ਿਕਾਇਤ ਦਿੱਤੀ ਸੀ ਕਿ ਮੈਨੂੰ ਵੀ ਫੋਨ ਦੇ ਉੱਤੇ ਧਮਕੀਆਂ ਦਿੰਦੇ, ਮੇਰੇ ਤੋਂ ਵੀ ਪੈਸੇ ਪੂਸੇ ਮੰਗਦੇ ਆ। ਸੋ ਇਹ ਸਾਰੀਆਂ ਕਹਾਣੀਆਂ ਜਿਹੜੀਆਂ ਥੋੜ੍ਹੀਆਂ ਗੰਭੀਰਤਾ ਨਾਲ ਵਿਚਾਰਨੀਆਂ ਚਾਹੀਦੀਆਂ। ਦੇਖੋ ਗੱਲ ਇਹ ਆ ਵੀ ਪੈਸਾ ਕੋਈ ਫੋਨ ਤੇ ਮੰਗ ਲੈਂਦਾ, ਕੋਈ ਸਿੱਧਾ ਮੰਗ ਲੈਂਦਾ। ਜਿਹੜਾ ਫਿਰ ਸਿੱਧਾ ਮੰਗ ਲੈਂਦਾ ਉਹਨੂੰ ਕੋਈ ਤੇ ਸਿੱਧੇ ਦੇ ਦਿੰਦਾ ਪੈਸੇ, ਕੋਈ ਫਿਰ ਘੁੰਮਦਾ ਐਲਐਮਏ ਸਾਹਿਬ ਕੋਲ ਚੱਲਦਾ ਵੀ ਨਾ ਵੀ ਐਲਐਮਏ ਸਾਹਿਬ ਯਾਰ ਵੋਟਾਂ ਤੁਹਾਨੂੰ ਪਾਈਆਂ, ਆਹ ਗੱਲ ਤੁਸੀਂ ਮਾੜੀ ਕੀਤੀ। ਉਧਰੋਂ ਕਾਨੂੰਗੋ ਸਾਹਿਬ ਪੈਸੇ ਮੰਗੀ ਜਾਂਦੇ ਜੀ, ਕਿੱਦਾਂ ਕਰੀਏ ਮਾਰਾ। ਉਹ ਚੱਕਰ ਕੀ ਕੁਛ ਵੀ ਨਹੀਂ ਚੱਕਰ ਮਾਰਾ, ਅਸੀਂ ਤਾਂ ਤਕਸੀਮ ਕਰਾਉਣੀ ਹੈ ਜ਼ਮੀਨ ਦੀ। ਉਹ ਕਹਿੰਦੇ 40,000 ਤੋਂ ਥੱਲੇ ਤਕਸੀਮ ਨਹੀਂ ਹੋਣੀ, ਦੱਸੋ ਅਸੀਂ ਦੱਸੋ ਕੀ ਕਰੀਏ। ਨਹੀਂ ਫਿਰ ਆਹ ਤਾਂ ਦੇਖੋ ਤੁਸੀਂ ਗੱਲ, ਸੌਦਾ 25 'ਚ ਨਿਬੇੜਿਆ ਕਿ ਨਹੀਂ ਨਿਬੇੜਿਆ? ਨਹੀਂ ਤੇ ਮੰਗਿਆ ਤਾਂ 40 ਨਹੀਂ ਬੰਦੇ ਨੇ। ਨਹੀਂ ਮੰਗਿਆ ਤਾਂ 40 ਹੋ, ਪਰ ਤੁਸੀਂ 40,000 ਦੇ ਵਿੱਚੋਂ ਜੇ 15,000 ਛੱਡਿਆ, ਪਰਸੈਂਟੇਜ 40% ਤਾਂ ਛੱਡਤੇ। ਡਿਸਕਾਊਂਟ ਦੇਖੋ ਕਿੱਡਾ ਵੱਡਾ ਦਿੱਤਾ। ਹਾਂ ਜਦੋਂ ਤੁਸੀਂ ਹਿਸਾਬ ਜਿਹਾ ਲਾ ਕੇ ਨਾਲ ਹੀ ਦੱਸ ਦਿੰਦੇ, ਫਿਰ ਮੇਰੇ ਮਨ 'ਚ ਆਉਂਦਾ ਵੀ ਬੰਦਾ ਯਾਰ ਰੱਖਿਆ ਜਾ ਸਕਦਾ ਓਐਸਟੀ। ਨਹੀਂ ਮੈਂ ਦੇਖੋ
ਇਹ ਭਰਾਵਾਂ ਦੇ ਨਾਲ ਹੀ ਹੁੰਦਾ ਆ, ਭਰਾਵਾਂ ਦੇ ਨਾਲ ਹੀ ਹੁੰਦਾ ਹੈ। ਗੱਲ ਕਿਹੜੀ ਆ, ਪਰ FIR 'ਚ ਨਾਂ ਜੇ ਆ ਗਿਆ ਮੈਂ ਸਰਕਾਰੀ ਗਵਾਹ ਬਣ ਜਾਣੀ। ਮੈਂ ਇਹ ਗੱਲ ਦੱਸ ਦੇਣਾ। ਆਪਾਂ ਉਹ ਗੱਲ ਤੇ ਕਰ ਲਈਏ ਕਾਨੂੰਗੋ ਸਾਹਿਬ ਵਾਲੀ। ਕਾਨੂੰਗੋ ਸਾਹਿਬ ਇੱਦਾਂ ਮਾਛੀਵਾੜਾ ਖੇਤਰ ਦੇ ਆਸ-ਪਾਸ ਕਿਤੇ ਤੈਨਾਤ ਸੀ ਤੇ ਇੱਕ ਬੰਦਾ ਜਿਹੜਾ ਹੁਣ ਮੀਡੀਆ 'ਚ ਆਇਆ ਉਹ ਕਹਿੰਦਾ ਜੀ ਮੈਂ ਤੰਗ ਬੜਾ ਸੀ, ਸਾਡਾ ਘਰ ਦਾ ਰੌਲਾ ਸੀ ਤੇ ਜਦੋਂ ਅਸੀਂ ਵੰਡ ਕਰਨੀ ਸੀ ਤੇ ਇਹ 40,000 ਤੋਂ ਥੱਲੇ ਮੰਨਦੇ ਨਹੀਂ ਸੀ। 25,000 'ਚ ਸੌਦਾ ਹੋ ਗਿਆ, 10 ਦੇ ਦਿੱਤਾ ਸੀ, 15 ਹੋਰ ਦੇਣਾ ਸੀ। ਮੈਂ ਫਿਰ MLA ਸਾਹਿਬ ਨੂੰ ਦੱਸਿਆ ਤੇ MLA ਸਾਹਿਬ ਕਹਿੰਦੇ ਕਿ ਕੋਈ ਗੱਲ ਨਹੀਂ, ਕਹਿੰਦੇ ਜੀ ਨੰਬਰ ਨੋਟ ਕਰ ਲੈ ਨੋਟਾਂ ਦੇ। ਉਹ 15,000 ਜਾ ਕੇ ਦਿੱਤਾ, ਉਹਨਾਂ ਦੇ ਦਰਾਜ 'ਚ ਹੀ ਅਜੇ ਪਿਆ ਸੀ। MLA ਸਾਹਿਬ ਵੀ ਆ ਗਏ, ਪੁਲਿਸ ਵਾਲੇ ਵੀ ਆ ਗਏ ਮੂਹਰਿਓਂ। ਫਿਰ ਦੇਖੋ ਕਾਨੂੰਗੋ ਸਾਹਿਬ ਕਹਿੰਦੇ ਸੀ ਕਿ ਦੇਖੋ ਜੀ ਇੱਕ ਵਾਰੀ ਤਾਂ ਰੱਬ ਵੀ ਮਾਫ ਕਰ ਦਿੰਦਾ। ਉਹ ਮੂਹਰਿਓਂ ਕਹਿੰਦੇ ਅਸੀਂ ਰੱਬ ਨਹੀਂ ਹੈਗੇ ਭਾਈ, ਇਹਦਾ ਤੰਗ ਕਿਉਂ ਕਰਦੇ ਹੋ ਲੋਕਾਂ ਨੂੰ। ਹੁਣ ਦੇਖੋ ਪਰਚਾ ਹੋ ਜਾਣਾ, ਕਾਰਵਾਈ ਹੋ ਜਾਣੀ ਹੈ, ਪਰ ਸੰਧਾਲੀਆ ਸਾਹਿਬ ਅਸੀਂ ਤਾਂ ਹਰ ਆਮ ਬੰਦੇ ਨੂੰ, ਚਾਹੇ ਕੋਈ ਪਟਵਾਰੀ ਹੈ, ਚਾਹੇ ਕੋਈ ਕਾਨੂੰਗੋ ਆ, ਚਾਹੇ ਕੋਈ ਕਿਸੇ ਹੋਰ ਡਿਪਾਰਟਮੈਂਟ 'ਚ ਇੰਸਪੈਕਟਰ, ਕੋਈ ਵੀ ਬੰਦਾ ਹੈ, ਜੇ ਭਾਈ ਚੰਗੀ ਤਨਖਾਹ ਹੈ ਨਾ ਤੁਹਾਡੀ, ਜੇ ਤੁਹਾਡੀ ਤਨਖਾਹ ਦੇ ਨਾਲ ਗੁਜ਼ਾਰਾ ਹੁੰਦਾ, ਕੋਈ ਗੱਲ ਨਹੀਂ ਸੋਫਾ ਸਸਤਾ ਲੈ ਲਓ, ਕੋਈ ਗੱਲ ਨਹੀਂ ਹੋਰ ਪਾਸੇ ਨੂੰ ਗੱਲ ਤੋਰ ਲਓ। ਹੁਣ ਜੇ ਤੁਸੀਂ ਇਸੇ ਤਰੀਕੇ ਕਰਦੇ ਰਹੋਗੇ ਮੁੜ ਕੇ ਬਦਨਾਮੀ ਬਹੁਤ ਹੈ। ਤੁਸੀਂ ਤਾਂ ਆਪਦੇ ਨਿਆਣਿਆਂ ਲਈ ਕਰਦੇ ਹੋਵੋਗੇ, ਕਿਸੇ ਹੋਰ ਲਈ ਕਰ। ਮੰਨ ਲਓ ਕੱਲ ਨੂੰ ਜਦੋਂ ਅਖਬਾਰਾਂ 'ਚ ਫੋਟੋ ਛਪਦੀਆਂ ਇੱਦਾਂ ਨਾਂ ਆਉਂਦੇ ਆ, ਫਿਰ ਬੱਚੇ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਿੰਦੇ, ਫਿਰ ਇੱਜ਼ਤ ਨਹੀਂ ਰਹਿੰਦੀ ਸਮਾਜ ਦੇ ਵਿੱਚ। ਬਾਕੀ ਪਾਸੇ ਥੋੜ੍ਹਾ ਖਾ ਲਓ, ਆਰਾਮ ਦੇ ਨਾਲ ਸਮਾਜ ਦੇ ਵਿੱਚ ਜ਼ਿੰਦਗੀ ਜਿਓ। ਹੁਣ ਉਹ ਜਿਹੜੇ ਸੀਗੇ ਸੰਜੇ ਪੋਪਲੀ ਸਾਹਿਬ, ਉਹਨਾਂ ਦੇ ਘਰੇ ਜਦੋਂ ਛਾਪਾ ਪਿਆ, ਕਹਿੰਦੇ ਜੀ ਮਹਿੰਗੇ ਪਰਫਿਊਮ, ਵਿਦੇਸ਼ੀ ਸ਼ਰਾਬ, ਹਾਲਾਂਕਿ ਉਹਨਾਂ ਕੋਲ ਲਾਇਸੈਂਸ ਸੀ ਵਿਦੇਸ਼ੀ ਸ਼ਰਾਬ, ਉਹਨਾਂ ਨੇ 2 ਨੰਬਰ 'ਚ ਨਹੀਂ ਰੱਖੀ। ਕਾਰਤੂਸ ਵੀ ਲੱਭੇ, ਕਹਿੰਦੇ ਜੀ ਗੋਲੀਆਂ ਗਾਲੀਆਂ ਉਹ ਵੀ ਪਤਾ ਕਰਦੇ 70 72 74 ਕਿੱਥੋਂ ਆ ਗਿਆ ਇਹ, ਉਹਦਾ ਵੀ ਹਿਸਾਬ ਕਿਤਾਬ। ਅਸਲਾ ਐਕਟ ਦੇ ਤਹਿਤ ਵੀ ਕਹਿੰਦੇ ਧਾਰਾ ਮਾੜੀਆਂ ਜੋੜ ਦਿੱਤੀ ਹੈ ਵਿੱਚ। ਸ਼ੌਕ ਛੋਟੇ ਰੱਖ ਲਓ, ਛੋਟੇ ਠੰਡੇ ਸਪਲੈਂਡਰ ਲੈ ਲਓ, ਜੇ ਨਹੀਂ ਬੁਲਟ ਦੀ ਹਿੰਮਤ। ਜੇ ਸਪਲੈਂਡਰ ਵੀ ਚੱਲਦਾ ਲਓ, ਮੈਂ ਕਹਿੰਦਾ ਨਵਾਂ ਲੈਣ ਦੀ ਵੀ ਲੋੜ ਨਹੀਂ ਵੀਰ, ਉਹ ਵੀ ਮਹਿੰਗਾ। ਨਾਲੇ ਇੱਕ ਗੱਲ ਹੋਰ ਸੁਣੋ, ਲੈਣਾ ਹੀ ਕਿਉਂ ਜਿੰਨਾ ਪੈਟਰੋਲ ਮਹਿੰਗਾ ਵੀਰ, ਲੋੜ ਹੀ ਨਹੀਂ। ਨਾ ਨਾ ਬੱਸੇ ਬਵੇ ਬੰਦਾ ਟਾਈਮ ਨਾਲ, ਪਹਿਲੀ ਬੱਸੇ ਠੰਡੇ ਠੰਡੇ। ਆਹ ਤੁਸੀਂ ਲੀਡਰਾਂ ਨੇ ਪਿੰਡ ਪਿੰਡ ਤਾਂ ਬੱਸਾਂ ਚਲਾਈਆਂ। ਆ ਉਹ ਮੇਰੀ ਗੱਲ ਸੁਣ ਲਓ, ਹੁਣ ਮੇਰੇ ਤੋਂ ਕੋਈ ਸੁਣ ਨਾ ਲਿਓ। ਅਸੀਂ ਚਲਾਈਆਂ ਪਿੰਡ, ਮੇਰੀ ਗੱਲ ਸੁਣੋ, ਸਾਡੇ ਗੱਲ ਸੁਣੋ, ਨਹੀਂ ਚਲਾਈਆਂ ਅਸੀਂ ਤਾਂ ਕਿਹੜਾ ਥਾਂ ਉੱਥੇ ਬੱਸਾਂ ਨੇ ਚਲਾਈਆਂ ਨਹੀਂ, ਲੋਕ ਚੜਦੇ ਨਾ ਤੁਸੀਂ ਆਪ ਕਹਿ ਕੇ ਬੰਦ ਕਰਾਉਂਦੇ, ਫਿਰ ਅਸੀਂ ਤਾਂ ਚਲਾਈਆਂ। ਅੱਛਾ ਇੱਕ ਜ਼ਿਕਰ ਆਪਾਂ ਹੋਰ ਕਰ ਲਈਏ, ਆਪਾਂ ਅੱਗੇ ਵੀ ਬੇਨਤੀ ਕਰਦੇ ਹੁੰਦੇ ਆ ਵੀ ਅੱਜ ਕੱਲ ਜਿਸ ਵੀ ਅਦਾਰੇ 'ਚ ਜਿਹਨੂੰ ਵੀ ਭਰਤੀ ਕੀਤਾ ਜਾਂਦਾ, ਉਹ ਯਾਰ ਜ਼ਰੂਰ ਉਹਨੂੰ ਥੋੜਾ ਜਿਹਾ ਸਮਝਾ ਲਿਆ ਕਰੋ ਵੀ ਵੀਰ ਮੇਰਾ ਕੌਣ ਬੰਦਾ ਆ। ਪੋਲੀਟੀਕਲ ਨੌਲੇਜ ਹੋਣੀ ਜਾਂ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਇਹ ਜਦੋਂ ਦਾ ਇੰਟਰਨੈਟ ਆ ਗਿਆ, ਆਪਾਂ ਦੇਖਦੇ ਹਾਂ ਵੀ ਚਾਹੇ ਉਹ ਅਖਬਾਰੀ ਅਦਾਰੇ ਨੇ, ਚਾਹੇ ਟੈਲੀਵਿਜ਼ਨ ਨੇ, ਚਾਹੇ ਹੋਰ ਵੀ ਮੀਡੀਆ ਅਦਾਰੇ ਨੇ, ਉਹਦੇ ਵਿੱਚ ਅਗਲਾ ਕਹਿੰਦਾ ਵੀ ਅੰਗਰੇਜ਼ੀ 'ਚ ਗੱਲ ਆਈ ਹੋ, ਫਟਾਫਟ ਟਿਕ ਟਿਕ ਕਰਦੇ, ਤੇ ਗੂਗਲ ਵਾਲੇ ਨੇ ਮੈਨੂੰ ਪੰਜਾਬੀ ਹਿੰਦੀ ਕਰ ਦੇਣੀ ਆ, ਮੈਂ ਚੱਕ ਕੇ ਛਾਪ ਦੇਣੀ ਆ। ਉਦੋਂ ਬਾਅਦ ਅਗਲਾ ਕਹਿੰਦਾ ਜੀ ਫਲਾਣਾ ਫਲਾਣਾ ਦੇ ਨਾਲ ਫੋਟੋ ਵੀ ਲਾ ਦਿਓ, ਕਹਿੰਦਾ ਲਓ ਹੋਣੇ, ਮੈਂ ਗੂਗਲ ਨੂੰ ਕਹਿ ਰਿਹਾ, ਗੂਗਲ ਨੂੰ ਪਤਾ ਸਾਰਾ ਕੁਝ ਤੇ ਮੈਂ ਚੱਕ ਕੇ ਫਿੱਟ ਕਰ ਦੇਣੀ। ਇਹੋ ਜੀ ਗੂਗਲ ਤੋਂ ਚੱਕ ਕੇ ਕੋਈ ਜਾਣਕਾਰੀ ਪਿਛਲੇ ਦਿਨੀ ਇੱਕ ਪੋਸਟਰ 'ਤੇ ਛਾਪੀ ਗਈ ਆਮ ਆਦਮੀ ਪਾਰਟੀ ਵੱਲੋਂ, ਤੇ ਉਹਦਾ ਕਰਕੇ ਹੁਣ ਭਾਈ ਸਾਹਿਬ ਮਾਣਹਾਨੀ ਦਾ ਅਗਲਿਆਂ ਨੇ ਕੇਸ ਕਰਤਾ, ਤੇ ਮੁੱਖ ਮੰਤਰੀ ਪੰਜਾਬ ਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਸਾਹਿਬ ਦੋਵਾਂ ਦਾ ਨਾਂ ਆ ਗਿਆ। ਦੇਖੋ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਉਹ ਚੇਅਰਪਰਸਨ ਨੇ ਇਕਬਾਲ ਸਿੰਘ ਲਾਲਪੁਰਾ ਸਾਹਿਬ, ਕਿਉਂਕਿ ਇਹਨਾਂ ਨੇ ਇੱਕ ਫੋਟੋ ਫੇਸਬੁੱਕ ਪੇਜ ਦੇ ਉੱਤੇ ਸੀ, IT ਸੈੱਲ ਨੇ ਕੀਤੀ ਹੋਊਗੀ ਜੋ ਵੀ ਹੈ, ਕਿ ਆਹ ਬੰਦੇ ਜਿਹੜੇ ਅਸੀਂ ਡੱਕ ਦੇਣੇ, ਉਹਦੇ ਵਿੱਚ ਸਾਧੂ ਸਿੰਘ ਧਰਮਸੋਤ ਸਾਹਿਬ ਵੀ ਨੇ, ਉਹਦੇ ਵਿੱਚ ਹੋਰ ਵੀ ਬੰਦੇ ਨੇ। ਹਾਂ, ਉਹ ਮੈਨੂੰ ਲੱਗਦਾ ਤੇ ਚੌਥੀ ਫੋਟੋ ਇਕਬਾਲ ਸਿੰਘ ਹੋਰਾਂ ਦੀ। ਇਕਬਾਲ ਸਿੰਘ ਮੈਨੂੰ ਐ ਲੱਗਦਾ ਕਿ ਸ਼ਾਇਦ ਉਹ ਜਿੰਦਾ ਪਿੰਡ ਵਾਲਾ ਮਸਲਾ ਹੋਣਾ ਹੀ, ਉਹ ਇਕਬਾਲ ਸਿੰਘ ਆ ਨਾਂ ਜਿਹੜਾ ਬੰਦਾ ਚੱਕੇ ਉਹ ਫੋਟੋ। ਹੁਣ ਅਸੀਂ ਤਾਂ ਇਹੀ ਸਲਾਹ ਦਿੰਨੇ ਸਿਆਸੀ ਪਾਰਟੀਆਂ ਨੂੰ ਕਿ ਖਰਚਾ ਨਾ ਕਰੋ IT ਸੈੱਲਾਂ ਦੇ ਉੱਤੇ, ਕੋਈ ਵੀ ਧਿਰ ਜੇ ਕਰਨਾ ਹੀ ਆ ਤਾਂ ਪੰਜਾਬ ਵਾਲੇ ਬੰਦੇ 2-4 ਵਿੱਚ ਜ਼ਰੂਰ ਰੱਖ ਲਓ ਜਿਨ੍ਹਾਂ ਨੂੰ ਪੋਲੀਟੀਕਲ ਨੌਲੇਜ ਹੁੰਦੀ ਹੈਗੀ ਆ ਬਹੁਤ ਸਾਰੇ ਬੰਦਿਆਂ ਨੂੰ। ਸਾਰੇ ਆਲੇ ਦੁਆਲੇ ਲਾ ਕੇ ਜੇ ਲਾਓਗੇ ਤਾਂ ਫਿਰ ਫੋਟੋ ਬਦਲ ਜਾਂਦੀਆਂ ਤੇ ਫਿਰ ਮਾਣਹਾਨੀ ਦੇ ਕੇਸ ਹੁੰਦੇ ਆ। ਦੇਖੋ ਵੱਡੇ ਬੰਦੇ ਨੇ ਅਗਲੇ, ਜਾਨੀ ਸੰਵਿਧਾਨਕ ਅਹੁਦੇ ਤੇ ਬੈਠੇ ਆ, ਮਾਣਹਾਨੀ ਦਾ ਕੇਸ ਉਹਨਾਂ ਨੇ ਕਰਨਾ ਸੀ ਕਰਤਾ, ਮਸਲਾ ਨਿਬੇੜੋ, ਪਰ ਅੱਗੇ ਤੋਂ ਬਹੁਤ ਜ਼ਿਆਦਾ ਖਿਆਲ ਰੱਖੋ, ਕਾਲੀ ਨਾ ਕੋਈ ਵੀ ਧਿਰ ਕਰੇ, ਬਹੁਤੀਆਂ ਤਰ੍ਹਾਂ ਕਾਲੀ ਕਰ ਜਾਂਦੀਆਂ। ਨਹੀਂ ਇਹ ਨਹੀਂ ਕਰਨਾ ਚਾਹੀਦਾ ਜੀ। ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਖਾਸ ਕਰਕੇ ਕਈ ਵਾਰ ਪੰਜਾਬੀ ਗਲਤ ਲਿਖੀ ਹੁੰਦੀ ਆ, ਉੱਥੋਂ ਹੀ ਐਜ਼ ਇਟ ਇਜ਼ ਚੱਕ ਕੇ ਜਿਵੇਂ ਆਪਾਂ ਕਾਪੀ ਪੇਸਟ ਕਰਦੇ ਹਾਂ, ਟਰਾਂਸਲੇਟ ਕਰ ਲੈਂਦੇ, ਕਿ ਇਹਨਾਂ ਗ੍ਰਾਮਰ ਹੀ ਬੜੀ ਅਜੀਬ ਹੁੰਦੀ, ਬੰਦਾ ਸੋਚਦਾ ਇਹ ਪੰਜਾਬੀ 'ਚ ਗ੍ਰਾਮਰ ਕਿਹੜੇ ਹਿਸਾਬ ਨਾਲ। ਮੈਂ ਇੱਕ ਹੋਰ ਬੇਨਤੀ ਕਰਨੀ ਆ ਪੰਜਾਬੀ ਫਿਲਮਾਂ ਜਿਹੜੀਆਂ ਹੁਣ ਲੱਗਦੀਆਂ ਥੀਏਟਰ ਦੇ ਵਿੱਚ, ਉਹਦੀ ਜਦੋਂ ਮੋਰੇ ਨੰਬਰੀ ਜਲਦੀ ਹੁੰਦੀ ਹੈ, ਨੰਬਰੀ ਕਹਿੰਦੇ ਕੀ ਉਹਨੂੰ ਸਟਾਰ ਕਾਸਟ ਕੋਈ ਦਾ, ਉਹਦੀ ਅੰਗਰੇਜ਼ੀ ਠੀਕ ਲਿਖੀ ਹੁੰਦੀ ਹੈ, ਉਹ ਗੂਗਲ ਤੋਂ ਟਰਾਂਸਲੇਟ ਕਰਕੇ ਪੰਜਾਬੀ ਲਿਖੀ ਹੁੰਦੀ। ਪੰਜਾਬੀ ਫਿਲਮ ਦੇ ਵਿੱਚ ਪੰਜਾਬੀ ਕਲਾਕਾਰਾਂ ਦੇ ਨਾਂ ਗਲਤ ਹੁੰਦੇ ਆ, ਨਿਰਦੇਸ਼ਕ ਹੀ ਗਲਤ ਲਿਖਿਆ ਹੁੰਦਾ। ਯਾਰ ਤੁਹਾਨੂੰ ਦੇਖਦੇ ਲੋਕਾਂ ਪੰਜਾਬੀ ਸਿੱਖਣੀ ਹੈ, ਤੁਸੀਂ ਇਹ ਗਲਤ ਲਿਖੋਗੇ, ਹੱਥ ਹੀ ਜੋੜੇ, ਹੋਰ ਕੀ ਕਰ ਸਕਦੇ ਆ। ਇਹ ਬੜਾ ਜ਼ਰੂਰੀ ਹੈ ਜੀ। ਚਲੋ ਜਿੱਥੇ ਜਿੱਥੇ ਜਿਹਦੀ ਜੋ ਵੀ ਜ਼ਿੰਮੇਵਾਰੀ ਅਗਲਾ ਜ਼ਰੂਰ ਆਪਣੀ ਸਹੀ ਨਿਭਾਵੇ, ਤੇ ਸਾਡੀ ਤੇ ਹੁਣ ਮੋਗੇ ਕੇਲੇ ਗੁਲੇ ਚੱਲੀਏ ਟਾਈਮ ਨਾਲ। ਚਲੀਏ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹੇ ਨੇ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।